है साल चढ़िया 2023 ते साल चढ़ते ही 3 महीनों के रिपोर्ट आ जाना 600 जड़ियाँ ने जहरीले पदार्थों के नाल जहरीले नशे के नाल मौतां ये BC कह सकते हैं सरकार नूं भी ते फैडरल सरकार नूं भी काफ़ी हद तक मूँह चढ़ा रही ने जिन्नियां मर्जी ये कोशिशां कर लैन जिन्ने मर्जी ये नवे नवे प्लान लिया लैन योजना ले आन निवेश कर दिता मिलियन डॉलर जिहड़े ने इहदे विच इन्वेस्ट कर दिते पर जदों ये रिपोर्ट आ जाती है तो सरकार की हर प्लानिंग जिहड़ी ना वो सारी धरी धराई रह जाती। आस्ट्रेलिया तो जिहड़ी आई है कि ਜਿਹੜੇ ਕਹਿੰਦੇ ਨੇ ਡਾਕੂਮੈਂਟਸ ਜਿਹੜੇ ਸਟੂਡੈਂਟਸ ਦੇ ਹੁੰਦੇ ਕੋਈ ਵੀ ਵਿਦਿਆਰਥੀ ਹੈ ਉਹਦਾ ਵੀਜ਼ਾ ਲੱਗ ਰਿਹਾ ਜਦੋਂ ਉਹ ਸਟੂਡੈਂਟ ਸਟੱਡੀ ਵੀਜ਼ੇ ਦੇ ਉੱਤੇ ਆ ਰਿਹਾ ਤਾਂ ਸਟੱਡੀ ਵੀਜ਼ੇ ਦੇ ਵਿੱਚ ਜਿਹੜੇ ਕਾਗਜ਼ ਪੱਤਰਾਂ ਦਾ ਇਸਤੇਮਾਲ ਕਰ ਰਿਹਾ ਜਿਹੜੇ ਡਾਕੂਮੈਂਟਸ ਦਾ ਇਸਤੇਮਾਲ ਕਰ ਰਿਹਾ ਕਿ ਉਹ ਸਹੀ ਨੇ ਕਿ ਪ੍ਰੋਪਰ ਤਰੀਕੇ ਨਾਲ ਉਹ ਬਣਾਏ ਗਏ ਨੇ ਕਿ ਉਹ ਸਟੱਡੀ ਹੀ ਕਰਨ ਵਾਸਤੇ ਆ ਰਿਹਾ ਮੁਲਕ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੀਆਂ ਕਿਉਂਕਿ ਪਿੱਛੇ ਜੇ ਖਬਰਾਂ ਬਹੁਤ ਜ਼ਿਆਦੀਆਂ ਆਈਆਂ ਔਰ ਖਾਸ ਕਰਕੇ ਜਦੋਂ 700 ਵਿਦਿਆਰਥੀਆਂ ਦੀ ਗੱਲ ਕੀਤੀ ਜਾ ਰਹੀ ਸੀਗੀ ਜਿਨ੍ਹਾਂ ਦੇ ਕਈ ਫਰਜ਼ੀ ਨਿਕਲੇ ਜਿਨ੍ਹਾਂ ਦੇ ਕਾਗਜ਼ ਪੱਤਰ ਉਹਨਾਂ ਲਈ ਮੁਸ਼ਕਿਲ ਖੜੀ ਹੋ ਗਈ। ਉਸ ਤੋਂ ਬਾਅਦ ਆਸਟ੍ਰੇਲੀਆ ਨੇ ਬਹੁਤ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ ਵੀ ਇਹ ਧੜੀ ਜਿਹੜੀ ਫੇਕ ਡਾਕੂਮੈਂਟਸ ਵਾਲੀ ਇਹ ਰੋਕਣੀ ਪਏਗੀ। ਹੁਣ ਆਸਟ੍ਰੇਲੀਆ ਨੇ ਇਸ ਗੱਲ ਦੀ ਤਿਆਰੀ ਖਿੱਚੀ ਹੈ ਵੀ ਅਸੀਂ ਕਾਫੀ ਹੱਦ ਤੱਕ ਵਿਦਿਆਰਥੀ ਵੀਜ਼ੇ ਦੇ ਉੱਤੇ ਹੁਣ ਪੂਰੀ ਛਾਣਬੀਨ ਕਰ ਰਹੇ ਹਾਂ ਤੇ ਜਿਹਦੇ ਵੀ ਡਾਕੂਮੈਂਟਸ ਜਿਹੜੇ ਨੇ ਉਹ ਫਰਜ਼ੀ ਪਾਏ ਜਾਂਦੇ ਨੇ ਉਹ ਆਸਟ੍ਰੇਲੀਆ ਦਾ ਵੀਜ਼ਾ ਨਹੀਂ ਲੈ ਪਾਏਗਾ। ਉਹਨਾਂ ਨੇ ਕਾਫੀ ਸਾਰੇ ਸਟੂਡੈਂਟ ਜਿਹੜੇ ਨੇ ਕੱਢ ਵੀ ਲਏ ਨੇ ਮਤਲਬ ਉਹਨਾਂ ਦੀ ਇੱਕ ਲਿਸਟ ਜਾਰੀ ਕਰ ਦਿੱਤੀ ਉਹਨਾਂ ਨੇ ਸਾਹਮਣੇ ਆ ਚੁੱਕੀ ਆ ਜਿਹੜੀ ਜਿਹਦੇ ਤੇ ਖਾਸ ਧਿਆਨ ਦਿੱਤਾ ਜਾ ਰਿਹਾ ਵੀ ਉਸ ਲਿਸਟ ਦੇ ਵਿੱਚ ਕਈ ਵਿਦਿਆਰਥੀ ਅਜਿਹੇ ਹੋਣਗੇ ਜਿਨ੍ਹਾਂ ਨੂੰ ਕੀ ਹੋ ਸਕਦਾ ਆਸਟ੍ਰੇਲੀਆ ਦੇ ਵਿੱਚ ਉਹ ਪਹੁੰਚ ਗਏ ਨੇ ਸਟੱਡੀ ਸ਼ੁਰੂ ਕਰ ਰਹੇ ਆ ਕੰਮ ਵੀ ਕਰ ਰਹੇ ਨੇ ਪਰ ਉਹਨਾਂ ਨੂੰ ਵਾਪਸ ਜਾਣ ਲਈ ਕਿਹਾ ਜਾਵੇ। ਹੁਣ ਇਹ ਹੈ ਵੀ ਜਦੋਂ ਡਾਕੂਮੈਂਟਸ ਪਹਿਲੀ ਗੱਲ ਤਾਂ ਆਸਟ੍ਰੇਲੀਆ ਦਾ ਇਹ ਕਹਿਣਾ ਵੀ ਸਾਡੀ ਪਹਿਲੀ ਤਰਜੀਹ ਹੈ ਵੀ ਜੇ ਉਹ ਕੰਮ ਕਰਨ ਵਾਸਤੇ ਆ ਰਿਹਾ ਤਾਂ ਉਹ ਕੰਮ ਕਰੇ ਥੋੜੇ ਬਹੁਤ ਜਿਹੜੀਆਂ ਲੀਗਲ ਤੌਰ ਦੇ ਉੱਤੇ ਜਿਹੜੀਆਂ ਉਹਨਾਂ ਨੂੰ ਛੋਟਾਂ ਦਿੱਤੀਆਂ ਗਈਆਂ ਉਹ ਜ਼ਰੂਰ ਕਰ ਸਕਦੇ ਨੇ ਪਰ ਕਿਉਂਕਿ ਬਹੁਤੇ ਸਟੂਡੈਂਟ ਉਹ ਕਹਿੰਦੇ ਅਜਿਹੇ ਨੇ ਜਿਹੜੇ ਆਉਂਦੇ ਵਿਦਿਆਰਥੀ ਵੀਜ਼ੇ ਤੇ ਨੇ ਪੜ੍ਹਨ ਦੇ ਵੀਜ਼ੇ ਦੇ ਉੱਤੇ ਆਉਂਦੇ ਨੇ ਪਰ ਉਹ ਪੜ੍ਹ ਰਹੇ ਨਹੀਂ ਹੈ ਉਹ ਸਿਰਫ ਔਰ ਸਿਰਫ ਕੰਮ ਹੀ ਕੀਤੀ ਜਾ ਰਹੇ ਉਹ ਕੰਮ ਕਰ ਰਹੇ ਨੇ ਤੇ ਪੈਸੇ ਕਮਾ ਰਹੇ ਨੇ। ਸੋ ਉਹਨਾਂ ਦਾ ਕਹਿਣਾ ਕਿ ਜੇ ਉਹਨਾਂ ਨੇ ਉੱਥੋਂ ਦੀ ਸਟੱਡੀ ਹਾਸਲ ਨਹੀਂ ਕਰਨੀ ਉੱਥੋਂ ਦੀ ਤਾਲੀਮ ਨਹੀਂ ਲੈਣੀ ਤਾਂ ਫਿਰ ਉਹਨਾਂ ਦਾ ਮਕਸਦ ਸਿਰਫ ਵੀਜ਼ਾ ਲਗਵਾਉਣਾ ਹੁੰਦਾ ਹੈ ਬਾਹਰਲੀ ਕੰਟਰੀ ਦਾ ਹੋਰ ਕੁਝ ਨਹੀਂ ਤੇ ਹੁਣ ਸਖਤੀ ਉਹ ਕਹਿੰਦੇ ਅਸੀਂ ਕਰਾਂਗੇ। ਸੋ ਕਹਿ ਲਓ ਵੀ ਕੈਨੇਡਾ ਦੇ ਵਿੱਚ ਅਜਿਹੇ ਮਾਮਲੇ ਸਾਹਮਣੇ ਆਏ ਤਾਂ ਆਸਟ੍ਰੇਲੀਆ ਨੇ ਵੀ ਇਹਦੇ ਉੱਤੇ ਹੁਣ ਕਾਫੀ ਜਿਹੜੀ ਨਕੇਲ ਕਸਣੀ ਸ਼ੁਰੂ ਕਰ ਦਿੱਤੀ ਹੈ। ਇਹ ਨਸ਼ਾ ਨਹੀਂ ਇਹ ਦਵਾਈ ਆ ਇਹ ਨਸ਼ਾ ਛੱਡਣ ਦੀ ਦਵਾਈ ਆ ਜੇ ਕਿਸੇ ਨੇ ਸ਼ਰਾਬ ਛੱਡਣੀ ਆ ਅੱਛਾ ਜੀ ਜੇ ਕਿਸੇ ਨੇ ਫੀਮ ਛੱਡਣੀ ਆ ਜੇ ਕਿਸੇ ਨੇ ਖਤਰਨਾਕ ਨਸ਼ੇ ਛੱਡਣੇ ਆ ਉਹ ਕੁਰਬਾਨੇ ਨਾਲ ਛੱਡਿਆ ਜਾ ਸਕਦਾ ਵਾ। ਅੱਛਾ ਜੀ ਇਹ ਬਿਲਕੁਲ ਆਪਣੇ ਬੰਦੇ ਗਲਤ ਪ੍ਰਚਾਰ ਕਰਦੇ ਵੀ ਕੁਰਬਾਨਾ ਨਸ਼ਾ ਵਾ ਬਿਲਕੁਲ ਕੁਰਬਾਨਾ ਨਸ਼ਾ ਨਹੀਂ ਪੁੱਤ ਸੰਜੀਤ ਸਿੰਘ ਨਾਲੋਂ ਵੱਡਾ ਕੋਈ ਮੈਡੀਸਿਨ ਦਾ ਡਾਕਟਰ ਨਹੀਂ ਹੋਇਆ ਦੁਨੀਆ ਤੇ। ਤਾਂ ਘਰ ਦੇ ਵਿੱਚ ਬੈਠੇ ਹਰ ਪਲ ਦੇ ਲਈ ਹਰ ਚੀਜ਼ ਅਵੇਲੇਬਲ ਹੈ ਮਤਲਬ ਜਿਹੜਾ ਕੋਈ ਨਸ਼ੇ ਦੀ ਤੋੜ ਦੇ ਵਿੱਚ ਹੈ ਜਿਹਨੂੰ ਕਿਹਾ ਜਾ ਰਿਹਾ ਵੀ ਉਹਨੇ ਭੰਗ ਹੀ ਸਿਰਫ ਪੀਣੀ ਹੈ ਜਾਂ ਖਾਣੀ ਹੈ। ਸੋ ਇਹ ਚੀਜ਼ ਸਟ੍ਰੇਂਜ ਹੈ ਵੀ ਹੁਣ ਤਾਂ ਕੈਬਾਂ ਦੇ ਥਰੂ ਉਬਰ ਈਟਸ ਵਗੈਰਾ ਦੇ ਥਰੂ ਆਰਾਮ ਨਾਲ ਘਰੇ ਬੈਠੇ ਅਵੇਲੇਬਲ ਹੋ ਜਾਊਗੀ ਕਮ ਸੇ ਕਮ ਜਿਹੜੇ ਬੰਦੇ 'ਚ ਇੰਨੀ ਵਾਹ ਨਹੀਂ ਹੁੰਦੀ ਵੀ ਉੱਠ ਕੇ ਕਿਤੇ ਜਾ ਸਕੇ ਉਹ ਜੇ ਟਿਕਿਆ ਰਹੂਗਾ ਆਪਣੀ ਥਾਂ ਦੇ ਉੱਤੇ ਤੇ ਕਮ ਸੇ ਕਮ ਬਚ ਵੀ ਜਾਊ ਕਿਉਂਕਿ ਉਹਦੀ ਅਵੇਲੇਬਿਲਿਟੀ ਨਹੀਂ ਹੋਣੀ। ਪਰ ਜੇ ਹੁਣ ਫੋਨਾਂ ਦੇ ਉੱਤੇ ਐਪਾਂ ਦੇ ਉੱਤੇ ਭੰਗ ਘਰੇ ਵੀ ਆਉਣ ਲੱਗ ਜਾਂਦੀ ਹੈ ਤਾਂ ਫਿਰ ਤਾਂ ਇਹ ਕਹਿ ਸਕਦੇ ਹਾਂ ਵੀ ਕਿਸੇ ਵੀ ਥਾਂ ਦੇ ਉੱਤੋਂ ਇਸ ਨਸ਼ੇ ਤੋਂ ਬਚਿਆ ਨਹੀਂ ਜਾ ਸਕਦਾ। ਪੁਰਾਣੇ ਜ਼ਮਾਨਿਆਂ ਦੇ ਵਿੱਚ ਕਰਦੇ ਅਸੀਂ ਸੋਹਣੇ ਲੱਗਦੇ ਸੀ ਪਰ ਹੁਣ ਐਡਵਾਂਸ ਟੈਕਨੋਲੋਜੀ ਦਾ ਜ਼ਮਾਨਾ ਗਾ ਹੁਣ ਬ੍ਰੇਨ ਮੈਂਟਲ ਤੇ ਜਿੰਨਾ ਲੋਡ ਮਨੁੱਖ ਨੇ ਪਾ ਲਿਆ ਗਾ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਜਿਹੜੀਆਂ ਰਿਸਰਚ ਹੋ ਰਹੀ ਹੈ ਉਹ ਸਾਰਾ ਕੁਝ ਉਸੇ ਆਧਾਰ ਤੇ ਹੋ ਰਿਹਾ ਪਰ ਜਿਹੜੀ ਡਰੱਗਸ ਦੀ ਸਮੱਸਿਆ ਦੀ ਗੱਲਬਾਤ ਉਹਨਾਂ ਨੇ ਕੀਤੀ ਹੈ ਇਹ ਸਮੱਸਿਆ ਗੰਭੀਰ ਹੈ। ਕੱਲੀਆਂ ਸਰਕਾਰਾਂ ਵੀ ਕੁਝ ਨਹੀਂ ਕਰ ਸਕਦੀਆਂ ਪਰ ਸਰਕਾਰਾਂ ਸਭ ਤੋਂ ਇੰਪੋਰਟੈਂਟ ਰੋਲ ਜਿਹੜਾ ਉਹ ਅਦਾ ਕਰ ਸਕਦੀਆਂ ਕਮਿਊਨਿਟੀ ਦਾ ਸਹਿਯੋਗ ਫੈਮਿਲੀ ਦਾ ਸਹਿਯੋਗ ਸਾਰਾ ਕੁਝ ਜਿਹੜਾ ਉਹ ਨਿਰਭਰ ਕਰਦਾ ਗਾ ਫੇਰ ਹੀ ਵਿਅਕਤੀ ਮਾਨਸਿਕ ਤੌਰ ਤੇ ਤਿਆਰ ਹੋ ਪਾਉਂਦਾ ਕਿ ਉਹਨੇ ਇਸ ਦਲਦਲ ਦੇ ਵਿੱਚੋਂ ਬਾਹਰ ਆਉਣਾ ਗਾ। ਪਰ ਜਦੋਂ ਅਸੀਂ ਕੈਨੇਡਾ ਦੀ ਗੱਲਬਾਤ ਕਰਦੇ ਹਾਂ ਤਾਂ ਕੈਨੇਡਾ ਨਾਲੋਂ ਨਾਲ ਮਨੁੱਖੀ ਅਧਿਕਾਰਾਂ ਦੀ ਰਾਖੀ ਮੁਲਕ ਚੋਂ ਵੀ ਆਉਂਦਾ ਗਾ। ਇਹ ਆਏ ਨਹੀਂ ਕਿ ਜੇਕਰ ਕੋਈ ਵਿਅਕਤੀ ਡਰੱਗ ਲੈ ਰਿਹਾ ਤੇ ਸਟਰੀਟ ਤੇ ਬੈਠਾ ਤੇ ਉਹਨਾਂ ਨੂੰ ਚੱਕ ਕੇ ਜਿਹੜਾ ਉਹ ਆਪਣੀ ਮਰਜ਼ੀ ਦੇ ਨਾਲ ਜਿਹੜਾ ਉਹ ਉਹਨਾਂ ਨੂੰ ਹਸਪੀਟਲਾਂ 'ਚ ਸੁੱਟਣ ਲੱਗ ਜਾਣਗੇ ਤਾਂ ਫਿਰ ਉਹ ਡੈਮੋਕ੍ਰੇਸੀ ਦੀ ਡਿਕਟੇਟਰਸ਼ਿਪ ਵਾਲੇ ਭਾਵ 'ਚ ਆਉਂਦਾ ਤਾਂ ਉਹਨਾਂ ਨੂੰ ਕਾਉਂਸਲਿੰਗ ਕਰਕੇ ਤਿਆਰ ਕਰਨਾ ਪੈਣਾ ਉਸ ਚੀਜ਼ ਲਈ ਕਿ ਆਓ ਡਰੱਗ 'ਚੋਂ ਬਾਹਰ ਜਿਹੜਾ ਉਹ ਨਿਕਲੋ ਫਿਰ ਇਹ ਤੇ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਪਰ ਫਿਲਹਾਲ ਇਹ ਸਮੱਸਿਆ BC ਦੇ ਵਿੱਚ ਵੀ ਗੰਭੀਰ ਹੈ ਟੋਰਾਂਟੋ ਸ਼ਹਿਰ ਦੇ ਵਿੱਚ ਵੀ ਗੰਭੀਰ ਹੈ ਅਮਰੀਕਾ ਦੇ ਵੀ ਨਿਊਯਾਰਕ 'ਚ ਗੰਭੀਰ ਹੈ ਬਾਕੀ ਥਾਵਾਂ ਤੇ ਵੀ ਗੰਭੀਰ ਹੈ ਪਰ वर्ल्ड लेवल की समस्या हैगी है जी बिल्कुल। अच्छा अगली खबर वल वधदे हां। अगली खबर जिहड़ी है आस्ट्रेलिया तो जिहड़ी आई है कि ਜਿਹੜੇ ਕਹਿੰਦੇ ਨੇ ਡਾਕੂਮੈਂਟਸ ਜਿਹੜੇ ਸਟੂਡੈਂਟਸ ਦੇ ਹੁੰਦੇ ਕੋਈ ਵੀ ਵਿਦਿਆਰਥੀ ਹੈ ਉਹਦਾ ਵੀਜ਼ਾ ਲੱਗ ਰਿਹਾ ਜਦੋਂ ਉਹ ਸਟੂਡੈਂਟ ਸਟੱਡੀ ਵੀਜ਼ੇ ਦੇ ਉੱਤੇ ਆ ਰਿਹਾ ਤਾਂ ਸਟੱਡੀ ਵੀਜ਼ੇ ਦੇ ਵਿੱਚ ਜਿਹੜੇ ਕਾਗਜ਼ ਪੱਤਰਾਂ ਦਾ ਇਸਤੇਮਾਲ ਕਰ ਰਿਹਾ ਜਿਹੜੇ ਡਾਕੂਮੈਂਟਸ ਦਾ ਇਸਤੇਮਾਲ ਕਰ ਰਿਹਾ ਕਿ ਉਹ ਸਹੀ ਨੇ ਕਿ ਪ੍ਰੋਪਰ ਤਰੀਕੇ ਨਾਲ ਉਹ ਬਣਾਏ ਗਏ ਨੇ ਕਿ ਉਹ ਸਟੱਡੀ ਹੀ ਕਰਨ ਵਾਸਤੇ ਆ ਰਿਹਾ ਮੁਲਕ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੀਆਂ ਕਿਉਂਕਿ ਪਿੱਛੇ ਜੇ ਖਬਰਾਂ ਬਹੁਤ ਜ਼ਿਆਦੀਆਂ ਆਈਆਂ ਔਰ ਖਾਸ ਕਰਕੇ ਜਦੋਂ 700 ਵਿਦਿਆਰਥੀਆਂ ਦੀ ਗੱਲ ਕੀਤੀ ਜਾ ਰਹੀ ਸੀਗੀ ਜਿਨ੍ਹਾਂ ਦੇ ਕਈ ਫਰਜ਼ੀ ਨਿਕਲੇ ਜਿਨ੍ਹਾਂ ਦੇ ਕਾਗਜ਼ ਪੱਤਰ ਉਹਨਾਂ ਲਈ
ਮੁਸ਼ਕਿਲ ਖੜੀ ਹੋਗੀ। ਉਸ ਤੋਂ ਬਾਅਦ ਆਸਟ੍ਰੇਲੀਆ ਨੇ ਬਹੁਤ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ ਵੀ ਇਹ ਧੜੀ ਜਿਹੜੀ ਫੇਕ ਡਾਕੂਮੈਂਟਸ ਵਾਲੀ ਹੈ ਇਹ ਰੋਕਣੀ ਪਏਗੀ। ਹੁਣ ਆਸਟ੍ਰੇਲੀਆ ਨੇ ਇਸ ਗੱਲ ਦੀ ਤਿਆਰੀ ਖਿੱਚੀ ਹੈ ਵੀ ਅਸੀਂ ਕਾਫੀ ਹੱਦ ਤੱਕ ਵਿਦਿਆਰਥੀ ਵੀਜ਼ੇ ਦੇ ਉੱਤੇ ਹੁਣ ਪੂਰੀ ਛਾਣਬੀਨ ਕਰ ਰਹੇ ਹਾਂ ਤੇ ਜਿਹਦੇ ਵੀ ਡਾਕੂਮੈਂਟਸ ਜਿਹੜੇ ਨੇ ਉਹ ਫਰਜ਼ੀ ਪਾਏ ਜਾਂਦੇ ਨੇ ਉਹ ਆਸਟ੍ਰੇਲੀਆ ਦਾ ਵੀਜ਼ਾ ਨਹੀਂ ਲੈ ਪਾਏਗਾ। ਉਹਨਾਂ ਨੇ ਕਾਫੀ ਸਾਰੇ ਸਟੂਡੈਂਟ ਜਿਹੜੇ ਨੇ ਕੱਢ ਵੀ ਲਏ ਨੇ, ਮਤਲਬ ਉਹਨਾਂ ਦੀ ਇੱਕ ਲਿਸਟ ਜਾਰੀ ਕਰ ਦਿੱਤੀ, ਉਹਨਾਂ ਨੇ ਸਾਹਮਣੇ ਆ ਚੁੱਕੀ ਆ ਜਿਹਦੇ ਤੇ ਖਾਸ ਧਿਆਨ ਦਿੱਤਾ ਜਾ ਰਿਹਾ ਵੀ ਉਸ ਲਿਸਟ ਦੇ ਵਿੱਚ ਕਈ ਵਿਦਿਆਰਥੀ ਅਜਿਹੇ ਹੋਣਗੇ ਜਿਨ੍ਹਾਂ ਨੂੰ ਕੀ ਹੋ ਸਕਦਾ ਆਸਟ੍ਰੇਲੀਆ ਦੇ ਵਿੱਚ ਉਹ ਪਹੁੰਚ ਗਏ ਨੇ, ਸਟੱਡੀ ਸ਼ੁਰੂ ਕਰ ਰਹੇ ਆ, ਕੰਮ ਵੀ ਕਰ ਰਹੇ ਨੇ, ਪਰ ਉਹਨਾਂ ਨੂੰ ਵਾਪਸ ਜਾਣ ਲਈ ਕਿਹਾ ਜਾਵੇ। ਹੁਣ ਇਹ ਹੈ ਵੀ ਜਦੋਂ ਡਾਕੂਮੈਂਟਸ, ਪਹਿਲੀ ਗੱਲ ਤਾਂ ਆਸਟ੍ਰੇਲੀਆ ਦਾ ਇਹ ਕਹਿਣਾ ਵੀ ਸਾਡੀ ਪਹਿਲੀ ਤਰਜੀਹ ਹੈ ਵੀ ਜੇ ਉਹ ਕੰਮ ਕਰਨ ਵਾਸਤੇ ਆ ਰਿਹਾ ਤਾਂ ਉਹ ਕੰਮ ਕਰੇ। ਥੋੜੇ ਬਹੁਤ ਜਿਹੜੀਆਂ ਲੀਗਲ ਤੌਰ ਦੇ ਉੱਤੇ ਜਿਹੜੀਆਂ ਉਹਨਾਂ ਨੂੰ ਛੋਟਾਂ ਦਿੱਤੀਆਂ ਗਈਆਂ ਉਹ ਜ਼ਰੂਰ ਕਰ ਸਕਦੇ ਨੇ, ਪਰ ਕਿਉਂਕਿ ਬਹੁਤੇ ਸਟੂਡੈਂਟ ਉਹ ਕਹਿੰਦੇ ਅਜਿਹੇ ਨੇ ਜਿਹੜੇ ਆਉਂਦੇ ਵਿਦਿਆਰਥੀ ਵੀਜ਼ੇ ਤੇ ਨੇ, ਪੜ੍ਹਨ ਦੇ ਵੀਜ਼ੇ ਦੇ ਉੱਤੇ ਆਉਂਦੇ ਨੇ ਪਰ ਉਹ ਪੜ੍ਹ ਰਹੇ ਨਹੀਂ ਹੈ, ਉਹ ਸਿਰਫ ਔਰ ਸਿਰਫ ਕੰਮ ਹੀ ਕੀਤੀ ਜਾ ਰਹੇ, ਉਹ ਕੰਮ ਕਰ ਰਹੇ ਨੇ ਤੇ ਪੈਸੇ ਕਮਾ ਰਹੇ ਨੇ। ਸੋ ਉਹਨਾਂ ਦਾ ਕਹਿਣਾ ਹੈ ਕਿ ਜੇ ਉਹਨਾਂ ਨੇ ਉੱਥੋਂ ਦੀ ਸਟੱਡੀ ਹਾਸਲ ਨਹੀਂ ਕਰਨੀ, ਉੱਥੋਂ ਦੀ ਤਾਲੀਮ ਨਹੀਂ ਲੈਣੀ ਤਾਂ ਫਿਰ ਉਹਨਾਂ ਦਾ ਮਕਸਦ ਸਿਰਫ ਵੀਜ਼ਾ ਲਗਵਾਉਣਾ ਹੁੰਦਾ ਹੈ ਬਾਹਰਲੀ ਕੰਟਰੀ ਦਾ, ਹੋਰ ਕੁਝ ਨਹੀਂ। ਤੇ ਹੁਣ ਸਖਤੀ ਉਹ ਕਹਿੰਦੇ ਅਸੀਂ ਕਰਾਂਗੇ। ਸੋ ਕਹਿ ਲਿਓ ਵੀ ਕੈਨੇਡਾ ਦੇ ਵਿੱਚ ਅਜਿਹੇ ਮਾਮਲੇ ਸਾਹਮਣੇ ਆਏ ਤਾਂ ਆਸਟ੍ਰੇਲੀਆ ਨੇ ਵੀ ਇਹਦੇ ਉੱਤੇ ਹੁਣ ਕਾਫੀ ਜਿਹੜੀ ਨਕੇਲ ਕੱਸਣੀ ਸ਼ੁਰੂ ਕਰ ਦਿੱਤੀ ਹੈ। ਦੇਖੋ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤਾਂ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਦੇ ਵਿੱਚ ਵੀ ਬੜਾ ਚਰਚਿਤ ਮਸਲਾ ਹਮੇਸ਼ਾ ਰਹਿੰਦਾ ਹੈਗਾ, ਆਸਟ੍ਰੇਲੀਆ ਦੇ ਵਿੱਚ ਵੀ ਚਰਚਿਤ ਮਸਲਾ ਹੈਗਾ, ਪਰ ਆਸਟ੍ਰੇਲੀਆ ਦੀਆਂ ਜਿਹੜੀਆਂ 5 ਯੂਨੀਵਰਸਿਟੀਆਂ ਨੇ ਜਿਸ 'ਚ ਵਿਕਟੋਰੀਆ ਯੂਨੀਵਰਸਿਟੀ ਵੀ ਸ਼ਾਮਲ ਹੈ ਜੀ, ਤਾਂ ਉਹਨਾਂ ਨੇ ਇਹ ਗੱਲਬਾਤ ਦੇਖੀ ਕਿ ਭਾਰਤ ਦੇ 7-8 ਸੂਬਿਆਂ ਤੋਂ ਸਟੂਡੈਂਟ ਆਉਂਦੇ ਨੇ, ਖਾਸ ਕਰਕੇ ਪੰਜਾਬ ਹਰਿਆਣਾ ਦੀ ਗੱਲਬਾਤ ਜਿਹੜੀ ਇਹ 'ਚ ਆਉਂਦੀ ਹੈ ਕਿ ਉੱਥੋਂ ਜਿਹੜੇ ਸਟੂਡੈਂਟ ਆ ਰਹੇ ਨੇ ਤਾਂ ਉਹ ਸਟੂਡੈਂਟ ਐਕਚੁਅਲੀ ਪੜ੍ਹਨ ਦੇ ਲਈ ਨਹੀਂ ਆ ਰਹੇ। ਉਹਨਾਂ ਚੋਂ ਕੁਝ ਨੰਬਰ ਐਸੇ ਨੇ ਜਿਹੜੇ ਕਿ ਪੜ੍ਹਨ ਦੇ ਲਈ ਨਹੀਂ ਆ ਰਹੇ ਜੀ, ਉਹ ਇੱਕ ਢੰਗ ਦੀ ਸਸਤੀ ਸੈਮੀ ਸਕਿਲਡ ਲੇਬਰ ਆ ਉੱਥੇ ਕਿ ਜਿਹੜੇ ਘੱਟ ਤਨਖਾਹ ਤੇ ਉੱਥੇ ਕੰਮ ਕਰਦੇ ਨੇ। ਤਾਂ ਜਦੋਂ ਘੱਟ ਤਨਖਾਹ ਤੇ ਉਹ ਫੁੱਲ ਟਾਈਮ ਕੰਮ ਕਰਦੇ ਨੇ ਤਾਂ ਜਿਹੜੇ ਉੱਥੋਂ ਦੇ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟਸ ਲੋਕ ਨੇ ਜਾਂ ਵਰਕ ਪਰਮਿਟ ਹੋਲਡਰਸ ਨੇ ਤਾਂ ਉਹਨਾਂ ਦੀਆਂ ਨੌਕਰੀ ਤੇ ਉਹਨਾਂ ਦੀਆਂ ਵੇਜਸ ਤੇ ਸੱਟ ਉਹਦੇ ਨਾਲ ਸਿੱਧੇ ਰੂਪ ਦੇ ਵਿੱਚ ਵੱਜਦੀ ਹੈ। ਕਿਉਂਕਿ ਅਮਰੀਕਾ 50 ਸਾਲ ਤੋਂ ਡਰੱਗ ਵਿਰੁੱਧ ਲੜਾਈ ਲੜ ਰਿਹਾ ਪਰ ਹਾਲੇ ਤੱਕ ਨਹੀਂ ਜਿੱਤ ਸਕਿਆ। ਤਾਂ ਜੋ ਅਮਰੀਕਾ ਪੂਰੀ ਦੁਨੀਆ ਦਾ ਸਰਪੰਚ ਖੁਦ ਨੂੰ ਕਹਿੰਦਾਗਾ ਤਾਂ ਉਹ ਡਰੱਗ ਦੇ ਵਿਰੁੱਧ ਲੜਾਈ 'ਚ ਨਹੀਂ ਜਿੱਤ ਸਕਿਆ ਤੇ ਇਹਦਾ ਮਤਲਬ ਇਹਦੀ ਕਹਾਣੀ ਓਨੀ ਸਿੱਧੀ ਨਹੀਂ ਜਿੰਨੀ ਕਿ ਲੱਗਦੀ ਹੈ। ਅਸੀਂ ਇੰਡੀਆ ਤੋਂ ਆਏ ਹੋਏ ਆ, ਤੁਸੀਂ ਸਾਥੋਂ ਜਾਣਦੇ, ਜਿਹੜਾ ਮੈਰਾਵਾਨਾ ਇੰਡੀਆ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹੁੰਦੇ ਸਾਨੂੰ ਇਹ ਟੀਚ ਕੀਤਾ ਜਾਂਦਾ ਸੀ ਕਿ ਡਰਾਈ ਨਸ਼ਾ ਤੁਹਾਡੇ ਬ੍ਰੇਨ ਸੈੱਲ ਨੂੰ ਡੈਮੇਜ ਕਰਦਾ। ਹੁਣ ਇਹਨੂੰ ਤੁਸੀਂ ਚਾਹੇ ਲੀਗਲ ਕਰ ਲਓ ਚਾਹੇ ਅਨਲੀਗਲ ਕਰ ਲਓ। ਪਹਿਲੀ ਗੱਲ ਤਾਂ ਜੇ ਤੁਸੀਂ ਇਹਨੂੰ ਲੀਗਲ ਕਰਨੇ ਆ, ਜਿਹੜਾ ਬੱਚਾ ਇਹਨੂੰ ਪੀਊਗਾ ਕਿ ਉਹ ਹਾਈ ਇੰਟੈਲੀਜੈਂਟ ਹੋਊਗਾ, ਬਿਲਕੁਲ, ਉਹ ਤਾਂ ਹੈਲਥ ਵਾਈਜ਼ ਮੈਡੀਕਲੀ ਉਹ ਤਾਂ ਪਹਿਲਾਂ ਸਦੀਆਂ ਤੋਂ ਇਹਦੇ ਉੱਤੇ ਰਿਸਰਚ ਹੋਈ ਹੈ ਕਿ ਇਹ ਨਸ਼ਾ ਬਾਕੀ ਫਿਜ਼ੀਕਲੀ ਚੀਜ਼ ਨੂੰ, ਤੁਹਾਡੀ ਹੈਲਥ ਨੂੰ ਕੋਈ ਅੰਗ ਨਹੀਂ ਮਾਰਦਾ, ਕੋਈ ਤੁਹਾਡੇ ਸਕੈਨ ਦੇ ਵਿੱਚ ਨਹੀਂ ਜਾਂਦਾ, ਪਰ ਤੁਹਾਡੇ ਬ੍ਰੇਨ ਨੂੰ ਇਹ ਸਭ ਤੋਂ ਜ਼ਿਆਦਾ ਡੈਮੇਜ ਕਰਦਾ। ਕਿਉਂਕਿ ਜੇ ਬੱਚੇ 16 ਸਾਲ ਦੇ ਦਾ ਬ੍ਰੇਨ ਹੀ ਡੈਮੇਜ ਹੋ ਗਿਆ ਤੇ ਤੁਸੀਂ ਕਿੱਥੋਂ ਇੰਟੈਲੀਜੈਂਟ ਬੰਦੇ ਭਾਲੋਗੇ ਇਸ ਕੰਟਰੀ ਦੇ ਵਿੱਚ ਜਾਂ ਦੁਨੀਆ ਦੇ ਵਿੱਚ? ਤੁਸੀਂ ਪਤਾ ਨਹੀਂ ਕਿਉਂ ਸੁੱਤੇ ਪਏ ਆ। ਸਾਡੀ ਕਮਿਊਨਿਟੀ ਦੇ ਵਿੱਚ ਵੀ ਰਿਪਰੈਜ਼ੈਂਟ ਕਰਨ ਵਾਲੇ ਆ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਭਾਈ ਅੱਖਾਂ ਖੋਲੋ, ਤੁਸੀਂ ਪੜ੍ਹੇ ਲਿਖੇ ਆ, ਐਵੀਡੈਂਸ ਲਿਆ ਕੇ ਰੱਖਦੇ, ਪਰ ਉਹ ਐਵੀਡੈਂਸ ਕਿਸੇ ਹੱਦ ਤੱਕ ਸਹੀ ਨਹੀਂ ਹੁੰਦਾ। ਕਿਉਂ ਨਹੀਂ ਸਹੀ ਹੁੰਦਾ? ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਉੱਥੇ ਪਬਲਿਕ ਓਪੀਨੀਅਨ ਤਾਂ ਹੈ ਨਹੀਂ। ਬਿਲਕੁਲ, ਜਦੋਂ ਵੀ ਕੋਈ ਉੱਥੇ ਨਾ ਤਾਂ ਹੈਲਥ ਮਿਨਿਸਟਰ ਕੋਈ ਸਾਨੂੰ ਪੁੱਛਦਾ, ਨਾ ਕੋਈ ਸਾਡਾ ਜਿਹੜਾ ਐਮਐਲਏ ਤੇ ਜਿਹੜਾ ਮੈਂਬਰ ਆਫ ਪਾਰਲੀਮੈਂਟ ਹੁੰਦਾ, ਚਾਹੇ ਉਹ ਫੈਡਰਲ ਨਾਲ ਰਿਲੇਟਡ ਆ ਤੇ ਚਾਹੇ ਉਹ ਹੈਗਾ ਪ੍ਰੋਵਿੰਸ਼ਲ, ਉਹ ਸਾਡੀ ਜਿਹੜੀ ਰਾਈਟਸ ਆ, ਸਾਡੇ ਰਾਈਟਸ ਨੂੰ ਰੀਪ੍ਰੈਜ਼ੈਂਟ ਕਰਨ ਵਾਲੇ ਬੰਦੇ ਦਾ ਉੱਥੇ ਫਰਜ਼ ਬਣਦਾ ਬੋਲਣ ਦਾ। ਇਹ ਕਹਿਣ ਦਾ ਭਾਵ ਆ ਕਿ ਇਹ ਬੜਾ ਗੰਭੀਰ ਮਸਲਾ ਹੈ। ਜਦੋਂ ਇਹ ਚੀਜ਼ਾਂ ਹੁਣ ਗੌਰਮੈਂਟ ਦੀਆਂ ਆਪਦੀਆਂ ਸ਼ੌਪਾਂ ਦੇ ਉੱਤੇ ਵੀ ਉਹ ਗਲਤ ਕੰਮ ਹੋ ਰਿਹਾ, ਉੱਥੇ ਆਹ ਬੰਦੇ ਕੰਮ ਕਰਦੇ ਆ ਕਈ ਵਾਰੀ, ਉਹ ਜਦੋਂ ਉਹਨਾਂ ਨੂੰ ਤਾਂ ਉਹਦੇ ਬਾਰੇ ਪਤਾ ਨਹੀਂ, ਉਹ ਤਾਂ ਸਾਨੂੰ ਦੱਸਦੇ ਵੀ ਨਹੀਂ ਗੇ, ਉਹ ਤਾਂ ਨਿਊਜ਼ ਨੂੰ ਪਿੱਛੇ ਖਪਾ ਦਿੰਦੇ ਆ। ਅਜਿਹੇ ਮਾਹੌਲ ਦੇ ਵਿੱਚ ਹੁਣ ਅਰਸ਼ ਕਿਤੇ ਨਾ ਕਿਤੇ ਇਹ ਵੀ ਫੈਡਰਲ ਕੰਮ ਏ, ਉਹਨਾਂ ਦੀਆਂ ਆਪਦੀਆਂ ਜ਼ਰੂਰਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਨੇ। ਉਹਨਾਂ ਦਾ ਕਹਿਣਾ ਕਿ ਜੇ ਅਸੀਂ ਕੰਮ ਇੰਨਾ ਕਰ ਸਕਦੇ ਹਾਂ ਤਾਂ ਉਹ ਮੁਸ਼ਕਿਲ ਸਾਡੀ ਸਰਕਾਰ ਨੂੰ ਸੁਣਨੀ ਚਾਹੀਦੀ ਹੈ। ਹੁਣ ਜਦੋਂ ਮਸਲਾ ਆ ਗਿਆ ਵੀ ਜਦੋਂ ਦੌਰ ਇੰਨਾ ਜ਼ਿਆਦਾ ਅੱਗੇ ਮਹਿੰਗਾਈ ਦਾ ਵਾਧਾ ਜਾ ਰਿਹਾ, ਹੁਣ ਉਹਨਾਂ ਨੇ ਚੱਕ ਕੇ ਹੜਤਾਲ ਦਾ ਜਿਹੜਾ ਉਹ ਕਾਲ ਪੂਰੀ ਕਰ ਦਿੱਤੀ ਹੈ। ਅਜਿਹੇ ਦੇ ਵਿੱਚ ਕਈ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹ ਇੱਕ ਹੁੰਦਾ ਨਾ ਕਿ ਬਹਿਤੀ ਗੰਗਾ ਮੇ ਹੱਥ ਧੋ ਲੋ। ਹੁਣ ਉਹ ਜਗਮੀਤ ਸਿੰਘ ਹੋਰੀ ਇਸੇ ਤਰੀਕੇ ਨਾਲ ਯੂਟਰਨ ਲੈ ਕੇ ਇਸ ਮਸਲੇ ਦੇ ਵਿੱਚ ਪੈ ਗਏ ਨੇ। ਜਗਮੀਤ ਸਿੰਘ ਕਿਤੇ ਨਾ ਕਿਤੇ ਇਹਨਾਂ ਕਾਮਿਆਂ ਦੇ ਵਿੱਚ ਗਏ ਵੀ, ਮਿਲੇ ਵੀ ਹੈ ਤੇ ਉਹਨਾਂ ਨੇ ਇੱਕ ਕਾਲ ਵੀ ਦੇ ਦਿੱਤੀ ਕਿ ਹਾਂ ਵੀ ਸਰਕਾਰ ਨੂੰ ਇਸ ਸੁਣਵਾਈ ਤਾਂ ਕਰਨੀ ਚਾਹੀਦੀ, ਇਹ ਤਾਂ ਸਾਡੀ ਵੀ ਜੇ ਸਰਕਾਰ ਆਣੀ, ਅਸੀਂ ਇਹ ਪਹਿਲਾਂ ਵਾਅਦਾ ਕੀਤਾ ਸੀ ਵੀ ਅਸੀਂ ਕਿਤੇ ਨਾ ਕਿਤੇ ਇਸ ਹੱਕ 'ਚ ਹੋਵਾਂਗੇ।
ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ? ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ। ਤੇ ਸਵੇਰ ਦੀ ਜਿਹੜੀ ਹੈ ਸ਼ੁਰੂਆਤ ਹੋ ਚੁੱਕੀ ਹੈ, ਥੋੜੀ ਜੀ ਭਿੱਜੀ ਤੇ ਗਿੱਲੀ ਹੋਈ ਸ਼ੁਰੂਆਤ ਹੋਈ ਹੈ ਕਿਉਂਕਿ ਬਾਰਿਸ਼ ਜਿਹੜੀ ਹੈ ਉਹ ਲਗਾਤਾਰ ਦਸਤਕ ਦੇ ਰਹੀ ਹੈ ਤੇ ਮੌਸਮ ਦੇ ਮਿਜਾਜ਼ ਹਾਲੇ ਕੁਝ ਇਦਾਂ ਹੀ ਰਹਿਣ ਦੇ ਅਸਾਰ ਨੇ। ਰੁਕ ਰੁਕ ਕੇ ਬਾਰਿਸ਼ ਹੁੰਦੀ ਰਹੇਗੀ। ਐਨੀਵੇ, ਬਾਰਿਸ਼ ਹੋਵੇ ਕੁਝ ਵੀ ਹੋਵੇ, ਕੰਮ ਕਰ ਨਹੀਂ ਰੁਕਦੇ ਤੇ ਕੰਮ ਕਰ ਵੀ ਚੱਲੀ ਜਾਣੀਆਂ ਤੇ ਨਾਲ ਦੀ ਨਾਲ ਆਸੇ-ਪਾਸੇ ਦੀਆਂ ਜੋ ਸਰਗਰਮੀਆਂ ਨੇ, ਖਬਰਾਂ ਨੇ, ਉਹ ਵੀ ਚੱਲਦੀਆਂ ਹੀ ਰਹਿਣਗੀਆਂ। ਗੱਲਬਾਤ ਕਰਾਂਗੇ ਕੁਝ ਅਹਿਮ ਵਿਸ਼ਿਆਂ ਦੇ ਉੱਤੇ ਜਿਹੜੇ ਕਿ ਆਲੇ ਦੁਆਲੇ ਸਾਡੇ ਬਹੁਤ ਜ਼ਿਆਦਾ ਪਨਪ ਰਹੇ ਨੇ। ਹਾਲਾਂਕਿ ਕੱਲ ਦੀ ਰਿਪੋਰਟ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਹੈ ਜਿਹੜੀ ਕਿ ਆਈ BC ਦੇ ਵਿੱਚ ਜ਼ਹਿਰੀਲੀ ਦਵਾਈਆਂ ਦੇ ਨਾਲ, ਯਾਨੀ ਕਿ ਜ਼ਹਿਰੀਲੇ ਨਸ਼ੇ ਦੇ ਨਾਲ ਫਿਰ ਤੋਂ 600 ਮੌਤਾਂ ਹੋਣ ਦੀ ਖਬਰ ਆਈ ਹੈ। 2023 ਦਾ ਜਿਹੜਾ ਡਾਟਾ ਹੈ, ਸ਼ੁਰੂਆਤੀ 3 ਮਹੀਨਿਆਂ ਦੇ ਵਿੱਚ ਇਹ ਰਿਪੋਰਟ ਸਾਹਮਣੇ ਆ ਗਈ ਹੈ। ਬਹੁਤ ਹੀ ਜ਼ਿਆਦਾ ਕਹਿ ਸਕਦੇ ਹਾਂ ਕਿ ਦੁਖਦਾਈ ਖਬਰ ਜਦੋਂ ਇਹ ਪੜ੍ਹਨੀ ਪੈਂਦੀ ਹੈ, ਸੁਣਨੀ ਪੈਂਦੀ ਹੈ। ਤੇ ਇਹ ਹਾਲਾਂਕਿ ਕਿਹਾ ਜਾ ਰਿਹਾ ਸੀ ਕਿ ਪਿਛਲੇ ਸਾਲ ਕਿ ਬਹੁਤ ਜ਼ਿਆਦਾ ਇਹਦੇ ਵਿੱਚ ਕੁਝ ਬਦਲਾਅ ਕੀਤੇ ਜਾਣਗੇ, ਅਜਿਹਾ ਕੁਝ ਨਜ਼ਰ ਨਹੀਂ ਆ ਰਿਹਾ। ਗਲਤੀ ਕਿਹਦੀ ਹੈ, ਕਿੱਥੇ ਪ੍ਰੋਬਲਮ ਆ ਰਹੀ ਹੈ, ਕੀ ਆਉਣ ਵਾਲੇ ਸਾਲਾਂ ਦੇ ਵਿੱਚ BC ਹੋਰ ਵੀ ਨਸ਼ੇ ਦੇ ਨਾਲ ਗੰਦਲਾ ਹੁੰਦਾ ਜਾਏਗਾ ਜਾਂ ਫਿਰ ਕੁਝ ਹੋਰ ਹੋਏਗਾ? ਇਸ ਸੰਬੰਧੀ ਗੱਲਬਾਤ ਕਰਾਂਗੇ। ਤੁਸੀਂ ਨਾਲ ਜ਼ਰੂਰ ਇਸ ਵਿਸ਼ੇ ਦੇ ਉੱਤੇ ਜੁੜਿਓ ਤੇ ਨਾਲ ਦੀ ਨਾਲ ਓਵਰ ਏਟਸ ਦੇ ਵੱਲੋਂ ਜਿਹੜੀ ਹੈ ਇੱਕ ਅਜਿਹਾ ਸਮਝੌਤਾ ਕੀਤਾ ਗਿਆ ਜਿਹਦੇ ਨਾਲ ਹੁਣ ਕੈਨੇਬਿਸ ਯਾਨੀ ਕਿ ਜਿਹੜੀ ਭੰਗ ਹੁੰਦੀ ਹੈ ਉਹ ਓਵਰ ਈਟਸ ਕਈ ਥਾਵਾਂ ਦੇ ਉੱਤੇ ਡਿਲੀਵਰ ਕਰੇਗਾ। ਵੈਨਕੂਵਰ ਦੇ ਵਿੱਚ ਤੇ ਵਿਕਟੋਰੀਆ ਦੇ ਵਿੱਚ ਇਹ ਗੱਲ ਖਾਸ ਤੌਰ ਤੇ ਕਹੀ ਜਾ ਰਹੀ ਵੀ ਉੱਥੇ ਜਿਹੜੀ ਇਹ ਡਿਲੀਵਰੀ ਆਮ ਤੌਰ ਦੇ ਉੱਤੇ ਹੋ ਰਹੀ ਹੈ। ਇਸ ਸੰਬੰਧੀ ਵੀ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਕਰਾਂਗੇ। ਫੈਡਰਲ ਕਾਮੇ ਜਿਹੜੇ ਨੇ ਉਹ ਹੜਤਾਲ ਤੇ ਜਾ ਰਹੇ ਨੇ, ਉਹਦੇ ਨਾਲ ਕੀ ਚੀਜ਼ਾਂ ਇਫੈਕਟ ਹੋਣਗੀਆਂ, ਕਿੱਥੇ ਅਸਰ ਪਵੇਗਾ ਤੇ ਹੋਰ ਕੁਝ ਸਰਗਰਮੀਆਂ ਦੇ ਉੱਤੇ ਵੀ ਨਜ਼ਰ ਪਾਵਾਂਗੇ। ਖਾਸ ਕਰਕੇ ਆਸਟ੍ਰੇਲੀਆ ਵੱਲ ਨੂੰ ਅੱਜ ਥੋੜਾ ਜਿਹਾ ਵਧਾਂਗੇ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਵਿਦਿਆਰਥੀ ਵੀਜ਼ਾ ਹੈ ਉੱਥੇ ਹੁਣ ਕੀ ਪ੍ਰਭਾਵ ਪੈ ਸਕਦਾ ਹੈ। ਸਾਰੀਆਂ ਸਰਗਰਮੀਆਂ ਦੇ ਵਿੱਚ ਨਾਲ ਜੁੜੇ ਰਹਿਣਾ। ਨਾਲ ਦੀ ਨਾਲ ਨਗਰ ਕੀਰਤਨ ਦੀਆਂ ਕੋਈ ਗੱਲਾਂ ਸਾਂਝੀਆਂ ਕਰਨੀਆਂ ਹੋਈਆਂ, ਕਾਲ ਕਰਿਓ, ਜ਼ਰੂਰ ਸਾਂਝੀਆਂ ਕਰਾਂਗੇ ਉਹ ਵੀ ਗੱਲਾਂ। ਸੋ ਮੇਰੇ ਨਾਲ ਹਰ ਦਿਨ ਦੀ ਤਰ੍ਹਾਂ ਮੇਰੇ ਸਹਿਯੋਗੀ ਅਰਸ਼ਦੀਪ ਸਿੰਘ ਜੁੜੇ ਹੋਏ ਨੇ। ਤੁਹਾਡੇ ਨਾਲ ਗੱਲਾਂ ਬਾਤਾਂ ਦੀ ਤੇ ਖਬਰਾਂ ਦੀ ਸਾਂਝ ਅਸੀਂ ਅੱਧੇ ਘੰਟੇ ਤੱਕ ਪੂਰਾ ਜਿਹੜੀ ਪਾਉਂਦੇ ਰਹਿਣਾ, ਤੁਹਾਡੀਆਂ ਕਾਲ ਨਾਲ ਅਸੀਂ ਰਿਸੀਵ ਕਰਾਂਗੇ। ਅਰਸ਼, ਬਹੁਤ ਸਵਾਗਤ ਹੈ ਜੀ ਦ ਮਾਰਨਿੰਗ ਸ਼ੋਅ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਚੈਨਲ ਪੰਜਾਬੀ ਦੇ ਤਮਾਮ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਰੀ ਗੁੱਡ ਮਾਰਨਿੰਗ ਜੀ। ਅਰਸ਼, ਮੌਸਮ ਜਿਹੜਾ ਉਹ ਫਿਰ ਤੋਂ ਖਰਾਬ ਹੀ ਹੈ ਤੇ ਬੜਾ ਨਾ ਲਗਾਤਾਰ ਇਦਾਂ ਹੀ ਚੱਲੀ ਜਾਂਦਾ। ਹਾਲਾਂਕਿ ਇਹ ਹਫਤਾ ਨਾ ਆਪਾਂ ਸੁੱਖ ਹੀ ਮੰਗ ਰਹੇ ਸੀ ਵੀ ਸੁੱਖ ਰਵੇ, ਧੁੱਪ ਚੜੇ, ਨਗਰ ਕੀਰਤਨ ਹੈ, ਖਾਲਸਾ ਡੇ ਪਰੇਡ ਨੂੰ ਲੈ ਕੇ ਐਕਸਾਈਟਮੈਂਟ ਹੈ, ਬੜੇ ਸੋਹਣੇ ਸੋਹਣੇ ਕੱਪੜੇ ਸਾਰਿਆਂ ਨੇ ਤਿਆਰ ਕੀਤੇ ਹੋਏ ਆ, ਸੂਟ ਸਾਟ ਸਵਾਏ ਆ। ਸੋ ਹੁਣ ਜਦੋਂ ਇਹੋ ਜਿਹਾ ਮੌਸਮ ਹੋ ਜਾਂਦਾ ਨਾ ਤੇ ਸਾਰੇ ਈਵੈਂਟ ਦਾ ਨਾ ਜਿਹੜਾ ਖਰਾਬੀ ਜੀ ਹੋ ਜਾਂਦੀ ਹੈ। ਅਸੀਂ ਚੈਨਲ ਪੰਜਾਬੀ ਦੀ ਟੀਮ ਨੇ ਇੱਕ ਹਫਤਾ ਪਹਿਲਾਂ, ਇਸ ਸੰਡੇ ਦੀ ਹੀ ਗੱਲ ਹੈ, ਇਸ ਐਤਵਾਰ ਨੂੰ ਆਪਾਂ ਜਿਹੜਾ ਈਵੈਂਟ ਕਵਰ ਕੀਤਾ ਸੀਗਾ ਨਿਸ਼ਾਨ ਸਾਹਿਬ ਦੀ ਸੇਵਾ ਦਾ, ਉਸ ਮੌਕੇ ਦੇ ਉੱਤੇ ਉਸ ਦਿਨ 100% ਜਿਹੜੀ ਆ ਉਹ ਬਾਰਿਸ਼ ਸੀਗੀ ਔਰ ਇੰਨਾ ਜ਼ਿਆਦਾ ਤੇਜ਼ ਮੀਂਹ ਸੀ ਉਹਦੇ ਵਿੱਚ। ਹਾਲਾਂਕਿ ਐਂਕਰਿੰਗ ਵੀ ਕੀਤੀ ਉੱਥੇ, ਸਾਰਾ ਨਿਸ਼ਾਨ ਸਾਹਿਬ ਦੀ ਸੇਵਾ ਲਾਈਵ ਕਵਰੇਜ ਵੀ ਦਿਖਾਈ, ਸੰਗਤ ਵੀ ਪਹੁੰਚੀ ਹੋਈ ਸੀ, ਪਰ ਖੱਜਲ ਖੁਆਰੀ ਜੀ ਜਿਹੜੀ ਫਿਰ ਵੀ ਹੋ ਜਾਂਦੀ ਹੈ। ਉਹ ਈਵੈਂਟ ਬਹੁਤ ਸੋਹਣਾ ਹੋ ਸਕਦਾ ਸੀ ਜੇ ਧੁੱਪ ਖਿੜੀ ਹੁੰਦੀ ਤਾਂ। ਤੇ ਹੁਣ ਤਾਂ ਲੱਗਦਾ ਵੀ ਖਾਲਸਾ ਡੇ ਪਰੇਡ ਵਾਲੇ ਦਿਨ ਵੀ ਅਜਿਹਾ ਹੀ ਮੰਜ਼ਰ ਬਣਿਆ ਰਹਿਣਾ, ਬਾਰਿਸ਼ ਇਦਾਂ ਹੀ ਹੁੰਦੀ ਰਹੇਗੀ। ਅੱਜ ਦੇ ਦਿਨ ਦੀ ਹਾਲਾਂਕਿ ਇਹ ਕਿਹਾ ਜਾ ਰਿਹਾ ਵੀ ਦੁਪਹਿਰ ਤੱਕ ਕੋਈ ਧੁੱਪ ਖਿੜ ਸਕਦੀ ਹੈਗੀ ਹੈ। ਦੇਖੋ ਜੀ, ਵਾਕਈ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਮੌਸਮ ਦੀ ਜੀ ਤਾਂ ਮੰਗਦੇ ਤਾਂ ਸਾਰੇ ਸੁੱਖ ਸ਼ਾਂਤੀ ਹੈ ਕਿ ਮੌਸਮ ਸਾਫ਼ ਰਹੇ। ਪਰ ਜਦੋਂ ਤੱਕ ਅਸੀਂ ਵੈਦਰ ਦੀ ਗੱਲਬਾਤ ਕਰਦੇ ਹਾਂ ਜਾਂ ਪਿਛਲੇ ਦਿਨਾਂ ਤੋਂ ਵੈਦਰ ਖਰਾਬ ਜਿਹੜਾ ਚੱਲ ਰਿਹਾ ਹੈ, ਕਿ ਅੱਜ ਵੀ ਸਰੀ ਦੀ ਜੇਕਰ ਗੱਲਬਾਤ ਕਰੀਏ ਤਾਂ ਸਰੀ ਦੇ ਵਿੱਚ 6 ਡਿਗਰੀ ਟੈਂਪਰੇਚਰ ਹੈ ਜੀ, ਮਹਿਸੂਸ 4 ਡਿਗਰੀ ਹੋ ਰਿਹਾ। ਹਲਕੀ ਬਾਰਿਸ਼ ਜਿਹੜੀ ਉਹ ਪੈ ਰਹੀ ਹੈ, ਪਰ ਸੰਭਾਵਨਾ ਕਿ ਰਾਤ ਤੱਕ ਜਾਂਦੇ ਜਾਂਦੇ ਬੱਦਲਬਾਈ ਚ ਤਬਦੀਲ ਹੋ ਜਾਣਾ ਤੇ ਭਲਕੇ ਦਿਨ ਜਿਹੜਾ ਉਹ ਚੰਗਾ ਲੱਗਣਾ ਜੀ। ਪਰ ਉਹਦੇ ਬਾਅਦ ਨਗਰ ਕੀਰਤਨ ਤੱਕ ਦਿਨ ਚੰਗੇ ਲੱਗਣ, ਇਹ ਜ਼ਰੂਰ ਜਿਹੜੀ ਉਹ ਕਾਮਨਾ ਸਾਰੇ ਕਰਦੇ ਨੇ, ਕਿਉਂਕਿ 3 ਸਾਲ ਬਾਅਦ ਨਗਰ ਕੀਰਤਨ ਸਰੀ ਸ਼ਹਿਰ ਦੇ ਵਿੱਚ ਹੋਣ ਜਾ ਰਿਹਾ ਹੈ। ਤੇ ਇਸੇ ਤਰ੍ਹਾਂ ਟੋਰਾਂਟੋ ਦੀ ਗੱਲਬਾਤ ਕਰੀਏ ਤਾਂ ਉੱਥੇ 4 ਡਿਗਰੀ ਟੈਂਪਰੇਚਰ ਹੈ, ਮਹਿਸੂਸ 2 ਡਿਗਰੀ ਹੋ ਰਿਹਾ ਹੈ। ਤਾਂ ਉੱਥੇ ਵੀ ਬੇਸ਼ੱਕ ਟੈਂਪਰੇਚਰ ਵਧਣਾ ਹੈ, ਪਰ ਬਾਅਦ ਦੁਪਹਿਰ ਉੱਥੇ ਵੀ ਹਲਕੀ ਬੂੰਦਾਬਾਂਦੀ ਸ਼ੁਰੂ ਹੋਣ ਦੀ ਸੰਭਾਵਨਾ ਜਿਹੜੀ ਉਹ ਨਾਲੋਂ ਨਾਲ ਬਣੀ ਹੋਈ ਹੈ। ਇਸੇ ਤਰ੍ਹਾਂ ਕੈਲਗਰੀ ਦੀ ਗੱਲਬਾਤ ਕਰੀਏ ਕਿ 0 ਡਿਗਰੀ ਟੈਂਪਰੇਚਰ ਹੈ, ਮਹਿਸੂਸ ਵੀ 0 ਡਿਗਰੀ ਹੋ ਰਿਹਾ, ਓਵਰਕਾਸਟ ਵੈਦਰ ਬਣਿਆ ਹੋਇਆ। ਪਰ ਨਾਲੋਂ ਨਾਲ ਇਹ ਹੈ ਕਿ ਦੁਪਹਿਰ ਤੱਕ ਜਾਂਦਿਆਂ ਇਹਨੇ 12-13 ਡਿਗਰੀ ਤੇ ਚਲੇ ਜਾਣਾ, ਵਿੱਚ ਸੂਰਜ ਵੀ ਨਿਕਲਦਾ ਰਹਿਣਾ, ਵਿੱਚ ਬੱਦਲਬਾਈ ਵੀ ਰਹਿਣੀ ਹੈ। ਤਾਂ 12-13 ਡਿਗਰੀ ਤੱਕ ਕੈਲਗਰੀ ਦੇ ਵਿੱਚ ਵੈਦਰ ਨੇ ਅੱਜ ਜਾਣਾ ਗਾ। ਇਸੇ ਤਰ੍ਹਾਂ ਐਡਮਿੰਟਨ ਦੀ ਗੱਲਬਾਤ ਕਰੀਏ ਤਾਂ ਐਡਮਿੰਟਨ 'ਚ ਵੀ ਬੇਸ਼ੱਕ 1 ਡਿਗਰੀ ਹੈ, ਮਹਿਸੂਸ -2 ਡਿਗਰੀ ਹੋ ਰਿਹਾ ਜੀ, ਪਰ ਇਹਨੇ ਵੀ 9 ਡਿਗਰੀ ਤੱਕ ਦੁਪਹਿਰੇ ਤੱਕ ਚਲਿਆ ਜਾਣਾ ਹੈ। ਸੋ ਬੱਦਲਬਾਈ ਤੇ ਸੂਰਜ ਉਹ ਝਪਕੀਆਂ ਇੱਥੇ ਵੀ ਜਿਹੜੀਆਂ ਉਹ ਲਗਾਤਾਰ ਆਉਂਦੀਆਂ ਰਹਿਣੀਆਂ ਨੇ। ਜੇ ਵਿਨੀਪੈਗ ਦੀ ਗੱਲਬਾਤ ਕਰੀਏ ਤਾਂ 1 ਡਿਗਰੀ ਟੈਂਪਰੇਚਰ ਹੈ, ਮਹਿਸੂਸ -5 ਡਿਗਰੀ ਹੋ ਰਿਹਾ। ਪਰ ਇੱਥੇ ਅੱਜ ਇਹ ਹੈ ਕਿ ਬਰਫੀਲਾ ਮੀਂਹ ਪੈ ਸਕਦਾ ਗਾ। ਉਹਨੂੰ ਲੈ ਕੇ ਕੁਝ ਮੈਨੀਟੋਬਾ ਦੇ ਜਿਹੜੇ ਇਲਾਕੇ ਨੇ ਨਦੀ ਦੇ ਕੰਢੇ ਤੇ ਉੱਥੇ ਫਲੱਡਿੰਗ ਦੀ ਵਾਰਨਿੰਗ ਵੀ ਜਾਰੀ ਕੀਤੀ ਗਈ ਹੈ। ਪਰ ਬਾਕੀ ਥਾਵਾਂ ਤੇ ਸੰਭਾਵਨਾ ਹੈ ਕਿ ਬਰਫੀਲਾ ਮੀਂਹ ਪੈਣਾ ਗਾ, ਜਿਹਦੇ ਨਾਲ ਟੈਂਪਰੇਚਰ 'ਚ ਇੱਕ ਵਾਰ ਫਿਰ ਤੋਂ ਗਿਰਾਵਟ ਆਉਣੀ ਹੈ। ਤਾਂ ਕੁੱਲ ਮਿਲਾ ਕੇ ਮੀਂਹ ਕਣੀ ਵਾਲਾ ਮੌਸਮ ਪੂਰੇ ਕੈਨੇਡਾ 'ਚ ਹੀ ਬਣਿਆ ਹੋਇਆ। ਪਰ
ਜੋ ਰੱਬ ਨੂੰ ਮਨਜ਼ੂਰ ਹੈ ਕਹਿੰਦੇ ਹੁੰਦਾ ਤਾਂ ਉਹੀ ਹੈ, ਪਰ ਕਾਮਨਾ ਸਭ ਦੀ ਇਹੀ ਹੈ, ਅਰਦਾਸ ਸਭ ਦੀ ਇਹੀ ਹੈ ਕਿ ਮੌਸਮ ਜਿਹੜਾ ਹੈ ਉਹ ਇਸ ਵੀਕਐਂਡ ਦੇ ਉੱਪਰ ਸਾਫ਼ ਜ਼ਰੂਰ ਰਹੇ ਜੀ। ਜੀ ਬਿਲਕੁਲ, ਇਹੀ ਉਮੀਦ ਕਰ ਸਕਦੇ ਹਾਂ ਅਰਸ਼ ਅੱਗੇ ਮੌਸਮ ਦੇ ਨਾਲ ਹੁਣ ਜੇ ਗੱਲ ਕਰੀਏ ਤਾਂ ਬੁੱਧਵਾਰ ਦਾ ਦਿਨ ਹੈ ਤੇ ਬੁੱਧਵਾਰ ਦੇ ਦਿਨ ਦੇ ਵਿੱਚ ਨਾ ਕੁਝ ਹੜਤਾਲਾਂ ਦੀ ਜਿਹੜੀ ਕਾਲ ਹੈ ਉਹ ਸਾਹਮਣੇ ਆ ਰਹੀ ਸੀਗੀ। ਹਾਲ ਹੀ ਦੇ ਵਿੱਚ ਤਾਂ ਸਾਰੇ ਜਿਹੜੇ ਫੈਡਰਲ EMPLOYE ਹੈ ਇਹਨਾਂ ਦੀ ਹੜਤਾਲ ਕਾਫੀ ਵੱਡੇ ਲੈਵਲ ਦੀ ਮੰਨੀ ਜਾ ਰਹੀ ਸੀ ਔਰ ਕਿਤੇ ਨਾ ਕਿਤੇ ਟੈਨਸ਼ਨ ਵੀ ਲੱਗ ਰਹੀ ਸੀਗੀ ਆਮ ਲੋਕਾਂ ਨੂੰ ਵੀ ਸਾਡੇ ਕੰਮਕਾਰ ਜਿਹੜੇ ਉਹ ਰੁਕ ਜਾਣੇ ਆ। ਸੋ ਇਹ ਜਿਹੜੇ ਫੈਡਰਲ EMPLOYE ਹੈਗੇ ਨੇ ਇਹ ਤਾਂ ਚਲੇ ਗਏ ਨੇ ਹੜਤਾਲ ਤੇ। ਇਹਨਾਂ ਸਾਰਿਆਂ ਨੇ ਜਿਹੜੇ ਕਾਮੇ ਨੇ ਇਹਨਾਂ ਨੇ ਸਾਫ਼ ਤੌਰ ਦੇ ਉੱਤੇ ਪਹਿਲਾਂ ਅਲਟੀਮੇਟਮ ਦਿੱਤਾ ਸੀਗਾ ਸਰਕਾਰ ਦੇ ਨਾਲ। ਇਹਨਾਂ ਦਾ ਮਸਲਾ 2021 ਤੋਂ ਹੀ ਜਿਹੜਾ ਚੱਲ ਰਿਹਾ ਨੈਗੋਸੀਏਸ਼ਨ ਦੀ ਗੱਲ ਕੀਤੀ ਜਾ ਰਹੀ ਸੀਗੀ, ਅਜਿਹਾ ਕੁਛ ਹੈ ਨਹੀਂ ਕਿਉਂਕਿ ਇਹਨਾਂ ਦੇ ਜਿਹੜੇ ਆਵਰਸ ਨੇ ਜਾਂ ਫਿਰ ਇਹਨਾਂ ਦੀਆਂ ਜਿਹੜੀਆਂ ਵੇਜਿਸ ਨੇ ਇਹ ਕਾਫੀ ਵੱਡਾ ਮੁੱਦਾ ਇਹਨਾਂ ਲਈ ਬਣਿਆ ਹੋਇਆ ਸੀਗਾ ਕਿ ਉਹਨਾਂ ਵੇਜਿਸ ਦੇ ਵਿੱਚ ਇਜ਼ਾਫਾ ਕੀਤਾ ਜਾਏ। ਤੇ ਹੁਣ ਇਹ ਜਦੋਂ ਕਾਮੇ ਹੜਤਾਲ ਤੇ ਗਏ ਨੇ ਅਰਸ਼ ਤੱਕ ਘੱਟੋ ਘੱਟ ਮੰਨ ਲਓ 1,55,500 ਦੇ ਕਰੀਬ ਜਿਹੜੇ ਇਹ ਮੰਨੇ ਜਾ ਰਹੇ ਨੇ ਹੜਤਾਲ ਤੇ ਜਿਹੜੇ ਕਰਮਚਾਰੀ ਗਏ ਨੇ। ਸੋ ਇੰਨੇ ਵੱਡੀ ਪੱਧਰ ਦੀ ਜਿਹੜੀ ਹੜਤਾਲ ਮੰਨੀ ਜਾ ਰਹੀ ਹੈ ਜਿਹਦੇ ਨਾਲ ਹੁਣ ਸਰਕਾਰ ਦੇ ਗਲੇ ਦੀ ਹੱਡੀ ਵੀ ਇਹ ਹੜਤਾਲ ਬਣ ਗਈ ਹੈ ਕਿਉਂਕਿ ਹੁਣ ਜਦੋਂ ਇੰਨੇ ਸਾਰੇ ਕਾਮੇ ਔਰ ਕਈ ਲੋਕੇਸ਼ਨਾਂ ਦੇ ਉੱਤੇ ਇਹਨਾਂ ਨੇ ਹੜਤਾਲ ਆਪਣੀ ਕਰ ਦਿੱਤੀ ਹੈ। ਵੋਟ ਹੋਈ ਯੂਨੀਅਨ ਦੇ ਨੁਮਾਇੰਦੇ ਜਿਹੜੇ ਸੀਗੇ ਯੂਨੀਅਨ ਤੇ ਸਰਕਾਰ ਦੇ ਵਿਚਾਲੇ ਜਦੋਂ ਵੋਟ ਹੋਈ ਤਾਂ ਉਸ ਵੋਟ ਦੇ ਦੌਰਾਨ ਜਿਹੜਾ ਯੂਨੀਅਨ ਦਾ ਪਲੜਾ ਕਿਤੇ ਨਾ ਕਿਤੇ ਭਾਰੀ ਹੀ ਦਿਖਿਆ ਵੋਟ ਦੇ ਹੱਕ ਦੇ ਵਿੱਚ ਜਿਹੜੇ ਹੈ ਲੋਕ ਗਏ ਹੜਤਾਲ ਦੇ ਵਿੱਚ। ਹਾਲਾਂਕਿ ਅਸੈਂਸ਼ੀਅਲ ਜਿਹੜੇ ਕੰਮ ਨੇ ਜਿਹੜਾ ਦੀ ਕਿ ਇੱਕ ਕਾਊਂਟਿੰਗ ਇੱਕ ਗਿਣਤੀ ਹੁੰਦੀ ਹੈ ਪ੍ਰੋਪਰ ਜਿਨ੍ਹਾਂ ਨੇ ਕੰਮ ਕਰਨਾ ਉਹ ਤਕਰੀਬਨ ਕੁਝ ਗਿਣਤੀ ਦੇ ਵਿੱਚ ਹੈਗੇ ਨੇ ਉਹ ਕੰਮ ਕਰ ਆਪਣੇ ਕਰ ਹੀ ਰਹੇ ਨੇ, ਪਰ ਜਿਹੜੇ ਵੱਡੇ ਗਿਣਤੀ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਇਹਨਾਂ ਦਾ ਇਹ ਕਹਿਣਾ ਕਿ ਅਸੀਂ ਬਾਕੀ ਸਾਰੇ ਕਾਮਿਆਂ ਦੇ ਲਈ ਅੱਗੇ ਇਹ ਜ਼ਿੰਦਗੀ ਆਸਾਨ ਬਣਾ ਦਾਂਗੇ ਜੇ ਸਰਕਾਰ ਮੰਨ ਜਾਂਦੀ ਹੈ ਤੇ ਜੇ ਨਹੀਂ ਮੰਨਦੀ ਤਾਂ ਉਹ ਰੇੜਕਾ ਬਰਕਰਾਰ ਰਹੇਗਾ ਪਰ ਹੜਤਾਲ ਖਤਮ ਨਹੀਂ ਹੋਏਗੀ। ਜਿਹਦੇ 'ਚ CRA ਵੀ ਸ਼ਾਮਿਲ ਨੇ, ਕੈਨੇਡਾ ਰੈਵਨਿਊ ਏਜੰਸੀ ਦੇ ਮੈਂਬਰ ਜਿਹੜੇ ਨੇ ਉਹਨਾਂ ਦੀ ਵੀ ਕਾਲ ਦਿੱਤੀ ਗਈ ਸੀ ਕਿਉਂਕਿ ਹੁਣ ਇਹਨਾਂ ਦਿਨਾਂ ਦੇ ਵਿੱਚ ਟੈਕਸ ਦਾ ਮਸਲਾ ਹੈ ਔਰ 1 ਮਈ ਦਾ ਅਲਟੀਮੇਟਮ ਲਾਸਟ ਡੇਟ ਜਿਹੜੀ ਮੰਨੀ ਜਾ ਰਹੀ ਸੀ। ਹਾਲਾਂਕਿ ਇਹ ਗੱਲ ਜਦੋਂ ਪੁੱਛੀ ਗਈ ਸੀ ਕਿ ਸ਼ਾਇਦ ਤਾਰੀਖ 1 ਮਈ ਤੋਂ ਵਧਾ ਦਿੱਤੀ ਜਾਵੇ ਅੱਗੇ ਤਾਂ ਉਹ ਤਾਰੀਖ ਵਧਾਉਣ ਤੋਂ ਉਹਦੀ ਮਿਆਦ ਵਧਾਉਣ ਤੋਂ ਮਨਾ ਵੀ ਕਰ ਦਿੱਤਾ ਗਿਆ ਸੀ। ਹੁਣ ਅਜਿਹੇ ਦੇ ਵਿੱਚ ਜਿਨ੍ਹਾਂ ਨੇ ਟੈਕਸ ਭੁਗਤਾਨ ਕਰਨਾ ਹੈ ਟੈਨਸ਼ਨ ਉਹਨਾਂ ਦੇ ਉੱਤੇ ਵੀ ਉਨੀ ਹੈ, ਜਿਨ੍ਹਾਂ ਨੇ ਆਪਣੇ ਹੋਰ ਇਮੀਗ੍ਰੇਸ਼ਨ ਨੂੰ ਰਿਲੇਟਡ ਜਿਨ੍ਹਾਂ ਦੇ ਕੰਮ ਨੇ ਉਹਨਾਂ ਲਈ ਵੀ ਟੈਨਸ਼ਨ ਹੋਣੀ ਹੈ। ਸੋ ਕਈ ਅਦਾਰੇ ਦੇ ਵਿੱਚ ਅਰਸ਼ ਘਿਰਣਗੇ ਪਰ ਇਹ ਫੈਡਰਲ EMPLOYE ਦੀ ਜਿਹੜੀ ਹੜਤਾਲ ਹੈ ਅੱਜ ਦੇ ਦਿਨ ਦੀ ਇਹਦਾ ਕੋਈ ਅੱਗੇ ਸਿਰਾ ਨਜ਼ਰ ਨਹੀਂ ਆ ਰਿਹਾ ਵੀ ਇਹ ਕਿੱਥੇ ਜਾ ਕੇ ਖਤਮ ਹੋਗੀ। ਵੇਜਿਸ ਦੀ ਗੱਲ ਦੇ ਵਿੱਚ ਇਹ ਅਰਸ਼ ਮੈਂ ਥੋੜਾ ਜਿਹਾ ਦੱਸ ਦਿੰਦੀ ਹਾਂ ਜੀ ਘੱਟੋ ਘੱਟ 9% ਦਾ ਜਿਹੜਾ ਵਾਧਾ ਉਹ ਕਰਨ ਦੀ ਗੱਲ ਕਹੀ ਗਈ ਸੀਗੀ। 13-14 ਦੇ ਉੱਤੇ ਇਹਨਾਂ ਦੀ ਅੜੀ ਬਰਕਰਾਰ ਹੈ। ਹਾਲਾਂਕਿ ਕੁਝ EMPLOYE ਪੈਰ ਪਿੱਛੇ ਖਿੱਚ ਗਏ ਨੇ, ਉਹਨਾਂ ਦਾ ਇਹ ਕਹਿਣਾ ਵੀ ਚਲੋ 13 ਦੀ ਥਾਂ 9 ਵੀ ਜੇ ਸਰਕਾਰ ਮੰਨਣ ਲਈ ਤਿਆਰ ਹੈ ਤਾਂ ਕਮ ਸੇ ਕਮ ਇੰਨੇ ਤੇ ਕੰਮ ਸ਼ੁਰੂ ਕਰੋ। ਪਰ ਉਹਦੇ ਵਿੱਚ ਰਿਮੋਟ ਵਾਲੇ ਜਿਹੜੇ ਰਿਮੋਟ ਤੇ ਕੰਮ ਕਰਦੇ ਨੇ ਅਧਿਕਾਰੀ ਜਾਂ ਕਾਮੇ ਕਹਿ ਲਓ ਉਹ ਵੀ ਬੜੇ ਜ਼ਿਆਦਾ ਪਿਸ ਰਹੇ ਨੇ, ਉਹਨਾਂ ਦੀਆਂ ਆਪਣੀਆਂ ਵੱਖਰੀਆਂ ਮੰਗਾਂ ਸ਼ੁਰੂ ਹੋ ਰਹੀਆਂ ਨੇ ਕਿਉਂਕਿ ਉਹ ਟੈਨਸ਼ਨ 'ਚ ਆ ਰਹੇ ਨੇ। ਸੋ ਅੱਜ ਦੀ ਵੱਡੀ ਖਬਰ ਜਿਹੜੀ ਇਹੀ ਮੰਨੀ ਜਾ ਰਹੀ ਹੈ ਕਿ ਫੈਡਰਲ ਕਾਮੇ ਜਿਹੜੇ ਨੇ ਫੈਡਰਲ ਪਬਲਿਕ ਜਿਹੜੇ ਸਰਵੈਂਟਸ ਨੇ ਉਹ ਸਾਰੇ ਹੜਤਾਲ ਤੇ ਨੇ ਤੇ ਉਹਦੇ ਨਾਲ ਕਈ ਅਦਾਰਿਆਂ ਦੇ ਉੱਤੇ ਜਿਹੜਾ ਇਸ ਚੀਜ਼ ਦਾ ਪ੍ਰਭਾਵ ਪੈ ਸਕਦਾ ਹੈ। ਵਾਕਈ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਕਿ ਜਦੋਂ ਤੋਂ ਫੈਡਰਲ ਸਰਕਾਰ ਨੇ ਆਪਣੇ EMPLOYEES ਨੂੰ ਇਹ ਗੱਲਬਾਤ ਕਹੀ ਸੀ ਕਿ ਵਰਕ ਫਰੋਮ ਹੋਮ ਬਹੁਤ ਹੋ ਗਿਆ, ਰਿਮੋਟ ਨਾਲ ਕੰਮ ਕਰਨਾ ਬਹੁਤ ਹੋ ਗਿਆ ਕਿ ਹੁਣ ਤੁਸੀਂ ਆਫਿਸਿਸ ਦੇ ਵਿੱਚ ਪਰਤਣਾ ਸ਼ੁਰੂ ਕਰੋ ਕਿ ਹੁਣ ਕੰਮਕਾਜ ਦਫ਼ਤਰਾਂ ਦੇ ਵਿੱਚ ਬੈਠ ਕੇ ਹੁਣ ਹਾਲਾਤ ਠੀਕ ਹੋ ਗਿਆ, ਕੋਵਿਡ ਲੰਘ ਗਿਆ ਤਾਂ ਜਦੋਂ ਉਹ ਗੱਲਬਾਤ ਆਈ ਸੀ ਤਾਂ ਉਦੋਂ ਵੀ ਯੂਨੀਅਨਸ ਨੇ ਗੱਲ ਕਹੀ ਸੀ ਕਿ ਤੁਸੀਂ ਜਿਹੜੀਆਂ ਸਪੇਸ ਸੀਗੀਆਂ ਉੱਥੇ ਕੰਮ ਕਰਨ ਦੇ ਲਈ ਉਹ ਸਪੇਸ ਹੀ ਹੁਣ ਬਰਕਰਾਰ ਨਹੀਂ ਹੈਗੀਆਂ ਉਸ ਢੰਗ ਦੇ ਨਾਲ ਤੇ ਸੁਰੱਖਿਅਤ ਤਰੀਕੇ ਨਾਲ ਉੱਥੇ ਕੰਮ ਹੋ ਹੀ ਨਹੀਂ ਸਕਦਾ। ਤੇ ਇਸ ਕਰਕੇ ਬਹੁਤ ਸਾਰੀ ਡਿਮਾਂਡ ਯੂਨੀਅਨਸ ਵੱਲੋਂ ਇਹ ਵੀ ਕੀਤੀ ਜਾ ਰਹੀ ਸੀ ਕਿ ਜਿਵੇਂ ਚੱਲਦਾ ਇਦਾਂ ਹੀ ਚੱਲਣ ਦਿਓ ਤੇ ਤੁਸੀਂ EMPLOYEES ਨੂੰ ਆਪਸ਼ਨ ਦਿਓ ਕਿ ਉਹ ਘਰ ਤੋਂ ਕੰਮ ਕਰਨਾ ਚਾਹੁੰਦੇ ਨੇ ਜਾਂ ਫਿਰ ਉਹ ਦਫ਼ਤਰ ਤੋਂ ਕੰਮ ਕਰਨਾ ਚਾਹੁੰਦੇ ਨੇ। ਤਾਂ ਇਸ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਉਸ ਸਮੇਂ ਚੱਲੀਆਂ, ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਕਾਰਾਂ ਹੀ ਸੇਲ ਕਰਤੀਆਂ ਸੀਗੀਆਂ ਆਪਣੀਆਂ ਕਿ ਹੁਣ ਪਬਲਿਕ ਟਰਾਂਸਪੋਰਟ ਤੇ ਅਸੀਂ ਕਿਵੇਂ ਜਾਇਆ ਕਰਾਂਗੇ ਤੇ ਅਸੀਂ ਤਾਂ ਘਰ ਤੋਂ ਕੰਮਕਾਜ ਜਿਹੜਾ ਉਹ ਵਧੀਆ ਕਰਦੇ ਸੀ। ਪਰ ਹੁਣ ਜਿਹੜਾ ਪਿਛਲੇ ਦਿਨਾਂ ਤੋਂ ਰੌਲਾ ਪਿਆ ਹੋਇਆ ਜਾਂ ਇਹ ਕਹਿ ਲਓ ਕਿ ਪਿਛਲੇ 3 ਸਾਲ ਤੋਂ ਹੀ ਗੱਲਬਾਤ ਚੱਲ ਰਹੀ ਹੈ, ਜਨਵਰੀ ਤੋਂ ਯੂਨੀਅਨਸ ਦੀ ਗੱਲਬਾਤ ਫੈਡਰਲ ਗਵਰਨਮੈਂਟ ਨਾਲ ਚੱਲ ਰਹੀ ਹੈ ਜਿਹਦੇ 'ਚ ਉਹਨਾਂ ਨੇ ਆਪਣਾ ਪਹਿਲਾ ਮਸਲਾ ਜਿਹੜਾ ਹੈ ਉਹ ਤਨਖਾਹ ਵਾਧੇ ਨੂੰ ਦੱਸਿਆ। ਬੇਸ਼ੱਕ ਉਹਨਾਂ ਨੇ ਬਾਕੀ ਮਸਲਿਆਂ ਤੇ ਗੱਲਬਾਤ ਵੀ ਕੀਤੀ ਹੈ ਪਰ ਕੀ ਮੀਟਿੰਗ ਉਹਨਾਂ ਦੀ ਜਿਹੜੀ ਟ੍ਰੈਜਰੀ ਬੋਰਡ ਦੇ ਨਾਲ ਹੋਈ ਹੈ ਤਾਂ ਉਸ ਮੀਟਿੰਗ 'ਚ ਸਰਕਾਰ ਦਾ ਪੱਖ ਵੀ ਹੈ। ਸਰਕਾਰ ਨੇ ਕਿਹਾ ਕਿ ਅਸੀਂ ਜਿੰਨਾ ਬੈਸਟ ਕਰ ਸਕਦੇ ਸੀ ਅਸੀਂ ਉਹਨਾਂ ਨੂੰ ਕਰਨ ਦੀ ਗੱਲਬਾਤ ਕਹੀ ਹੈ ਪਰ ਯੂਨੀਅਨਸ ਨੇ ਅੜੀ ਜਿਹੜੀ ਉਹ ਕੀਤੀ ਹੈ। ਪਰ ਦੂਜੇ ਪਾਸੇ ਯੂਨੀਅਨਸ ਇਹ ਗੱਲਬਾਤ ਕਹਿ ਰਹੀਆਂ ਕਿ ਸਾਡੇ ਜਿਹੜੇ ਜ਼ਿਆਦਾਤਰ ਮੁਲਾਜ਼ਮ ਨੇ ਉਹ $40,000 ਤੋਂ $65,000 ਕਮਾਉਂਦੇ ਨੇ ਤਾਂ ਜਦੋਂ $40,000 ਤੋਂ $65,000 ਕਮਾਉਂਦੇ ਨੇ ਮਹਿੰਗਾਈ ਇੰਨੀ ਵੱਧ ਚੁੱਕੀ ਹੈ, ਖਰਚੇ ਲਗਾਤਾਰ ਵੱਧ ਰਹੇ ਨੇ, ਉੱਪਰੋਂ ਉਹਨਾਂ ਨੇ ਹੁਣ ਦਫ਼ਤਰਾਂ 'ਚ ਆ ਕੇ ਕੰਮਕਾਜ ਵੀ ਕਰਨਾ ਹੈ ਤਾਂ ਫਿਰ ਉਹ ਕਿਵੇਂ ਮੈਚ ਜਿਹੜਾ ਹੈ ਉਹ ਕਰ ਸਕਣਗੇ, ਆਪਣੀ ਆਰਥਿਕਤਾ ਕਿਸ ਢੰਗ ਦੇ ਨਾਲ ਠੀਕ ਰੱਖਣਗੇ। ਤਾਂ ਬੇਸ਼ੱਕ ਗੱਲ 12-13% ਤੋਂ ਚੱਲੀ ਸੀ
ਫਿਰ 9% ਤੇ ਆਈ, ਤਾਂ ਹੁਣ ਕੁਝ ਕਿ ਜਿਹੜੇ ਉਹ 4.5% ਦੀ ਚਰਚਾ ਵੀ ਚੱਲ ਰਹੀ ਹੈ। ਹਾਂਜੀ ਪਰ ਸਰਕਾਰ 4.5% ਵੀ ਪਿਛਲੇ 3 ਸਾਲਾਂ ਦਾ ਨਾਲ ਲਾ ਕੇ ਜੀ ਦੇਣ ਨੂੰ ਤਿਆਰ ਨਹੀਂ ਜਾਪ ਰਹੀ। ਤਾਂ ਜਦੋਂ ਇਹ ਸਾਰਾ ਕੁਝ ਹੋਇਆ ਤਾਂ ਇਹ ਪੀਕ ਟਾਈਮ ਸੀ ਇਸ ਸਮੇਂ, ਕਿਉਂਕਿ ਜਿਨ੍ਹਾਂ ਦੀਆਂ ਇਮੀਗ੍ਰੇਸ਼ਨ ਫਾਈਲਾਂ ਲੱਗੀਆਂ ਹੋਈਆਂ ਨੇ ਤਾਂ ਉਹ ਵੀ ਇਹ ਗੱਲਬਾਤ ਕਹਿ ਰਹੇ ਕਿ ਭਾਈ ਮੁਲਾਜ਼ਮ ਹੜਤਾਲ ਤੇ ਚਲੇ ਗਏ। ਬਿਲਕੁਲ ਹਾਂ, ਬੇਸ਼ੱਕ ਕੋਈ ਸਪਾਊਸ ਕੇਸ ਵਾਲਾ, ਵਰਕ ਪਰਮਿਟ ਵਾਲਾ ਜਾਂ ਕੋਈ ਵੀ, ਉਹ ਕਹਿੰਦੇ ਮੁਲਾਜ਼ਮ ਹੜਤਾਲ ਤੇ ਚਲੇ ਗਏ ਕਿਉਂਕਿ ਪਹਿਲਾਂ ਹੀ ਬੈਕਲੌਗ ਸੀ, ਬਸਾਂ ਤਾਂ ਬੈਕਲੌਗ ਖੁੱਲਿਆ ਸੀਗਾ ਜੀ। ਤਾਂ ਹੁਣ ਉਹ ਵੀਜ਼ੇ ਜਿਹੜੇ ਉਹ ਡਿਲੇ ਹੋਣੇ ਨੇ। ਇਸ ਤੋਂ ਇਲਾਵਾ ਟੈਕਸ ਫਾਈਲ ਕਰਨ ਦਾ ਸਮਾਂਗਾ, ਤਾਂ ਜਦੋਂ ਹੁਣ ਜਿਹੜੇ ਕੈਨੇਡਾ ਰੈਵਨਿਊ ਏਜੰਸੀ ਦੇ ਮੁਲਾਜ਼ਮ ਵੀ ਹੜਤਾਲ ਤੇ ਜਾਣਗੇ ਤਾਂ ਉਹਦੇ ਚ ਕੀ ਹੈ ਕਿ ਉਹ ਟੈਕਸ ਵੀ ਪ੍ਰਭਾਵਿਤ ਲੋਕਾਂ ਦਾ ਹੋਣਾਗਾ ਜਿਹੜਾ ਭਰਨਾਗਾ। ਪਰ ਸਰਕਾਰ ਹਲੇ ਐਕਸਟੈਂਡ ਕਰਨ ਨੂੰ ਤਿਆਰ ਨਹੀਂ ਹੈਗੀ। ਬੇਸ਼ੱਕ ਅੱਜ 12:30 ਵਜੇ ਤੱਕ ਆਪਣੇ ਦਫ਼ਤਰਾਂ ਦੇ ਬਾਹਰ ਸਾਰੇ ਕਿਤੇ ਜਿਹੜਾ ਹੈ ਉਹ ਫੈਡਰਲ EMPLOYEES ਜਿਹੜੇ ਨੇ 450 ਲੋਕੇਸ਼ਨਾਂ ਨੇ ਸ਼ਾਇਦ ਉਹਨਾਂ ਦੇ ਆਫਿਸਿਸ ਦੀਆਂ, ਤਾਂ ਉੱਥੇ ਉਹਨਾਂ ਨੇ ਹੜਤਾਲ ਕਰਨੀ ਹੈ 12:30 ਵਜੇ ਤੱਕ। ਬਾਅਦ ਦੇ ਵਿੱਚ ਇਹ ਹੜਤਾਲ ਜਿਹੜੀ ਉਹ ਲਗਾਤਾਰ ਜਾਰੀ ਰਹਿਣੀ ਹੈ ਤੇ ਸਰਕਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਵੀ ਵਿੰਡੋ ਉਹਨਾਂ ਨੇ ਖੁੱਲੀ ਰੱਖੀ ਹੈ, ਕਿਉਂਕਿ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਜਿਹੜਾ ਹੈ ਉਹਦੇ 1,22,000 EMPLOYEES ਨੇ। ਉਸ ਤੋਂ ਇਲਾਵਾ ਜਿਹੜੀ ਯੂਨੀਅਨ ਆਫ ਟੈਕਸੇਸ਼ਨ EMPLOYEES ਹੈਗੀ ਜਿਹੜੀ ਕਿ ਰੈਵਨਿਊ ਦੇ ਨਾਲ ਸੰਬੰਧਿਤ ਮਹਿਕਮੇ ਆਂਦੀ ਹੈ, ਤਾਂ ਉਹਦੇ ਬਾਕੀ ਮੁਲਾਜ਼ਮ ਨੇ ਤਾਂ 1,55,000 ਬਣਦੇ ਨੇ। ਤਾਂ ਇਹਨਾਂ ਨੇ ਹੜਤਾਲ ਤੇ ਜਾਣ ਦਾ ਐਲਾਨ ਹੁਣ ਕਰ ਦਿੱਤਾ ਹੈ। ਤਾਂ ਉਹ ਸਰਕਾਰ ਤੇ ਡਿਪੈਂਡ ਕਰਦਾ ਹੈ ਕਿ ਕਿੰਨੀ ਜਲਦੀ ਇਹ ਹੜਤਾਲ ਖਤਮ ਕਰਵਾਈ ਜਾਂਦੀ ਹੈ ਤੇ ਗੱਲਬਾਤ ਜਿਹੜੀ ਉਹ ਨੇਪਰੇ ਚੜਾਈ ਜਾਂਦੀ ਹੈ। ਪਰ ਲੋਕਾਂ ਨੂੰ ਪਰੇਸ਼ਾਨੀ ਇਹਦੇ ਨਾਲ ਜ਼ਰੂਰ ਹੋਣੀ ਹੈ, ਪਰ ਪਬਲਿਕ ਇਹ ਚੀਜ਼ ਚਾਹੁੰਦੀ ਹੈ ਕਿ ਸੈਲਰੀਜ਼ ਵੀ ਠੀਕ ਮਿਲਣ, ਪਰ ਨਾਲੋਂ ਨਾਲ ਕੰਮਕਾਜ ਦਫ਼ਤਰਾਂ 'ਚ ਹੋਵੇ ਤਾਂ ਕਿ ਤੇਜ਼ੀ 'ਚ ਹੋਵੇ। ਜਿਹੜੀਆਂ ਲੇਅਰਸ ਨੇ ਬਣੀਆਂ ਹੋਈਆਂ ਤਾਂ ਉਹ ਲੇਅਰਸ ਨੂੰ ਜਿਹੜਾ ਉਹ ਖਤਮ ਕਰਕੇ ਤੇਜ਼ੀ ਸਾਰੇ ਕੰਮਾਂ ਦੇ ਵਿੱਚ ਲਿਆਂਦੀ ਜਾਵੇ। 20 ਮਹਿਕਮੇ ਫੈਡਰਲ ਸਰਕਾਰ ਦੇ ਇਸ ਹੜਤਾਲ ਨਾਲ ਪ੍ਰਭਾਵਿਤ ਹੋਣੇ ਆ ਜੀ ਲਗਭਗ। ਜੀ ਹਾਲਾਂਕਿ ਅਸੈਂਸ਼ੀਅਲ ਜਿਹੜੇ ਕੰਮ ਅਰਸ਼ ਰੱਖੇ ਜ਼ਰੂਰ ਗਏ ਨੇ, ਪਰ ਉਹ ਜਿੰਨੇ ਲੋਕਾਂ ਦੇ ਪੈਂਡਿੰਗ ਮਸਲੇ ਪਏ ਹੋਏ ਨੇ ਇਹ ਉਹਨੇ ਇੱਕ ਅਸੈਂਸ਼ੀਅਲ ਵਰਕਰ ਨਿਬੇੜ ਨਹੀਂ ਸਕਦੇ। ਅਸੈਂਸ਼ੀਅਲ ਵਰਕਰ ਮੀਨਸ ਕਿ ਫਿਰ ਉਹੀ ਦਿੱਕਤ ਆ ਜਾਣਾ ਕਿ ਬੈਕਲੌਗ ਪਿਆ ਰਹੂਗਾ, ਕਿਉਂਕਿ ਜਿੰਨੇ ਕੰਮ ਹੋਣਗੇ ਉਹ ਕੰਮ ਵੀ ਉਹਨਾਂ ਕੀ ਕਰ ਪਾਉਣਗੇ, ਉਹਨੇ ਹੀ ਕਸਟਮਰਸ ਜਿਹੜੇ ਨੇ ਅਟੈਂਡ ਕਰ ਪਾਉਣਗੇ। ਸੋ ਇੱਕ ਵੱਡੀ ਸਮੱਸਿਆ ਮੰਨੀ ਜਾ ਰਹੀ ਹੈ। ਦੂਜਾ ਇਹਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਵੀ ਕਿਤੇ ਨਾ ਕਿਤੇ ਹੁਣ ਜਦੋਂ ਪੀਕ ਸਮਾਂ ਸੀ, ਹੁਣ ਜਦੋਂ ਇਨਫਲੇਸ਼ਨ ਦੀ ਗੱਲ ਆ ਜਾਂਦੀ ਹੈ ਤਾਂ ਵੱਡੇ ਪੱਧਰ ਦੇ ਉੱਤੇ ਜਦੋਂ ਮਹਿੰਗਾਈ ਦੀ ਮਾਰ ਸਾਰਿਆਂ ਉੱਤੇ ਪਈ ਹੋਈ ਹੈ। ਸੋ ਜਿਹੜੇ ਫੈਡਰਲ ਕਾਮੇ ਨੇ ਉਹਨਾਂ ਦਾ ਇਹ ਕਹਿਣਾ ਵੀ ਜਦੋਂ ਗਰੋਸਰੀ ਇੰਨੀ ਮਹਿੰਗੀ ਹੈ, ਹਰ ਚੀਜ਼ ਮਹਿੰਗੀ ਹੈ, ਉਹਨਾਂ ਚੀਜ਼ਾਂ ਦੇ ਵਿੱਚ ਮਹਿੰਗਾਈ ਦੇ ਵਿੱਚ ਸਾਡੀਆਂ ਵੇਜਸ ਦੇ ਵਿੱਚ ਇਜ਼ਾਫਾ ਹੋਣਾ, ਉਹਨਾਂ ਦਾ ਵਧਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡੇ ਖਰਚੇ ਪੂਰੇ ਨਹੀਂ ਹੋ ਪਾ ਰਹੇ। ਸੋ ਉਹਨਾਂ ਦਾ ਇਹ ਮੰਨਣਾ ਹੈ ਕਿ ਕਾਫੀ ਦੇਰ ਤੋਂ ਅਸੀਂ ਇਹ ਮੰਗ ਕਰ ਰਹੇ ਸੀਗੇ ਤੇ ਸਰਕਾਰ ਨੂੰ ਚਾਹੀਦਾ ਸੀ ਇੱਕ ਟੇਬਲ ਟਾਕ ਸਾਡੇ ਨਾਲ ਕਰਨੀ, ਐਟਲੀਸਟ ਇੱਕ ਟੇਬਲ ਦੇ ਉੱਤੇ ਬੈਠਣ, ਸਾਡੇ ਨਾਲ ਨੈਗੋਸੀਏਸ਼ਨ ਕਰਨ। ਨੈਗੋਸੀਏਸ਼ਨ ਦਾ ਸਿਲਸਿਲਾ ਚੱਲਦਾ ਤਾਂ ਰਿਹਾ ਵਿੱਚੋਂ ਪਰ ਉਹ ਚੱਲਦਾ ਟੁੱਟਦਾ ਵੀ ਗਿਆ। ਇਸੇ ਲਈ ਇਹ ਹੜਤਾਲ ਤੱਕ ਗੱਲ ਜਿਹੜੀ ਹੈ ਪਹੁੰਚੀ, ਇਸੇ ਲਈ ਇਹ ਵੋਟ ਹੜਤਾਲ ਦੇ ਲਈ ਪਈ। ਸੋ ਅਜਿਹੇ ਮਾਹੌਲ ਦੇ ਵਿੱਚ ਹੁਣ ਅਰਸ਼ ਕਿਤੇ ਨਾ ਕਿਤੇ ਹੈ ਵੀ ਫੈਡਰਲ ਕਾਮੇ ਉਹਨਾਂ ਦੀਆਂ ਆਪਦੀਆਂ ਜ਼ਰੂਰਤਾਂ, ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਨੇ। ਉਹਨਾਂ ਦਾ ਕਹਿਣਾ ਕਿ ਜੇ ਅਸੀਂ ਕੰਮ ਇੰਨਾ ਕਰ ਸਕਦੇ ਹਾਂ ਤਾਂ ਉਹ ਮੁਸ਼ਕਿਲ ਸਾਡੀ ਸਰਕਾਰ ਨੂੰ ਸੁਣਨੀ ਚਾਹੀਦੀ ਹੈ। ਹੁਣ ਦੂਜੇ ਪਾਸੇ ਜਦੋਂ ਸਰਕਾਰੀ ਬਜਟ ਪੇਸ਼ ਹੋਇਆ ਸੀ ਅਰਸ਼, ਉਸ ਟਾਈਮ ਦੇ ਉੱਤੇ ਵੀ ਉਹਨਾਂ ਨੂੰ ਲੱਗਦਾ ਸੀ ਵੀ ਇਸ ਬਜਟ ਤੋਂ ਬਾਅਦ ਵੀ ਸਰਕਾਰ ਸਾਡੀ ਕੋਈ ਸੁਣਵਾਈ ਜ਼ਰੂਰ ਕਰੇਗੀ, ਕਿਉਂਕਿ ਇੱਕ ਟੇਬਲ ਟੋਕ ਸਰਕਾਰ ਨੇ ਕਿਤੇ ਨਾ ਕਿਤੇ ਗਈ ਸੀ ਵੀ ਅਸੀਂ ਬਜਟ ਤੋਂ ਬਾਅਦ ਵੀ ਤੁਹਾਡੇ ਨਾਲ ਬੈਠਾਂਗੇ। ਉਦੋਂ ਬੈਠੇ, ਫਿਰ ਗੱਲ ਇਹਨਾਂ ਦੀ ਰਫਾ ਦਫਾ ਹੋ ਗਈ, ਫਿਰ ਕਿਸੇ ਤਨ ਪਤਾ ਨਹੀਂ ਲੱਗੀ। ਹੁਣ ਜਦੋਂ ਮਸਲਾ ਆ ਗਿਆ ਵੀ ਜਦੋਂ ਦੌਰ ਇੰਨਾ ਜ਼ਿਆਦਾ ਅੱਗੇ ਮਹਿੰਗਾਈ ਦਾ ਵਾਧਾ ਜਾ ਰਿਹਾ, ਹੁਣ ਉਹਨਾਂ ਨੇ ਜਾ ਕੇ ਹੜਤਾਲ ਦਾ ਜਿਹੜਾ ਉਹ ਕਾਲ ਪੂਰੀ ਕਰ ਦਿੱਤੀ ਹੈ। ਅਜਿਹੇ ਦੇ ਵਿੱਚ ਕਈ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹ ਇੱਕ ਹੁੰਦਾ ਨਾ ਕਿ ਬਹਿਤੀ ਗੰਗਾ ਮੇਂ ਹੱਥ ਧੋ ਲੋ। ਹੁਣ ਉਹ ਜਗਮੀਤ ਸਿੰਘ ਹੋਰੀ ਇਸੇ ਤਰੀਕੇ ਨਾਲ ਯੂਟਰਨ ਲੈ ਕੇ ਇਸ ਮਸਲੇ ਦੇ ਵਿੱਚ ਪੈ ਗਏ ਨੇ। ਜਗਮੀਤ ਸਿੰਘ ਕਿਤੇ ਨਾ ਕਿਤੇ ਇਹਨਾਂ ਕਾਮਿਆਂ ਦੇ ਵਿੱਚ ਗਏ ਵੀ, ਮਿਲੇ ਵੀ ਹੈ, ਤੇ ਉਹਨਾਂ ਨੇ ਇੱਕ ਕਾਲ ਵੀ ਦੇ ਦਿੱਤੀ ਕਿ ਹਾਂ ਵੀ ਸਰਕਾਰ ਨੂੰ ਇਸ ਸੁਣਵਾਈ ਤਾਂ ਕਰਨੀ ਚਾਹੀਦੀ। ਇਹ ਤਾਂ ਸਾਡੀ ਵੀ ਜੇ ਸਰਕਾਰ ਆਣੀ, ਅਸੀਂ ਇਹ ਪਹਿਲਾਂ ਵਾਅਦਾ ਕੀਤਾ ਸੀ ਵੀ ਅਸੀਂ ਕਿਤੇ ਨਾ ਕਿਤੇ ਇਸ ਹੱਕ 'ਚ ਹੋਵਾਂਗੇ। ਪਰ ਉਹ ਨਾ ਥੋੜਾ ਡਬਲ ਜੀ ਗੱਲ ਕਰ ਰਹੇ, ਘੁਮਾ ਫਿਰਾ ਕੇ, ਕਲੀਅਰ ਉਹ ਵੀ ਨਹੀਂ ਬੋਲਦੇ ਪਏ। ਅਸੀਂ ਕੰਟੀਨਿਊ ਗੱਲ ਕਰਦੇ ਹਾਂ, ਅੱਗੇ ਕਾਲਰ ਦੀ ਕਾਲ ਨਾਲ ਅਟੈਂਡ ਕਰਦੇ ਹਾਂ। ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸ਼ਰੀ ਜੀ, ਤੁਹਾਨੂੰ ਤੇ ਅਰਸ਼ਦੀਪ ਜੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਇੱਕ ਬੜਾ ਵਿਸ਼ਾ ਸਟਾਰਟਿੰਗ ਦੇ ਵਿੱਚ ਟੱਚ ਕੀਤਾ ਸੀਗਾ, ਜਿਹੜਾ ਡੈਥ ਹੋਈ ਹੈ, ਮੇਰਾ ਖਿਆਲ BC ਮੈਨੂੰ ਲੱਗਦਾ ਟੌਪ ਹੀ ਜਾ ਰਿਹਾ ਕੈਨੇਡਾ ਦੇ ਵਿੱਚ। ਬਿਲਕੁਲ ਇਹ ਮਾਮਲਾ ਜਿਹੜਾ ਇਹਦੇ 'ਚ ਮੈਂ ਥੋੜਾ ਜਿਹਾ ਬੋਲਣਾ ਮੰਗਦਾ ਕਿ ਇਸ ਜਿਹੜੇ ਓਵਰ ਡਰੱਗਸ, ਇੱਕ ਤਾਂ ਦੋ ਤਰ੍ਹਾਂ ਦਾ, ਇੱਕ ਤਾਂ ਡਰੱਗਸ ਜਿਹੜਾ ਸਟਰੀਟਾਂ ਤੇ ਬੈਠ ਕੇ ਜਿਹੜਾ ਪਬਲਿਕ ਆਮ ਵੇਚੀ ਜਾਂਦੀ, ਜਿਹਦੇ ਵਿੱਚ ਜਿਹੜੀ ਡੋਜ਼ ਅਫੈਕਟਡ ਮੈਡੀਕਲੀ, ਉਹਦੇ ਵਿੱਚ ਕੋਈ ਡੋਜ਼ ਦੇ ਵਿੱਚ ਪਰਸੈਂਟ ਨਹੀਂ ਹੁੰਦੀ ਵੀ ਇਹ ਕਿੱਥੋਂ ਤੱਕ ਜਾਂਦੀ ਹੈ, ਕਿਉਂਕਿ ਉਹ ਤਾਂ ਰਾ ਮਟੀਰੀਅਲ ਹੁੰਦਾ। ਜਿਹੜਾ ਉਹ ਰਾ ਮਟੀਰੀਅਲ ਹੈ ਉਹਦੇ ਨਾਲ ਦੇਖਣਾ ਪਊਗੀ 600 ਦੇ ਵਿੱਚੋਂ ਕਈ ਡੈਥ ਜਿਹੜੀਆਂ ਉਹ ਜਿਹੜੇ ਲੀਗਲੀ ਸੈਂਟਰ, ਮੈਂ ਨਾਂ ਨਹੀਂ ਲਊਂਗਾ, ਜਿਹੜੇ ਲੀਗਲੀ ਸੈਂਟਰ ਗੌਰਮੈਂਟ ਵੱਲੋਂ ਚਲਾਏ ਹੋਏ ਆ, ਉਹਨਾਂ ਦੇ ਉੱਤੇ ਵੀ ਅਬਿਊਜ਼ ਹੋ ਰਿਹਾ। ਕਿਉਂਕਿ ਜਦੋਂ ਬੰਦੇ ਜੇਲ੍ਹਾਂ ਦੇ ਵਿੱਚੋਂ ਜਿਹੜੇ ਡਰੱਗਸ
ਦੇ ਵਿੱਚ ਅਨਕੋਲ ਹੋਏ ਹੁੰਦੇ ਆ, ਉਹ ਜਦੋਂ ਫਿਰ ਰਿਕਵਰੀ ਹਾਊਸਾਂ ਤੋਂ ਬਾਹਰ ਆਉਂਦੇ ਆ ਜੀ ਤੇ ਉਹ ਚੀਜ਼ ਤੋਂ ਬਿਨਾਂ ਫਿਰ ਉਹ ਉੱਥੇ ਜਾਂਦੇ ਆ ਉਹ ਕਲੀਨਿਕਾਂ ਦੇ ਵਿੱਚ, ਤੇ ਉਹ ਕਲੀਨਿਕਾਂ ਦੇ ਵਿੱਚ ਵੀ ਮੈਂ ਕਹਿਣਾ ਨਹੀਂ ਮੰਗਦਾ, ਉੱਥੇ ਵੀ ਬੜਾ ਦੇ ਨਾਲ ਵੀ ਰਿਲੇਟਡ ਆ ਕੁਝ ਡੈਥ ਜਿਹੜੀ ਕਿ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਜੀ ਬਿਲਕੁਲ ਰਹੀ। ਤੁਸੀਂ ਟੱਚ ਕੀਤਾ ਸੀ ਮੈਰਾਵਨ ਬਾਰੇ ਵੀ, ਉਹ ਜਿਹੜਾ ਡਿਲੀਵਰ ਹੋਊਗਾ ਹੁਣ ਜੀ ਥਾਵਾਂ ਦੇ ਉੱਤੇ। ਹਾਂਜੀ ਮੈਂ ਇਹ ਕੁਐਸਚਨ ਗਵਰਨਮੈਂਟ ਨੂੰ ਵੀ ਰੇਜ਼ ਕਰਨਾ ਵਾਲਾ, ਕਿਉਂਕਿ ਤੁਹਾਡਾ ਪ੍ਰੋਗਰਾਮ ਰਿਕਾਰਡ ਹੁੰਦਾ ਜੀ ਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਪਾਸ ਕਰਦੇ ਆ, ਜਿੱਦਾਂ ਈਵਨ ਮੈਰਾਵਨ ਹੁਣ ਪਾਸ ਹੋਇਆ ਹੋਇਆ ਉੱਥੇ ਜਦੋਂ ਪਾਸ ਹੋਇਆ, ਉਹ ਸਿਰਫ ਜਿਹੜੇ ਲੋਕ ਬਿਜ਼ਨਸਮੈਨ ਆ ਉਹਨਾਂ ਦੇ ਪੁਆਇੰਟ ਆਫ ਵਿਊ ਨੂੰ ਲੈ ਕੇ ਤੇ ਉਹਨਾਂ ਨੇ ਗਾਹ ਸਟੱਡੀਆਂ ਕਰਾਈਆਂ ਹੁੰਦੀਆਂ, ਉਹ ਜਿਹੜੀ ਉਹਨਾਂ ਦੀ ਸਟੱਡੀ ਰਿਪੋਰਟ ਹੁੰਦੀ ਆ, ਉਹ ਤਾਂ ਬਹੁਤ ਪੈਸੇ ਵਾਲੇ ਬੰਦੇ ਆ, ਉਹ ਤਕਰੀਬਨ 1000 ਬੰਦੇ ਦੇ ਉੱਤੇ ਤਕਰੀਬਨ ਕਈ ਮਿਲੀਅਨ ਡਾਲਰ ਖਰਚਦੇ ਆ ਹੋਟਲਾਂ ਵਿੱਚ ਰੱਖ ਕੇ, ਤੇ ਫਿਰ ਉਹਦੇ ਤੇ ਉਹ ਇੰਪਲੀਮੈਂਟ ਕਰਕੇ ਗਵਰਨਮੈਂਟ ਦੇ ਮੂਹਰੇ ਉਹ ਐਵੀਡੈਂਸ ਲਿਆ ਕੇ ਰੱਖਦੇ, ਪਰ ਉਹ ਐਵੀਡੈਂਸ ਕਿਸੇ ਹੱਦ ਤੱਕ ਸਹੀ ਨਹੀਂ ਹੁੰਦਾ। ਜੀ ਕਿਉਂ ਨਹੀਂ ਸਹੀ ਹੁੰਦਾ? ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਉੱਥੇ ਪਬਲਿਕ ਓਪੀਨੀਅਨ ਤਾਂ ਹੈ ਨਹੀਂ। ਬਿਲਕੁਲ ਜਦੋਂ ਵੀ ਉੱਥੇ ਨਾ ਤਾਂ ਹੈਲਥ ਮਿਨਿਸਟਰ ਕੋਈ ਸਾਨੂੰ ਪੁੱਛਦਾ, ਨਾ ਕੋਈ ਸਾਡਾ ਜਿਹੜਾ ਐਮਐਲਏ ਤੇ ਜਿਹੜਾ ਮੈਂਬਰ ਆਫ ਪਾਰਲੀਮੈਂਟ ਹੁੰਦਾ, ਚਾਹੇ ਉਹ ਫੈਡਰਲ ਨਾਲ ਰਿਲੇਟਡ ਆ ਤੇ ਚਾਹੇ ਉਹ ਹੈਗਾ ਪ੍ਰੋਵਿੰਸ਼ਲ, ਉਹ ਸਾਡੀ ਜਿਹੜੀ ਰਾਈਟਸ ਆ, ਸਾਡੇ ਰਾਈਟਸ ਨੂੰ ਰੀਪ੍ਰੈਜ਼ੈਂਟ ਕਰਨ ਵਾਲੇ ਬੰਦੇ ਦਾ ਉੱਥੇ ਫਰਜ਼ ਬਣਦਾ ਬੋਲਣ ਦਾ। ਇਹਦਾ ਮਤਲਬ ਜਿਹੜੀਆਂ ਕਾਰਪੋਰੇਟ ਹਾਈ ਲੈਵਲ ਦੀਆਂ ਉਹ ਇਕੱਲੀਆਂ ਤੱਕ ਸੀਮਿਤ ਨਹੀਂ, ਉਹ ਸਾਡੀਆਂ ਜਿਹੜੀਆਂ ਐਲੋਪੈਥੀ ਦੀਆਂ ਮੈਡੀਸਨ ਉਹਨਾਂ ਦੇ ਵਿੱਚ ਵੀ ਇਹ ਹਾਲ ਹੋਇਆ ਹੈ। ਸੋ ਇਸ ਕਰਕੇ ਪਹਿਲੀ ਗੱਲ ਤਾਂ ਅਸੀਂ ਇੰਡੀਆ ਤੋਂ ਆਏ ਹੋਏ ਆ, ਤੁਸੀਂ ਸਾਥੋਂ ਜਾਣਗੇ ਜਿਹੜਾ ਮੈਰਾਵਨ ਹੈ ਇੰਡੀਆ ਦੇ ਵਿੱਚ, ਜਦੋਂ ਅਸੀਂ ਪੜ੍ਹਦੇ ਹੁੰਦੇ ਸਾਨੂੰ ਇਹ ਟੀਚ ਕੀਤਾ ਜਾਂਦਾ ਸੀ ਕਿ ਡਰਾਈ ਨਸ਼ਾ ਹੈ ਤੁਹਾਡੇ ਬ੍ਰੇਨ ਸੈੱਲ ਨੂੰ ਡੈਮੇਜ ਕਰਦਾ। ਬਿਲਕੁਲ ਹੁਣ ਇਹਨੂੰ ਤੁਸੀਂ ਚਾਹੇ ਲੀਗਲ ਕਰ ਲਓ ਚਾਹੇ ਅਨਲੀਗਲ ਕਰ ਲਓ। ਪਹਿਲੀ ਗੱਲ ਤਾਂ ਜੇ ਤੁਸੀਂ ਇਹਨੂੰ ਲੀਗਲ ਕਰਦੇ ਆ, ਜਿਹੜਾ ਬੱਚਾ ਇਹਨੂੰ ਪੀਊਗਾ ਉਹ ਹਾਈ ਇੰਟੈਲੀਜੈਂਟ ਹੋਊਗਾ, ਬਿਲਕੁਲ ਉਹ ਤਾਂ ਹੈਲਥ ਵਾਈਜ਼ ਮੈਡੀਕਲੀ ਉਹ ਤਾਂ ਪਹਿਲਾਂ ਸਦੀਆਂ ਤੋਂ ਇਹਦੇ ਉੱਤੇ ਰਿਸਰਚ ਹੋਈ ਹੈ ਕਿ ਇਹ ਨਸ਼ਾ ਬਾਕੀ ਫਿਜ਼ੀਕਲੀ ਚੀਜ਼ ਨੂੰ ਤੁਹਾਡੀ ਹੈਲਥ ਨੂੰ ਕੋਈ ਅੰਗ ਨਹੀਂ ਮਾਰਦਾ, ਕੋਈ ਤੁਹਾਡੇ ਸਕੈਨ ਦੇ ਵਿੱਚ ਨਹੀਂ ਜਾਂਦਾ, ਪਰ ਤੁਹਾਡੇ ਬ੍ਰੇਨ ਨੂੰ ਇਹ ਸਭ ਤੋਂ ਜ਼ਿਆਦਾ ਡੈਮੇਜ ਕਰਦਾ। ਕਿਉਂਕਿ ਜੇ ਬੱਚੇ 16 ਸਾਲ ਦੇ ਦਾ ਬ੍ਰੇਨ ਹੀ ਡੈਮੇਜ ਹੋ ਗਿਆ ਤੇ ਤੁਸੀਂ ਕਿੱਥੋਂ ਇੰਟੈਲੀਜੈਂਟ ਬੰਦੇ ਭਾਲੋਗੇ ਇਸ ਕੰਟਰੀ ਦੇ ਵਿੱਚ ਜਾਂ ਦੁਨੀਆ ਦੇ ਵਿੱਚ? ਤੁਸੀਂ ਪਤਾ ਨਹੀਂ ਕਿਉਂ ਸੁੱਤੇ ਪਏ ਆ। ਸਾਡੀ ਕਮਿਊਨਿਟੀ ਦੇ ਵਿੱਚ ਵੀ ਰੀਪ੍ਰੈਜ਼ੈਂਟ ਕਰਨ ਵਾਲੇ ਆ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਭਾਈ ਅੱਖਾਂ ਖੋਲੋ, ਤੁਸੀਂ ਪੜ੍ਹੇ ਲਿਖੇ ਆ। ਜੇ ਤੁਸੀਂ ਕਹਿੰਦੇ ਅਸੀਂ ਪੜ੍ਹੇ ਲਿਖੇ ਆ ਤਾਂ ਇਸ ਵਿਸ਼ੇ ਨੂੰ ਤੁਸੀਂ ਮੈਡੀਕਲੀ ਬਾਇਓਟੈਕ ਦੇ ਤੁਸੀਂ ਅਨੋਟਮੀ ਆ ਉਹਨੂੰ ਪੜ੍ਹੋ, ਜੈਲੋਜੀ ਨੂੰ ਪੜ੍ਹੋ, ਸਾਰਾ ਜਿਹੜਾ ਮੈਡੀਕਲ ਫੀਲਡ ਉਹਨੂੰ ਪੜ੍ਹ ਤਾਂ ਸਕਦੇ ਆ। ਜੇ ਤੁਸੀਂ ਡਾਕਟਰ ਨਹੀਂ ਬਣ ਸਕਦੇ, ਪੜ੍ਹ ਕੇ ਉਹਨੂੰ ਅੰਡਰਸਟੈਂਡ ਤਾਂ ਕਰ ਸਕਦੇ ਆ ਵੀ ਕਿਹੜੀ ਚੀਜ਼ ਸਾਡੇ ਬ੍ਰੇਨ ਨੂੰ ਡੈਮੇਜ ਕਰ, ਕਿਹੜੇ ਈਵਨ ਤੁਸੀਂ ਆ ਪੇਂਟ, ਮੈਂ ਪ੍ਰੋਫੈਸ਼ਨਲ ਪੇਂਟਰ ਆ, ਮੈਨੂੰ ਕੋਈ ਬੰਦਾ ਸਵਾਲ ਕਰੇ ਲੈਕਰ ਦੇ ਬਾਰੇ, ਲੈਕਰ ਜਿਹੜਾ ਅਸੀਂ ਯੂਜ਼ ਕਰਦੇ ਆ ਉਹ ਲੈਕਰ ਸਭ ਤੋਂ ਜ਼ਿਆਦਾ ਡੈਮੇਜ ਕਰ, ਉਹਦੇ ਬਾਰੇ ਪੜ੍ਹਦਾ ਸੀਗਾ ਜੀ। ਮੈਂ ਜਿੰਨਾ ਚਿਰ ਕੰਮ ਕਰਦਾ ਹੁੰਦਾ ਸੀ, ਮੈਂ ਆਪਣੇ ਕੰਮ ਕਰਨ ਵਾਲਿਆਂ ਨੂੰ ਉਦੋਂ ਬਾਅਦ ਮੈਂ ਕੰਮ ਬੰਦ ਕਰਦਾ, ਮੈਨੂੰ ਪਤਾ ਸੀ ਵੀ ਇਹ ਸਾਡੇ ਬ੍ਰੇਨ ਨੂੰ ਡੈਮੇਜ ਕਰਦਾ। ਹਾਂਜੀ ਕਿਉਂਕਿ ਉਹਦੇ ਚ ਕੈਮੀਕਲ ਏਦਾਂ ਦੇ ਹੈਗੇ ਆ ਤੇ ਇਹ ਤਾਂ ਫੇਰ ਨਸ਼ੇ ਆ ਹਨਾ। ਜਿਹੜੀ ਚੀਜ਼ ਤੁਸੀਂ ਉਹੀ ਉਬੜ ਵਾਈ ਲਿਆ ਕੇ ਕਾਰਪੋਰੇਟ ਘਰਾਣਿਆਂ ਦੇ ਥੱਲੇ ਆ ਕੇ ਪਾਸ ਕਰ ਦਿੰਦੇ ਆ ਤੇ ਪਬਲਿਕ ਓਪੀਨੀਅਨ ਉੱਥੇ ਬਿਲਕੁਲ ਜ਼ੀਰੋ ਆ ਜੀ। ਹੁਣ ਹੋਰ ਗਾਂ ਨੂੰ ਚੀਜ਼ਾਂ ਆਉਣਗੀਆਂ, ਇਹਦਾ ਮਤਲਬ ਤੁਸੀਂ ਉਹ 1000 ਬੰਦੇ ਦੀ ਜਿਹੜੀ ਸਟੱਡੀ ਹੋਊਗੀ ਉਹ ਸਟੱਡੀ ਦੀ ਤੁਸੀਂ ਰਿਪੋਰਟ ਭੇਜ ਦਿਓ, ਆਪਾਂ ਉਹ ਪੜ੍ਹ ਲਾਂਗੇ ਆਨਲਾਈਨ ਜਾ ਕੇ, ਆਪਾਂ ਪੜ੍ਹ ਕੇ ਆਪਾਂ ਕਹਾਂਗੇ ਨਹੀਂ ਜੀ ਸਟੱਡੀ ਹੋ ਗਈ, ਪਰ ਸਟੱਡੀ ਦੇ ਪਿੱਛੇ ਵੀ ਜਾਓ। ਬਿਲਕੁਲ ਹਾਇਰ ਇੰਟੈਲੀਜੈਂਟ ਥਾਟਸ ਕਹਿੰਦੇ ਉਹ ਕੀ ਚੀਜ਼ ਆ? ਉਹ ਇੱਕ ਸਟੱਡੀ ਹੋਈ ਨੂੰ ਚੈਲੰਜ ਕਰਨ ਵਾਲਾ ਬੰਦਾ ਹੁੰਦਾ ਜੀ। ਉਹ ਕਹਿੰਦਾ ਲਿਆਓ ਭਾਈ ਦੱਸੋ ਮੈਨੂੰ ਐਵੀਡੈਂਸ ਦਿਓ, ਇਹ ਤਾਂ ਆਹ ਚੀਜ਼ ਆ। ਹੁਣ ਚਾਹ ਆਪਣੇ ਤਾਂ ਕਹਿੰਦੇ ਵੀ ਚਾਹ ਪੀਣੀ ਵੀ ਮਾੜੀ ਹੈ ਤੇ ਚਾਹ ਵੀ ਅਸੀਂ ਆਪਦੇ ਸਿਸਟਮ ਦੀ ਜਦੋਂ ਬਾਰੀ ਸੀ ਇੰਡੀਆ ਦੀ 18ਵੀਂ ਸਦੀ ਵਿੱਚ ਚਾਹ ਨੂੰ ਕੋਈ ਜਾਣਦਾ ਨਹੀਂ ਸੀ, ਸ਼ਰਾਬ ਨੂੰ ਕੋਈ ਜਾਣਦਾ ਨਹੀਂ ਸੀ। ਇਹ ਜਿਹੜੇ ਕਾਰਪੋਰੇਟ ਘਰਾਣੇ ਇਹਨਾਂ ਨੇ ਲਿਜਾ ਬਾੜੀ। ਸੋ ਮੇਰਾ ਇਹ ਕਹਿਣ ਦਾ ਭਾਵ ਆ ਕਿ ਇਹ ਬੜਾ ਗੰਭੀਰ ਮਸਲਾ ਹੈ। ਜਦੋਂ ਇਹ ਚੀਜ਼ਾਂ ਹੁਣ ਗਵਰਨਮੈਂਟ ਦੀਆਂ ਆਪਦੀਆਂ ਸ਼ਾਪਾਂ ਦੇ ਉੱਤੇ ਵੀ ਉਹ ਗਲਤ ਕੰਮ ਹੋ ਰਿਹਾ, ਉੱਥੇ ਆਹ ਬੰਦੇ ਕੰਮ ਕਰਦੇ ਆ ਕਈ ਵਾਰੀ, ਉਹ ਜਦੋਂ ਉਹਨਾਂ ਨੂੰ ਤਾਂ ਉਹਦੇ ਬਾਰੇ ਪਤਾ ਨਹੀਂ, ਉਹ ਤਾਂ ਸਾਨੂੰ ਦੱਸਦੇ ਵੀ ਨਹੀਂ ਗੇ, ਉਹ ਤਾਂ ਨਿਊਜ਼ ਨੂੰ ਵਿੱਚੇ ਖਪਾ ਦਿੰਦੇ ਆ। ਬਿਲਕੁਲ ਚੀਜ਼ਾਂ ਲੈ ਕੇ ਦੱਸ ਦਿੰਦੇ ਵੀ ਆਹ ਇਹਦੇ ਜੀ ਬੈਨੀਫਿਟ ਆ, ਇਹਦੇ ਚਲੋ ਠੀਕ ਹੈ ਕਿਸੇ ਬੰਦੇ ਨੂੰ ਬਿਮਾਰੀ ਹੋਈ ਉਹ ਪੀ ਲੇ, ਪਰ ਦੂਜੇ ਜਿਹੜੇ 99% ਬੰਦੇ ਉਹਨਾਂ ਨੂੰ ਤਾਂ ਨਹੀਂ ਕੋਈ ਬਿਮਾਰੀ ਜੀ ਪੀਣ ਵਾਸਤੇ ਲਾਉਣੇ, ਉਹਨਾਂ ਨੂੰ ਟੇਸਟ ਕਿਉਂ ਦਿੰਦੇ ਆ ਤੁਸੀਂ ਜੀ ਬਰਾੜ ਸਾਹਿਬ? ਤਾਂ ਕਿਸੇ ਚੀਜ਼ ਦਾ ਵੀ ਮਾੜਾ ਹੈ ਨਾ, ਜਦੋਂ ਤੁਸੀਂ ਸਾਈਕੋਲੋਜੀ ਨੂੰ ਪੜ੍ਹਦੇ ਆ ਜੀ ਤਾਂ ਮਾੜੀ ਗੱਲ ਦਾ ਵੀ ਅਸਰ ਹੁੰਦਾ। ਬਿਲਕੁਲ ਜੀ, ਨਸ਼ੇ ਦਾ ਤਾਂ ਹੋਣਾ ਹੀ ਹੋਣਾ ਜੀ। ਇਹ ਬੜਾ
ਬੜਾ ਗੰਭੀਰ ਮਸਲਾ ਹੈ। ਸਾਡੇ ਪੋਲੀਟੀਸ਼ੀਅਨਾਂ ਨੂੰ ਇਹਦੇ ਤੇ ਵੀ ਕੰਮ ਕਰਨਾ ਚਾਹੀਦਾ ਹੈ। ਜੀ। ਵਿਚਾਰ ਸੀ। ਧੰਨਵਾਦ ਤੁਹਾਡਾ ਸਮਾਂ ਦੇਣ ਦਾ। ਥੈਂਕ ਯੂ ਸੋ ਮਚ ਬਰਾੜ ਸਾਹਿਬ। ਅਰਸ਼, ਇਸ ਮੁੱਦੇ ਦੇ ਉੱਤੇ ਅਸੀਂ ਨੈਕਸਟ ਚੱਲਣਾ ਹੀ ਆ, ਤਾਂ ਫਿਰ ਅਸੀਂ ਬਰਾੜ ਸਾਹਿਬ ਦੇ ਇਸ ਉਹਦੇ ਤੇ ਗੱਲ ਵੀ ਕਰਾਂਗੇ। ਇਸ ਖਬਰ ਨੂੰ ਆਪਾਂ ਵਾਈਂਡ ਅਪ ਕਰਦੇ ਹਾਂ। ਪਹਿਲਾਂ ਜਿਹੜੀ ਕਿ ਹੁਣ ਫੈਡਰਲ ਕਾਮਿਆਂ ਦੀ ਅਸੀਂ ਗੱਲ ਕਰ ਰਹੇ ਸੀਗੇ, ਫੈਡਰਲ ਕਾਮਿਆਂ ਦੇ ਵਿੱਚ ਅਰਸ਼ ਹੁਣ ਇਹ ਹੈ ਵੀ ਪ੍ਰਭਾਵਿਤ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ, ਪਰ ਉਮੀਦ ਕਰਦੇ ਆ ਵੀ ਸਰਕਾਰ ਦੇ ਨਾਲ ਜਲਦੀ ਇਹਨਾਂ ਦਾ ਕੋਈ ਨੈਗੋਸੀਏਸ਼ਨ ਹੋ ਜਾਏ, ਕਿਸੇ ਤਨ ਗੱਲ ਲੱਗ ਜਾਏ, ਤਾਂ ਉਸ ਤੋਂ ਬਾਅਦ ਜਿਹੜੇ ਆ ਇਹ ਕੰਮ ਹੜਤਾਲ ਆਪਣੀ ਖਤਮ ਕਰਕੇ ਵਾਪਸ ਆਪਣੇ ਕੰਮਾਂ ਕਾਰਾਂ ਤੇ ਆ ਜਾਣ। ਪਰ ਫਿਲਹਾਲ ਜਿਹੜਾ ਇਸ ਟਾਈਮ ਪੋਲੀਟੀਸ਼ੀਅਨ ਵੀ ਇਹਦੇ ਵਿੱਚ ਪਏ ਹੋਏ ਨੇ। ਜਗਮੀਤ ਸਿੰਘ ਹੋਣਾ ਦੇ ਬਿਆਨ ਜਿਹੜੇ ਨੇ ਉਹ ਕਾਫੀ ਧਿਆਨ ਨਾਲ ਦੇਖੇ ਜਾ ਰਹੇ ਨੇ। ਜਗਮੀਤ ਸਿੰਘ ਨੇ ਵੀ ਜਿਹੜਾ ਸਰਕਾਰ ਨੂੰ ਥੋੜਾ ਜਿਹਾ ਘੇਰਨ ਦਾ ਇੱਕ ਕਹਿ ਸਕਦੇ ਸਟੇਟਮੈਂਟ ਸੁੱਟ ਦਿੱਤੀ, ਸੋ ਕਿਤੇ ਨਾ ਕਿਤੇ ਉਹਨੂੰ ਵੀ ਕਾਊਂਟ ਕੀਤਾ ਜਾ ਰਿਹਾ, ਤਾਂ ਹੋ ਸਕਦਾ ਸਰਕਾਰ ਦੇ ਉੱਤੇ ਪ੍ਰੈਸ਼ਰ ਪੈ ਜਾਏ ਇਸ ਚੀਜ਼ ਦਾ। ਸੋ ਵਾਕਈ ਜਗਮੀਤ ਸਿੰਘ ਹੋਰਾਂ ਨੇ ਜਿਹੜੀ ਗੱਲਬਾਤ ਕੀਤੀ ਹੈ ਕਾਰਪੋਰੇਟ ਟੈਕਸ ਦੀ, ਕਿ ਤੁਸੀਂ ਕਾਰਪੋਰੇਟ ਟੈਕਸ ਲਾ ਦਿਓ, ਕਿਉਂਕਿ ਸੀਈਓਜ਼ ਨੇ ਜਿਹੜੇ ਟੌਪ ਕਲਾਸ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਦੀਆਂ ਸੈਲਰੀਜ਼ ਬਹੁਤ ਜ਼ਿਆਦਾ ਨੇ, ਹੇਠਲੇ ਮੁਲਾਜ਼ਮਾਂ ਦੀਆਂ ਉਨੀਆਂ ਨਹੀਂ, ਤਾਂ ਤੁਸੀਂ ਕਾਰਪੋਰੇਟ ਟੈਕਸ ਲਾ ਕੇ ਉਹਨਾਂ ਦੀਆਂ ਵਧਾਓ ਜੀ। ਪਰ ਉਹ ਇਹ ਸੰਵਿਧਾਨਿਕ ਤੌਰ ਤੇ ਇੱਕ ਤਾਂ ਇਸ ਤਰ੍ਹਾਂ ਦੀ ਗੱਲ ਟੈਕਸ ਨੂੰ ਲੈ ਕੇ ਨਹੀਂ ਕਰ ਸਕਦੇ। ਟੈਕਸ ਵਧਾਉਣ ਘਟਾਉਣ ਨੂੰ ਲੈ ਕੇ ਕੋਈ ਪ੍ਰਾਈਵੇਟ ਬਿੱਲ ਨਹੀਂ ਦੇ ਸਕਦੇ, ਉਹ ਜਿਹਾ ਪ੍ਰੋਵੀਜ਼ਨ ਨਹੀਂ। ਉਹਨਾਂ ਨੇ ਕਿਹਾ ਕਿ ਮੈਂ ਕੋਈ ਬਿੱਲ ਪ੍ਰਪੋਜ਼ ਨਹੀਂ ਕੀਤਾ, ਨੰਬਰ 1 ਤੇ। ਤਾਂ ਨੰਬਰ 2 ਤੇ ਇਹ ਜਿਹੜੀ ਸੰਵਿਧਾਨਿਕ ਬੌਂਡਿੰਗਸ ਨੇ ਇਹਨੂੰ ਮੈਂ ਕਿਵੇਂ ਬ੍ਰੇਕ ਕਰਨਾਗਾ, ਕਿਵੇਂ ਇਹਦੇ ਚੋਂ ਜਿਹੜਾ ਉਹ ਰਸਤਾ ਲੱਭਿਆ ਜਾ ਸਕਦਾ। ਉਹ ਕਹਿੰਦੇ ਉਹਦੇ ਤੇ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ, ਪਰ ਪੋਲੀਟੀਸ਼ੀਅਨਾਂ ਦੇ ਵਿੱਚ ਵੀ ਇਹਦੀ ਚਰਚਾ ਹੋਣੀ ਹੈ। ਕੰਜ਼ਰਵੇਟਿਵ ਨੇ ਵੀ ਸਰਕਾਰ ਨੂੰ ਇਸ ਮੁੱਦੇ ਤੇ ਘੇਰਨਾ, ਪਰ ਲੱਗ ਰਿਹਾ ਹੈ ਜਿਹੜੀ ਯੂਨੀਅਨ ਦੇ ਹਾਲੇ ਤੱਕ ਦੀ ਰੂਪਰੇਖਾ ਕਿ ਫੈਡਰਲ ਸਰਕਾਰ ਨੇ ਕੋਈ ਨਾ ਕੋਈ ਹੱਲ ਜਲਦੀ ਕਰ ਲੈਣਾ। ਬਿਲਕੁਲ ਜੀ, ਬਿਲਕੁਲ। ਸੋ ਅਰਸ਼, ਅਗਲੀ ਖਬਰ ਹੁਣ ਬਹੁਤ ਹੀ ਅਹਿਮ ਵਿਸ਼ੇ ਦੇ ਉੱਤੇ, ਜਿਵੇਂ ਕਿ ਬਰਾੜ ਸਾਹਿਬ ਦੀ ਵੀ ਕਾਲ ਆਈ ਸੀਗੀ, ਜਿਹੜੀ ਕਿ BC ਦੇ ਵਿੱਚ ਜ਼ਹਿਰੀਲੇ ਡਰੱਗ ਦੇ ਨਾਲ 600 ਦੇ ਕਰੀਬ ਮੌਤਾਂ ਹੋਣ ਦੀ ਕੱਲ ਖਬਰ ਰਿਪੋਰਟ ਸਾਹਮਣੇ ਆਈ ਹੈ। ਸਾਲ ਚੜਿਆ 2023 ਤੇ ਸਾਲ ਚੜ੍ਹਦੇ ਹੀ 3 ਮਹੀਨਿਆਂ ਦੇ ਵਿੱਚ ਇਹ ਰਿਪੋਰਟ ਆ ਜਾਣਾ 600 ਜਿਹੜੀਆਂ ਨੇ ਜ਼ਹਿਰੀਲੇ ਪਦਾਰਥਾਂ ਦੇ ਨਾਲ, ਜ਼ਹਿਰੀਲੇ ਨਸ਼ੇ ਦੇ ਨਾਲ ਇਹ ਮੌਤਾਂ। ਇਹ BC ਕਹਿ ਸਕਦੇ ਹਾਂ ਸਰਕਾਰ ਨੂੰ ਵੀ ਤੇ ਫੈਡਰਲ ਸਰਕਾਰ ਨੂੰ ਵੀ ਕਾਫੀ ਹੱਦ ਤੱਕ ਮੂੰਹ ਚੜਾ ਰਹੀਆਂ ਨੇ। ਜਿੰਨੀਆਂ ਮਰਜ਼ੀ ਇਹ ਕੋਸ਼ਿਸ਼ਾਂ ਕਰ ਲੈਣ, ਜਿੰਨੇ ਮਰਜ਼ੀ ਇਹ ਨਵੇਂ ਪਲਾਨ ਲਿਆ ਲੈਣ, ਯੋਜਨਾ ਲਿਆਉਣ, ਨਿਵੇਸ਼ ਕਰ ਦਿੱਤਾ, $1 ਮਿਲੀਅਨ ਜਿਹੜੇ ਨੇ ਇਹਦੇ ਵਿੱਚ ਇਨਵੈਸਟ ਕਰ ਦਿੱਤੇ, ਪਰ ਜਦੋਂ ਇਹ ਰਿਪੋਰਟ ਆ ਜਾਂਦੀ ਹੈ ਤਾਂ ਸਰਕਾਰ ਦੀ ਹਰ ਪਲੈਨਿੰਗ ਜਿਹੜੀ ਨਾ ਉਹ ਸਾਰੀ ਧਰੀ ਧਰਾਈ ਰਹਿ ਜਾਂਦੀ ਹੈ। ਅਰਸ਼, ਹੁਣ ਡੀਕ੍ਰਿਮੀਨਲਾਈਜ਼ ਕਰਨ ਦਾ ਫੈਸਲਾ ਜਦੋਂ ਲਿੱਤਾ ਗਿਆ ਸੀਗਾ ਡਰੱਗ, ਤਾਂ ਉਦੋਂ ਇਹ ਕਿਹਾ ਜਾ ਰਿਹਾ ਸੀ ਵੀ ਇਹਨੂੰ ਬਹੁਤ ਠੱਲ ਪੈ ਜਾਏਗੀ, ਐਟਲੀਸਟ ਹੋਰ ਨਹੀਂ ਤਾਂ ਓਵਰਡੋਜ਼ ਦੇ ਨਾਲ ਮੌਤਾਂ ਦਾ ਸਿਲਸਿਲਾ ਜਿਹੜਾ ਘਟ ਜਾਊਗਾ। ਅਰਸ਼, ਪਰ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ, ਜਿਹੜੀ ਰਿਪੋਰਟ ਚੜ੍ਹਦੇ ਸਾਲ ਦੇ ਵਿੱਚ 3 ਮਹੀਨੇ ਦੀ ਰਿਪੋਰਟ 'ਚ 600 ਮੌਤਾਂ, ਇਹ ਕੋਈ ਛੋਟੀ ਗੱਲ ਨਹੀਂ ਹੈ। ਇਹਦੇ ਤੇ ਹੁਣ ਸਰਕਾਰ ਕੀ ਕਰ ਰਹੀ ਹੈ, ਬੜੇ ਸਾਰੇ ਐਡਵੋਕੇਟਸ ਜਿਹੜੇ ਨੇ, ਬੜੇ ਸਾਰੇ ਮਾਹਰ ਨੇ, ਉਹ ਇਹਦੇ ਤੋਂ ਟਿੱਪਣੀ ਕਰ ਰਹੇ ਨੇ। ਉਹ ਕਹਿੰਦੇ ਸਰਕਾਰ ਦੇ ਜਿਹੜੇ ਇਹਦੇ ਲਈ ਡਿਸੀਜ਼ਨ ਲੈਣੇ ਡਰੱਗ ਖਤਮ ਕਰਨ ਦੇ ਲਈ, ਉਹ ਬਿਲਕੁਲ ਸਾਰੇ ਕਹਿ ਲੋਗੇ ਫੇਲ ਡਿਸੀਜ਼ਨ ਨੇ, ਕੋਈ ਡਿਸੀਜ਼ਨ ਕੰਮ ਨਹੀਂ ਆ ਰਿਹਾ। ਸੋ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਗੱਲ ਮੰਨਣੀ ਪੈਣੀ ਹੈ ਕਿ ਉਹਨਾਂ ਦੇ ਕੋਈ ਵੀ ਕੀਤੇ ਉਪਰਾਲੇ ਇਸ ਚੀਜ਼ ਦਾ ਸਾਥ ਨਹੀਂ ਦੇ ਰਹੇ। ਰਿਪੋਰਟ ਫਿਰ ਉੱਦਾਂ ਹੀ ਆ ਰਹੀ ਹੈ ਜਿੱਦਾਂ ਬਹੁਤ ਸਾਲ ਪਹਿਲਾਂ ਤੋਂ ਆਉਂਦੀ ਆ ਰਹੀ ਹੈ। ਸੋ ਹੁਣ ਸਰਕਾਰ ਆਪਣੀ ਪਿੱਠ ਤੇ ਜ਼ਰੂਰ ਥਪਥਪਾ ਰਹੀ ਹੈ, ਕਿਉਂਕਿ ਜਦੋਂ ਸਰਕਾਰੀ ਨੁਮਾਇੰਦੇ ਗੱਲ ਕਰ ਰਹੇ ਨੇ ਉਦੋਂ ਇਹ ਜ਼ਰੂਰ ਕਹਿੰਦੇ ਨੇ ਕਿ ਜੀ ਅਸੀਂ $1 ਮਿਲੀਅਨ ਜਿਹੜੇ ਨੇ ਨਿਵੇਸ਼ ਕੀਤੇ ਉਹ ਹੈਲਪ ਕਰੂਗੇ, ਜਿਨ੍ਹਾਂ ਨੂੰ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਨੇ, ਮੈਂਟਲ ਹੈਲਥ ਪ੍ਰੋਗਰਾਮ ਦੇ ਲਈ ਅਸੀਂ ਬਹੁਤ ਸਾਰਾ ਲਿਆਂਦਾ ਹੈ, ਨਸ਼ੇ ਨੂੰ ਖਤਮ ਕਰਨ ਦੇ ਲਈ ਇਹਦੇ ਵਿੱਚ ਅਸੀਂ ਕੰਟਰੋਲ ਕਰਾਂਗੇ ਔਰ ਖਤਮ ਕਰਾਂਗੇ। ਸੋ ਇਹ ਕਿਤੇ ਵੀ ਨਿਵੇਸ਼ ਕੰਮ ਨਹੀਂ ਆ ਰਿਹਾ। ਸੋ ਜਿਵੇਂ ਕਿ ਬਰਾੜ ਸਾਹਿਬ ਨੇ ਹੁਣ ਕਿਹਾ ਹੈ ਵੀ ਸਰਕਾਰ ਹੁਣ ਇਸ ਦੇ ਉੱਤੇ ਜਵਾਬ ਦੇਵੇ। ਹੁਣ ਇਹ ਨਸ਼ੇ ਨੂੰ 1 ਸੈਕਿੰਡ ਦੇ ਵਿੱਚ ਖਤਮ ਕਰ ਦੇਣਾ ਜਾਂ ਕੁਝ ਮਹੀਨਿਆਂ 'ਚ ਖਤਮ ਕਰ ਦੇਣਾ, ਇੱਕ ਚੁਟਕੀ ਦਾ ਕੰਮ ਵਾਕਈ ਹੀ ਨਹੀਂ ਹੈ। ਇਹਦੇ ਤੇ ਵਾਕਈ ਹੀ ਇੱਕ ਬਲੂ ਪ੍ਰਿੰਟ ਜਿਹਾ ਤਿਆਰ ਕਰਨਾ ਪਏਗਾ, ਕਿਉਂਕਿ BC ਟੌਪ ਤੇ ਜਾ ਰਿਹਾ। BC ਸਭ ਤੋਂ, ਕੈਨੇਡਾ ਦੇ ਵਿੱਚ ਗੱਲ ਕਰ ਲਈ ਜਾਏ ਤਾਂ ਇਸ ਵੇਲੇ BC ਸਭ ਤੋਂ ਜ਼ਿਆਦਾ ਓਵਰਡੋਜ਼ ਮੁੱਦਿਆਂ ਦੇ ਨਾਲ ਟੌਪ ਦੇ ਉੱਤੇ ਜਾ ਰਿਹਾ, ਜਿਹਦੇ ਵਿੱਚ ਵੈਨਕੂਵਰ ਦੀ ਗੱਲ ਕਰ ਲਈ ਜਾਏ, ਸਰੀ ਦੀ ਗੱਲ ਕਰ ਲਈ ਜਾਏ, ਵਿਕਟੋਰੀਆ, ਬੜੇ ਸਾਰੇ ਕੁਝ 3-4 ਪਲੇਸਿਸ ਅਜਿਹੇ ਥਾਵਾਂ ਖਾਸ ਤੌਰ ਤੇ ਕੋਟ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਜ਼ਹਿਰੀਲਾ ਜਿਹੜਾ ਨਸ਼ਾ, ਗੈਰ ਕਾਨੂੰਨੀ ਨਸ਼ਾ ਉਹ ਵਿਕ ਰਿਹਾ ਤੇ ਉਹਦੇ ਨਾਲ ਧੜਾਧੜ ਜਿਹੜੀਆਂ ਮੌਤਾਂ ਹੋ ਰਹੀਆਂ ਨੇ। ਬਾਕੀ ਜਦੋਂ ਅਸੀਂ ਡਰੱਗ ਦੀ ਗੱਲਬਾਤ ਕਰਦੇ ਹਾਂ ਤਾਂ ਡਰੱਗ ਪੂਰੀ ਦੁਨੀਆ ਦੀ ਸਮੱਸਿਆ ਇਸ ਸਮੇਂ ਬਣਿਆ ਹੋਇਆ ਜੀ। ਨਾਲੋਂ ਨਾਲ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਜੀਓ ਪੋਲਿਟਿਕਸ ਵੀ ਕੰਮ ਕਰਦੀ ਹੈ, ਤਾਂ ਬਹੁਤ ਕੁਝ ਕੰਮ ਜਿਹੜਾ ਉਹ ਕਰਦਾ। ਕਾਲ ਦੀ ਕਾਲ ਲੈ ਲਈ ਗੱਲਬਾਤ ਬਿਲਕੁਲ ਕਾਲ ਲੈ ਲੈਣੇ ਨਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਇਹ ਜਿਹੜਾ ਨਸ਼ੇ ਵਾਲਾ ਮਾਮਲਾ ਵਾ ਇਹ ਕਮੇਟੀ ਨੂੰ ਕਰਨਾ ਪੈਣਾ, ਸਰਕਾਰ ਨੇ ਇਹ ਕੁਝ ਨਹੀਂ ਕਰਨਾ। ਸੁਣੋ ਮੇਰੀ ਗੱਲ। ਹਾਂਜੀ, ਆਪਣੇ ਨਾ ਇੰਡੀਆ ਦੇ ਵਿੱਚ ਇੱਕ ਸੈਣੀ ਵੀਰ ਨੇ, ਸਾਡੀ ਸੈਣੀ ਕਮੇਟੀ, ਉਹਨਾਂ ਦੇ ਪਿੰਡਾਂ 'ਚ ਬੇਟਾ ਨਾ ਨਸ਼ਾ ਨਾ ਕੋਈ ਪ੍ਰੋਬਲਮ, ਕਿਉਂਕਿ ਪਤਾ ਕੀ ਗੱਲ ਆ, ਉਹ ਸਾਰੇ ਇਕੱਠੇ ਹੋ ਕੇ ਨਾ ਮਦਦ ਕਰਦੇ ਆ। ਅੱਛਾ ਜੀ, ਹਾਂਜੀ ਹਾਂਜੀ ਸਰ। ਹਾਂ, ਇਸ ਕਰਕੇ ਬੇਟਾ ਇਹ ਸਾਡੀ ਕਮੇਟੀ ਨੂੰ ਕਰਨਾ ਪੈਣਾ, ਗੌਰਮੈਂਟ ਨੇ ਇਹਦੇ ਵਿੱਚ ਕੁਝ ਨਹੀਂ ਕਰਨਾ ਹੈਗਾ ਜੀ। ਅੱਛਾ, ਦੂਜੀ ਹੈਲੋ, ਹਾਂਜੀ ਹਾਂਜੀ ਬੋਲੋ ਜੀ। ਹੈਲੋ ਬੇਟਾ ਜੀ ਸਰ, ਬੋਲੋ ਬੋਲੋ। ਸੁਣ ਰਹੇ ਹੋ? ਹਾਂਜੀ ਸੁਣ ਰਹੇ ਹਾਂ ਜੀ, ਸੁਣ ਰਹੇ ਹਾਂ। ਸੁਣ ਰਹੇ ਹੋ ਸਰ, ਪਹੁੰਚ ਰਹੀ ਹੈ ਜੀ ਤੁਹਾਡੀ ਆਵਾਜ਼, ਬੋਲੋ।
ਸਰ ਆ ਰਹੀ ਹੈ ਤੁਹਾਡੀ ਆਵਾਜ਼, ਬੋਲੋ ਜੀ, ਗੱਲ ਪੂਰੀ ਕਰੋ ਆਪਣੀ। ਹਾਂ ਸੁਣੋ ਮੇਰੇ ਪੁੱਤ, ਦੂਜੀ ਗੱਲ ਇਹ ਹੈ, ਦੇਖੋ ਮੈਂ ਚੰਡੀਗੜ੍ਹ ਮੈਡੀਸਿਨ ਦੇ ਡਾਕਟਰ ਸੀ ਸਰਜੀਤ ਸਿੰਘ ਹੈੱਡ, ਉਹਨਾਂ ਦੀ ਕੋਠੀ 'ਚ ਮੈਂ ਕਿਰਾਏ ਤੇ ਰਹਿੰਦਾ ਸੀ। ਅੱਛਾ ਜੀ। ਮੈਨੂੰ ਉਹਨਾਂ ਨੇ ਦੱਸਿਆ ਸੀ ਵੀ ਜਿਹੜਾ ਮਰਵਾਨਾ ਵਾ ਇਹ ਨਸ਼ਾ ਨਹੀਂ, ਇਹ ਦਵਾਈ ਆ, ਇਹ ਨਸ਼ਾ ਛੱਡਣ ਦੀ ਦਵਾਈ ਆ। ਜੇ ਕਿਸੇ ਨੇ ਸ਼ਰਾਬ ਛੱਡਣੀ ਆ, ਅੱਛਾ ਜੀ, ਜੇ ਕਿਸੇ ਨੇ ਫੀਮ ਛੱਡਣੀ ਆ, ਜੇ ਕਿਸੇ ਨੇ ਖਤਰਨਾਕ ਨਸ਼ੇ ਛੱਡਣੇ ਆ, ਉਹ ਮਰਵਾਨੇ ਨਾਲ ਛੱਡਿਆ ਜਾ ਸਕਦਾ ਵਾ। ਅੱਛਾ ਜੀ। ਇਹ ਬਿਲਕੁਲ ਆਪਣੇ ਬੰਦੇ ਗਲਤ ਪ੍ਰਚਾਰ ਕਰਦੇ ਵੀ ਮਰਵਾਨਾ ਨਸ਼ਾ ਵਾ। ਬਿਲਕੁਲ ਮਰਵਾਨਾ ਨਸ਼ਾ ਨਹੀਂ ਪੁੱਤ। ਸਰਜੀਤ ਸਿੰਘ ਨਾਲੋਂ ਵੱਡਾ ਕੋਈ ਮੈਡੀਸਿਨ ਦਾ ਡਾਕਟਰ ਨਹੀਂ ਹੈ ਦੁਨੀਆ ਤੇ। ਜੀ ਠੀਕ ਹੈ ਜੀ, ਠੀਕ ਹੈ ਸਰ, ਥੈਂਕ ਯੂ ਜੀ। ਹਾਂ ਓਕੇ ਜੀ, ਓਕੇ ਜੀ, ਥੈਂਕ ਯੂ ਸਰ। ਨਸ਼ੇ ਦਾ ਤੋੜ ਨਸ਼ਾ ਹੋ ਸਕਦਾ ਹੈ ਅਰਸ਼, ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ, ਪਰ ਠੀਕ ਹੈ ਚਲੋ ਅਸੀਂ ਪਹਿਲਾਂ ਖਬਰ ਤੇ ਗੱਲ ਕਰਦੇ ਹਾਂ, ਫਿਰ ਇਹਨਾਂ ਕਾਲਰਸ ਦੀ ਗੱਲ ਕਰਾਂਗੇ ਆਪਾਂ। ਜੀ ਵਾਕਈ, ਕਿਉਂਕਿ ਜਦੋਂ ਗੱਲਬਾਤ ਕਰਦੇ ਹਾਂ ਡਰੱਗ ਦੀ ਤਾਂ ਉਹ ਦੁਨੀਆ ਦੀ ਸਮੱਸਿਆ ਇਸ ਸਮੇਂ ਬਣੀ ਹੋਈ ਹੈ ਜੀ। ਤਾਂ ਇਹਨੂੰ ਲੈ ਕੇ ਜਿਹੜੇ ਰਾਜਨੀਤੀ ਨੂੰ ਸਮਝਣ ਵਾਲੇ ਲੋਕ ਨੇ, ਚਿੰਤਕ ਲੋਕ ਨੇ, ਕਹਿੰਦੇ ਕਿ ਇਹ ਜੀਓਪੋਲਿਟਿਕਸ ਦਾ ਵੀ ਪਾਰਟ ਹੈ। ਤਾਂ ਇਹਦੇ ਚ ਬਹੁਤ ਕੁਝ ਜਿਹੜਾ ਚੱਲਦਾ, ਤਾਂ ਡਰੱਗ ਦੀ ਕਹਾਣੀ ਐਡੀ ਸਿੱਧੀ ਨਹੀਂ ਹੈ ਜਿੱਡੀ ਸਿੱਧੀ ਜਿਹੜੀ ਉਹ ਨਜ਼ਰ ਆਉਂਦੀ ਹੈ, ਕਿਉਂਕਿ ਅਮਰੀਕਾ 50 ਸਾਲ ਤੋਂ ਡਰੱਗ ਵਿਰੁੱਧ ਲੜਾਈ ਲੜ ਰਿਹਾ ਪਰ ਹਾਲੇ ਤੱਕ ਨਹੀਂ ਜਿੱਤ ਸਕਿਆ। ਤਾਂ ਜੋ ਅਮਰੀਕਾ ਪੂਰੀ ਦੁਨੀਆ ਦਾ ਸਰਪੰਚ ਖੁਦ ਨੂੰ ਕਹਿੰਦਾਗਾ, ਤਾਂ ਉਹ ਡਰੱਗ ਦੇ ਵਿਰੁੱਧ ਲੜਾਈ ਜੇ ਨਹੀਂ ਜਿੱਤ ਸਕਿਆ ਤਾਂ ਇਹਦਾ ਮਤਲਬ ਇਹਦੀ ਕਹਾਣੀ ਉਨੀ ਸਿੱਧੀ ਨਹੀਂ ਜਿੰਨੀ ਕਿ ਲੱਗਦੀ ਹੈ। ਜਦੋਂ ਅਸੀਂ BC ਦੀ ਗੱਲਬਾਤ ਕਰਦੇ ਹਾਂ ਤਾਂ BC ਦੇ ਵਿੱਚ ਡਰੱਗ ਓਵਰਡੋਜ਼ ਦੀ ਸਮੱਸਿਆ ਲਗਾਤਾਰ ਬਣੀ ਹੋਈ ਹੈ। ਤਾਂ ਉਹਦਾ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਜਿਹੜੇ ਲੋਕ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ, ਉਹਨਾਂ ਨੂੰ ਸੇਫ ਸਪਲਾਈ ਜਿਹੜੀ ਉਹ ਨਹੀਂ ਮਿਲ ਰਹੀ, ਕਿਉਂਕਿ ਉਹਨਾਂ ਨੂੰ ਡਰੱਗ ਚੋਂ ਬਾਹਰ ਕੱਢਣ ਦਾ ਰਸਤਾ ਉਹ ਇੱਕ ਅਲੱਗ ਪ੍ਰੋਗਰਾਮ ਹੈ, ਪਰ ਉਹ ਨਸ਼ਾ ਲੈਂਦੇ ਹੋਏ ਓਵਰਡੋਜ਼ ਦੇ ਨਾਲ ਨਾ ਮਰਨ, ਇਹ ਇੱਕ ਵੱਡੀ ਸਮੱਸਿਆ ਹੈ। ਕਿਉਂਕਿ ਜਿਸ ਤਰ੍ਹਾਂ ਕਾਲਰਸ ਨੇ ਗੱਲਬਾਤ ਕੀਤੀ ਹੈ ਕਿ ਜਿਹੜਾ ਡਰੱਗ ਆਉਂਦਾਗਾ ਉਹ ਰॉ ਆਉਂਦਾਗਾ, ਤਾਂ ਉਹਦੇ ਚ ਮਿਲਾਵਟ ਅੱਗੇ ਕੀਤੀ ਜਾਂਦੀ ਹੈ, ਤੇ ਜਦੋਂ ਫੈਂਟਾਨਿਲ ਵਰਗੇ ਘਾਤਕ ਡਰੱਗ ਦੀ ਮਿਲਾਵਟ ਉਹ ਚ ਹੋਊਗੀ ਤਾਂ ਉਹ ਜਿਹਨੂੰ ਤਾਂ ਉਹ ਆ ਗਿਆ ਫੈਂਟਾਨਿਲ ਵਾਲਾ ਪਾਰਟ, ਉਹਨੂੰ ਓਵਰਡੋਜ਼ ਹੋਣੀ ਹੈ, ਕਿਉਂਕਿ ਉਹਨੇ ਰੈਗੂਲਰ ਜਿੰਨੀ ਲੈ ਰਿਹਾ ਉਨੀ ਲੈਣੀ ਹੈ, ਤਾਂ ਉਹ ਚ ਮੌਤਾਂ ਵੀ ਜਿਹੜੀਆਂ ਹੋਣਗੀਆਂ। ਤਾਂ ਹੁਣ ਡਰੱਗ ਡੀਕ੍ਰਿਮੀਨਲਾਈਜ਼ ਜਦੋਂ BC ਗਵਰਨਮੈਂਟ ਨੇ ਕੀਤੇ ਸੀ ਫੈਡਰਲ ਸਰਕਾਰ ਤੋਂ ਪਰਮਿਸ਼ਨ ਲੈ ਕੇ, ਤਾਂ ਉਹਦੇ ਬਾਰੇ ਗੱਲਬਾਤ ਕਹੀ ਸੀ ਕਿ ਅਸੀਂ ਜਿਹੜਾ ਹੈਗਾ ਉਹ ਮੈਂਟਲ ਹੈਲਥ ਮਜ਼ਬੂਤ ਕਰਾਂਗੇ ਨੌਜਵਾਨਾਂ ਦੀ, ਕਿ ਉਹ ਡਰੱਗ ਦੀ ਦਲਦਲ ਚੋਂ ਬਾਹਰ ਆਉਣ। ਤਾਂ ਉਹਦੇ ਲਈ ਸਰਕਾਰ ਨੇ ਕਿਹਾ ਕਿ ਅਸੀਂ $1 ਬਿਲੀਅਨ ਬਜਟ ਦੇ ਵਿੱਚ ਰੱਖਿਆ, ਉਹ ਚੋਂ $586 ਮਿਲੀਅਨ ਅਸੀਂ ਸਿਰਫ ਇਲਾਜ ਲਈ ਰੱਖ ਰਹੇ ਹਾਂ। ਬਾਕੀ ਜਿਹੜੇ ਸੈਂਟਰ ਬਣਾਉਣੇ ਨੇ, ਜਿਹਦੇ ਚ 9 ਉਸਾਰੀ ਅਧੀਨ ਨੇ, 11 ਆਲਰੇਡੀ ਚੱਲ ਰਹੇ ਨੇ, ਪਰ ਉਹ ਤਮਾਮ ਦੇ ਬਾਵਜੂਦ ਵੀ ਕੋਈ ਕਾਮਯਾਬੀ ਜਿਹੜੀ ਉਹ ਮਿਲਦੀ ਦਿਖਾਈ ਨਹੀਂ ਦੇ ਰਹੀ। 600 ਮੌਤਾਂ 3 ਮਹੀਨਿਆਂ ਦੇ ਵਿੱਚ ਫੇਰ ਵੀ ਹੋਈਆਂ ਨੇ, ਤੇ ਇਸ ਤੋਂ ਘੱਟ ਨੰਬਰ ਇਹ ਹੈ ਕਿ 2022 ਦੇ ਵਿੱਚ ਲਗਭਗ 2 ਲੱਖ ਲੋਕ ਓਵਰਡੋਜ਼ ਹੋਏ ਨੇ। ਉਹ ਚੋਂ 50% ਦਾ ਜਿਹੜਾ ਨੰਬਰ ਆ ਉਹ ਸਿਰਫ ਲੋਅਰ ਮੇਨਲੈਂਡ ਦਾ, ਜਾਣੀ ਕਿ BC ਦੇ ਵਿੱਚ ਡਰੱਗ ਦੀ ਸਮੱਸਿਆ ਗੰਭੀਰ ਹੈ, ਪਰ ਇੱਥੇ ਬਹੁਤ ਜ਼ਿਆਦਾ ਸੀਰੀਅਸ ਹੈ। ਤਾਂ ਉਹਨੂੰ ਲੈ ਕੇ ਇਹ ਹੈ ਕਿ ਹੁਣ ਸਰਕਾਰ ਨੇ ਜਦੋਂ ਡੀਕ੍ਰਿਮੀਨਲਾਈਜ਼ ਕੀਤਾ ਤਾਂ ਸਿੱਧਾ ਇੱਕੋ ਇੱਕ ਮੈਸੇਜ ਸੀ ਕਿ ਲੋਕ ਓਵਰਡੋਜ਼ ਦੇ ਨਾਲ ਨਾ ਮਰਨ, ਕਿ ਲੋਕਾਂ ਕੋਲੇ ਜੇ ਕਿਸੇ ਕੋਲੇ 2.5 ਗ੍ਰਾਮ ਹੈਗੀ ਹੈ ਤਾਂ ਉਹ ਰੱਖੇ ਬੇਫਿਕਰ ਹੋ ਕੇ, ਤਾਂ ਉਹ ਜ਼ਿਆਦਾ ਖਾਣ ਦੇ ਚੱਕਰ 'ਚ ਨਾ ਪਵੇ, ਉਹ ਚੱਕਰ 'ਚ ਨਾ ਪਵੇ, ਉਹ ਲਿਮਿਟ 'ਚ ਸਪਲਾਈ ਜਿਹੜੀ ਉਹ ਲਵੇ। ਪਰ ਉਹਦੇ ਲਈ ਜ਼ਰੂਰੀ ਹੈ ਕਿ ਉਹ ਵਿਅਕਤੀ ਦੀ ਮੈਂਟਲ ਹੈਲਥ ਮਜ਼ਬੂਤ ਹੋਵੇ, ਉਹਦੀ ਕਾਉਂਸਲਿੰਗ ਉਸ ਢੰਗ ਨਾਲ ਹੋਵੇ। ਤਾਂ ਜੇ ਉਹਦੀ ਕਾਉਂਸਲਿੰਗ ਉਸ ਢੰਗ ਨਾਲ ਹੋਊਗੀ ਤਾਂ ਉਹ 2.5 ਗ੍ਰਾਮ ਵੀ ਨਹੀਂ ਰੱਖੂਗਾ, ਉਹ ਨਸ਼ਿਆਂ ਦੀ ਦਲਦਲ 'ਚੋਂ ਬਾਹਰ ਆਊਗਾ। ਪਰ ਇਸ ਤਰ੍ਹਾਂ ਦੇ ਕਦਮ ਜਿਹੜੇ ਉਹ ਸਮਾਂ ਰਹਿੰਦੇ ਨਹੀਂ ਚੱਕੇ ਗਏ। ਜੀ ਸਤਿ ਸ਼੍ਰੀ ਅਕਾਲ ਜੀ। ਹਾਂ ਮੈਂ ਦੁਬਾਰਾ ਆਇਆ। ਹਾਂਜੀ ਸਰ। ਜਿਹੜੇ ਬੱਚੇ ਨਾ ਨਸ਼ੇ ਲੱਗੇ ਆ, ਇਹ ਜੇ ਨਸ਼ਾ ਇਹਨਾਂ ਦਾ ਛਡਾਉਣਾ, ਇਹਨਾਂ ਵਾਸਤੇ 4 ਬੰਦੇ ਚਾਹੀਦੇ, 6-6 ਘੰਟੇ ਇਹਨਾਂ ਉੱਤੇ ਡਿਊਟੀ ਦੇਣ ਤੇ ਇਹਨਾਂ ਨੂੰ ਵਧੀਆ ਹਸਪਤਾਲ 'ਚ ਰੱਖਣ। ਇਹ ਜਿਹੜੀ ਫੈਮਿਲੀ ਆ ਨਾ, ਜਿਹਦਾ ਬੱਚਾ ਨਸ਼ਾ ਲੱਗ ਗਿਆ, ਉਹ ਫੈਮਿਲੀ ਤਾਂ ਹੁੰਦੀ ਹੈ ਬਰਬਾਦ, ਉਹ ਫੈਮਿਲੀ ਕੁਝ ਨਹੀਂ ਕਰ ਸਕਦੀ। ਇਹ ਸਾਰੀ ਕਮਿਊਨਿਟੀ ਨੂੰ ਇਕੱਠੇ ਹੋ ਕੇ 4 ਬੰਦੇ ਚਾਹੀਦੇ ਪੁੱਤ, 6-6 ਘੰਟੇ ਉਹਦੇ ਬੱਚੇ ਤੇ ਡਿਊਟੀ ਦੇਣ। ਜਦੋਂ ਉਹਨੂੰ ਤੋੜ ਲੱਗਦੀ ਹੈ ਗੋਲੀ ਦੇਣ, ਜਦੋਂ ਤੋੜ ਲੱਗਦੀ ਹੈ ਉਹਦੇ ਇੰਜੈਕਸ਼ਨ ਲੱਗੇ। 1 ਮਹੀਨੇ 'ਚ ਬੱਚਾ ਜਿੱਦਾਂ ਮਰਜ਼ੀ ਖਤਰਨਾਕ ਨਸ਼ਾ, 1 ਮਹੀਨੇ 'ਚ ਬੱਚਾ ਨਸ਼ਾ ਛੱਡ ਜੂਗਾ। ਸਾਰੀ ਕਮਿਊਨਿਟੀ ਨੂੰ ਕਹੋ ਇਹਨਾਂ ਨੂੰ, ਸਾਰਾ ਜਿਹੜੇ ਤੁਸੀਂ ਫਿਊਲ ਬੇਸਡ ਕੰਮ ਕਰਦੇ ਹੋ, ਜਿਹੜੇ ਨਗਰ ਕੀਰਤਨ ਹੈ ਫਿਊਲ ਦਾ ਗੱਲਾਂ ਨੇ, ਉਦਾਂ ਇਕੱਠੇ ਹੋਵੋ ਸਾਰੇ, ਇਕੱਠੇ ਹੋ ਕੇ ਜਿੰਨੇ ਬੱਚੇ ਆ 4-4 ਬੰਦੇ ਵਧੀਆ ਹਸਪਤਾਲ 'ਚ ਰੱਖੋ,
ਸਾਰੇ ਬੱਚੇ ਠੀਕ ਹੋ ਜਾਣਗੇ। ਠੀਕ ਹੈ ਜੀ, ਓਕੇ ਬੇਟਾ। ਠੀਕ ਹੈ ਜੀ, ਓਕੇ ਜੀ 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 ਇਹ ਕਾਲਰ ਜਦੋਂ ਅਸੀਂ ਨਸ਼ੇ ਦੇ ਮੁੱਦੇ ਦੇ ਉੱਤੇ ਕੋਈ ਵੀ ਖਬਰ ਲਿਆਉਂਦੇ ਆ ਤਾਂ ਇਹ ਸਾਡੇ ਕਾਲਰ ਸਾਡੇ ਨਾਲ ਸਪੈਸ਼ਲੀ ਜੁੜਦੇ ਨੇ। ਠੀਕ ਹੈ, ਉਹ ਆਪਣੇ ਵਿਚਾਰ ਰੱਖਦੇ ਨੇ, ਪਰ ਉਹਨਾਂ ਵਿਚਾਰਾਂ ਦੇ ਵਿੱਚ ਕੁਝ ਚੀਜ਼ਾਂ ਨਾਲ ਅਸੀਂ ਜ਼ਰੂਰ ਸਹਿਮਤ ਹੋ ਸਕਦੇ, ਜਿਵੇਂ ਕਿ ਅਖੀਰ ਦੇ ਵਿੱਚ ਇਹਨਾਂ ਨੇ ਹੁਣ ਕਿਹਾ ਕਿ ਠੀਕ ਹੈ, ਸਭ ਨੂੰ ਇਕੱਠੇ ਹੋ ਕੇ ਆਪਣੇ ਬੱਚਿਆਂ ਦੇ ਉੱਤੇ ਧਿਆਨ ਰੱਖਣਾ ਚਾਹੀਦਾ, ਨਜ਼ਰ ਰੱਖਣੀ ਚਾਹੀਦੀ ਹੈ, ਕਮਿਊਨਿਟੀ ਨੂੰ ਵੀ ਉਹਨਾਂ ਨੂੰ ਕਾਉਂਸਲਿੰਗ ਜਿਹੜੀ ਉਹਨਾਂ ਦੀ ਹੋਣੀ ਜ਼ਰੂਰੀ ਹੈ। ਪਰ ਬਾਕੀ ਕੁਝ ਚੀਜ਼ਾਂ ਇੱਦਾਂ ਦੀਆਂ ਜਿਨ੍ਹਾਂ ਦੇ ਨਾਲ ਜਿਹੜਾ ਇਹ ਹੈ ਵੀ ਉਹ ਡਿਫਰੈਂਟ ਇੱਕ ਐਂਗਲ ਹੈ। ਸਭ ਤੋਂ ਪਹਿਲੀ ਅਰਸ਼ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਸਰਕਾਰ ਕੁਝ ਨਹੀਂ ਕਰ ਸਕਦੀ। ਸਰਕਾਰ ਕਿਉਂ ਕੁਝ ਨਹੀਂ ਕਰ ਸਕਦੀ? ਜਿਹੜੀ ਬਿਲੀਅਨ ਡਾਲਰ ਨਿਵੇਸ਼ ਕਰ ਸਕਦੀ ਹੈ ਇਹਦੇ ਵਿੱਚ, ਤਾਂ ਸਰਕਾਰ ਦੇ ਹੱਥ ਦੇ ਵਿੱਚ ਹੀ ਇੰਨੀ ਕਮਿਊਨਿਟੀ ਨੂੰ ਸਾਂਭਣਾ। ਔਰ ਸਿਰਫ ਇੱਕ ਕਮਿਊਨਿਟੀ ਨਹੀਂ, ਬਲਕਿ ਤੇ ਬਹੁਤ ਸਾਰੇ ਲੋਕ ਇਹਦੇ ਵਿੱਚ ਨੇ, ਸਿਰਫ ਇੱਥੇ ਇੱਕ ਕਮਿਊਨਿਟੀ ਨੂੰ ਆਪਾਂ ਟਾਰਗੇਟ ਨਹੀਂ ਕਰ ਸਕਦੇ। ਸੋ ਹੁਣ ਜਿੰਨੇ ਲੋਕ ਨੇ ਓਵਰਡੋਜ਼ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ, ਹੇਸਟਿੰਗ ਸਟਰੀਟ ਦਾ ਹਾਲ ਕੀ ਹੈ, ਅਸੀਂ ਉਹਦੀ ਖਬਰ ਪਿਛਲੇ ਦਿਨਾਂ 'ਚ ਪੜ੍ਹੀ ਵੀ ਉਹਨੂੰ ਵੀ ਠੀਕ ਕਰਨ ਦੇ ਲਈ ਕੀ ਕੁਝ ਨਹੀਂ ਕੀਤਾ ਗਿਆ। ਸੋ ਇਹ ਘਾਤਕ ਹੁੰਦਾ ਜਾ ਰਿਹਾ। ਸੋ ਬਹੁਤ ਜ਼ਰੂਰੀ ਹੈ ਹੁਣ ਇਸ ਚੀਜ਼ ਦੇ ਉੱਤੇ ਕੋਈ ਨਾ ਕੋਈ ਸਖਤ ਕਦਮ ਸਰਕਾਰ ਲਵੇ, ਤੇ ਜੇ ਸਰਕਾਰ ਨਹੀਂ ਲੈਂਦੀ ਤਾਂ ਇਲੈਕਸ਼ਨ ਦਾ ਫਿਰ ਸਭ ਤੋਂ ਵੱਡਾ ਮੁੱਦਾ ਇਹੀ ਹੋਏਗਾ। ਕਿਤੇ ਨਾ ਕਿਤੇ ਇਸ ਚੀਜ਼ ਲਈ ਸਿਟੀ ਮਾਫ ਕਰਨਾ ਪ੍ਰੋਵਿੰਸ ਨੂੰ ਬਹੁਤ ਹੀ ਬਰੀਕੀ ਦੇ ਨਾਲ ਕਹਿ ਸਕਦੇ ਹਾਂ ਵੀ ਆਪਣੀ ਯੋਜਨਾ ਉਲੀਕਣੀ ਪੈਣੀ ਹੈ। ਅਰਸ਼, ਹੁਣ ਦੂਜੀ ਖਬਰ ਜਿਹੜੀ ਹੈ ਕਿ ਜਿਵੇਂ ਉਬਰ ਈਟਸ ਦੇ ਵੱਲੋਂ ਸਮਝੌਤਾ ਕਰ ਲਿਆ ਗਿਆ ਕੈਨੇਬਿਸ ਕੰਪਨੀਆਂ ਦੇ ਨਾਲ। ਇਹ ਖਬਰ ਸਟ੍ਰੇਂਜ ਹੈ। ਹੁਣ ਇਹ ਖਬਰ ਬੇਸ਼ੱਕ ਵਿਕਟੋਰੀਆ ਜਾਂ ਵੈਨਕੂਵਰ ਦੀ ਆਈ ਥਿੰਕ ਉੱਥੇ ਡਿਲੀਵਰੀ ਹੋ ਰਹੀ ਹੈ। ਹੁਣ ਜਦੋਂ ਵਿਕਟੋਰੀਆ ਤੇ ਵੈਨਕੂਵਰ ਦੀ ਗੱਲ ਕਰ ਲਈਏ, ਕਿੰਨਾ ਕੁ ਦੂਰ ਹੈ? ਸਾਰੀ ਬਿਲਕੁਲ ਨਾਲ ਹੀ ਹੈਗੀ ਹੈ। ਸੋ ਕਦੋਂ ਇਹ ਉਬਰ ਈਟਸ ਦੀ ਜਿਹੜੀ ਇੱਥੇ ਵੀ ਸ਼ੁਰੂ ਹੋ ਜਾਣੀ ਹੈ, ਇਹਨੂੰ ਲੀਗਲ ਮੰਨ ਕੇ ਡਿਲੀਵਰੀ ਹੋ ਜਾਣੀ ਹੈ, ਤਾਂ ਘਰ ਦੇ ਵਿੱਚ ਬੈਠੇ ਹਰ ਪਲ ਦੇ ਲਈ ਹਰ ਚੀਜ਼ ਅਵੇਲੇਬਲ ਹੈ। ਮਤਲਬ ਜਿਹੜਾ ਕੋਈ ਨਸ਼ੇ ਦੀ ਤੋੜ ਦੇ ਵਿੱਚ ਹੈ, ਜਿਹਨੂੰ ਕਿਹਾ ਜਾ ਰਿਹਾ ਵੀ ਉਹਨੇ ਭੰਗ ਹੀ ਸਿਰਫ ਪੀਣੀ ਹੈ ਜਾਂ ਖਾਣੀ ਹੈ। ਸੋ ਇਹ ਚੀਜ਼ ਸਟ੍ਰੇਂਜ ਹੈ ਵੀ ਹੁਣ ਤਾਂ ਕੈਬਾਂ ਦੇ ਥਰੂ, ਉਬਰ ਈਟਸ ਵਗੈਰਾ ਦੇ ਥਰੂ ਆਰਾਮ ਨਾਲ ਘਰੇ ਬੈਠੇ ਅਵੇਲੇਬਲ ਹੋ ਜੂਗੀ। ਕਮ ਸੇ ਕਮ ਜਿਹੜੇ ਬੰਦੇ 'ਚ ਇੰਨੀ ਵਾਹ ਨਹੀਂ ਹੁੰਦੀ ਵੀ ਉੱਠ ਕੇ ਕਿਤੇ ਜਾ ਸਕੇ, ਉਹ ਜੇ ਟਿਕਿਆ ਰਹੂਗਾ ਆਪਣੀ ਥਾਂ ਦੇ ਉੱਤੇ ਤਾਂ ਕਮ ਸੇ ਕਮ ਬਚ ਵੀ ਜਾਊ, ਕਿਉਂਕਿ ਉਹਦੀ ਅਵੇਲੇਬਿਲਿਟੀ ਨਹੀਂ ਹੋਣੀ। ਪਰ ਜੇ ਹੁਣ ਫੋਨਾਂ ਦੇ ਉੱਤੇ, ਐਪਾਂ ਦੇ ਉੱਤੇ ਭੰਗ ਘਰੇ ਵੀ ਆਉਣ ਲੱਗ ਜਾਂਦੀ ਹੈ, ਤਾਂ ਫਿਰ ਤਾਂ ਇਹ ਕਹਿ ਸਕਦੇ ਹਾਂ ਵੀ ਕਿਸੇ ਵੀ ਥਾਂ ਦੇ ਉੱਤੋਂ ਇਸ ਨਸ਼ੇ ਤੋਂ ਬਚਿਆ ਨਹੀਂ ਜਾ ਸਕਦਾ। ਔਰ ਜਿਵੇਂ ਇੱਕ ਜਿਹੜੇ ਸਾਡੇ ਕਾਲਰ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਭੰਗ ਇੱਕ ਸੁੱਕਾ ਨਸ਼ਾ ਹੁੰਦਾ ਹੈ, ਸੋ ਬਾਕੀ ਨਸ਼ਿਆਂ ਨੂੰ ਬਚਾਉਣ ਦੇ ਵਿੱਚ ਹੈਲਪ ਕਰਦਾ ਹੈ। ਅਰਸ਼, ਮੈਂ ਤੁਸੀਂ ਜ਼ਰੂਰ ਇਸ ਚੀਜ਼ 'ਤੇ ਆਪਣੇ ਵਿਚਾਰ ਰੱਖਣਾ, ਕਿਉਂਕਿ ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ ਕਿ ਨਸ਼ੇ ਨੂੰ ਤੋੜਨ ਦਾ ਜਿਹੜਾ ਤੋੜ ਹੁੰਦਾ ਉਹ ਨਸ਼ਾ ਹੀ ਹੋ ਸਕਦਾ ਹੈ, ਉਹਨੂੰ ਖਤਮ ਕਰਨ ਦਾ। ਸੋ ਦੇਖੋ ਜੀ, ਜਦੋਂ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰੀਏ ਕਿ ਬਹੁਤ ਸਾਰੀ ਐਲੋਪੈਥੀ ਦੀ ਮੈਡੀਸਨਸ ਦੇ ਵਿੱਚ ਵੀ ਅਫੀਮ ਦੀ ਵਰਤੋਂ ਹੁੰਦੀ ਹੈ, ਤਾਂ ਕਿਸੇ ਵਿਅਕਤੀ ਨੂੰ ਜਦੋਂ ਨਸ਼ਾ ਛਡਾਉਣਾ ਗਾ ਤਾਂ ਸਾਈਕੋਲੋਜੀਕਲ ਤੌਰ ਤੇ ਵੀ ਇੰਪੋਰਟੈਂਟ ਹੈ, ਉਹ ਰਿਸਰਚ ਤੁਹਾਡੀ ਹੋਣੀ ਚਾਹੀਦੀ ਹੈ, ਤੇ ਸਾਇੰਟੀਫਿਕ ਤੌਰ ਤੇ ਜੋ ਮੈਡੀਸਨਸ ਤਿਆਰ ਕੀਤੀਆਂ ਜਾਂਦੀਆਂ ਨੇ ਉਹ ਤੇ ਬਿਲੀਅਨਸ ਆਫ ਡਾਲਰ ਜਿਹੜੇ ਉਹ ਰਿਸਰਚ ਤੇ ਲੱਗਦੇ ਨੇ। ਕਿ ਜੇਕਰ ਆਪਾਂ ਕਾਲਰ ਦੀ ਗੱਲ ਨਾਲ ਸਹਿਮਤ ਹੋ ਜਾਈਏ ਕਿ ਭੰਗ ਜਿਹੜੀ ਹੈ ਉਹ ਨਸ਼ਾ ਛਡਾਉਣ ਦੇ ਲਈ ਜ਼ਰੂਰੀ ਹੈ, ਪਰ ਇਹ ਤਾਂ ਹੈ ਨਹੀਂ ਕਿ ਅਸੀਂ ਗਲਾਸ ਭਰ ਕੇ ਪੀਣੀ ਸ਼ੁਰੂ ਕਰ ਦਿਆਂਗੇ ਕਿ ਜਦੋਂ ਤੋੜ ਲੱਗਦੀ ਹੈ ਉਦੋਂ ਭੰਗ ਜਿਹੜੀ ਉਹ ਲੈ ਲਓ, ਤਾਂ ਫਿਰ ਤੁਸੀਂ ਇੱਕ ਛੱਡ ਕੇ ਦੂਜਾ ਜਿਹੜਾ ਉਹ ਲੈ ਰਹੇ ਹੋ। ਤਾਂ ਉਹਦੇ ਲਈ ਇੱਕ ਸਾਇੰਟੀਫਿਕ ਰਿਸਰਚ ਆ, ਉਹ ਤੁਹਾਨੂੰ ਡਾਕਟਰ ਰეკਮੈਂਡ ਕਰੂਗਾ ਕਿ ਕਿਸ ਢੰਗ ਦੇ ਨਾਲ ਤੁਸੀਂ ਜਿਹੜਾ ਹੈ ਉਹ ਛੱਡ ਸਕਦੇ ਹੋ। ਪਰ ਨਸ਼ਾ ਛੱਡਣ ਦੇ ਲਈ ਨਾ ਤਾਂ ਭੰਗ ਜ਼ਰੂਰੀ ਹੈ, ਨਾ ਕੋਈ ਦਵਾਈ ਜ਼ਰੂਰੀ ਹੈ। ਨਸ਼ਾ ਛੱਡਣ ਦੇ ਲਈ ਇੱਛਾ ਸ਼ਕਤੀ ਜ਼ਰੂਰੀ ਹੈ ਸਭ ਤੋਂ ਪਹਿਲਾਂ। ਜੇ ਅਸੀਂ ਉਹ ਇੱਛਾ ਸ਼ਕਤੀ ਕਿਸੇ ਡਰੱਗ ਐਡਿਕਟ ਵਿਅਕਤੀ ਦੇ ਅੰਦਰ ਜਗਾ ਦੇਾਂਗੇ ਤਾਂ ਫਿਰ ਉਹ 50% ਕੰਮ ਤਾਂ ਉੱਥੇ ਜਿਹੜਾ ਉਹ ਬਣ ਜਾਂਦਾ ਹੈਗਾ, ਕਿਉਂਕਿ ਜਦੋਂ ਉਹ ਮੈਂਟਲੀ ਤੌਰ ਤੇ ਜਿੱਤ ਗਿਆ ਡਰੱਗ ਤੋਂ, ਤਾਂ ਫਿਜ਼ੀਕਲ ਤੌਰ ਤੇ ਜਿੱਤਣਾ ਉਹਦੇ ਲਈ ਸੌਖਾ ਗਾ। ਉਹ ਮੁਸੀਬਤਾਂ, ਸਮੱਸਿਆਵਾਂ ਜ਼ਰੂਰ ਉਹਨੂੰ ਕੁਝ ਸਮੇਂ ਲਈ ਆਉਣਗੀਆਂ, ਉਹਦੇ ਲਈ ਬਕਾਇਦਾ ਤੌਰ ਤੇ ਮੈਡੀਸਨਸ ਅਵੇਲੇਬਲ ਨੇ, ਸਾਰੇ ਪ੍ਰਬੰਧ ਅਵੇਲੇਬਲ ਨੇ, ਪਰ ਜਿਹੜੀ ਜ਼ਰੂਰਤ ਹੁੰਦੀ ਹੈਗੀ ਉਹ ਜ਼ਰੂਰਤ ਜਿਹੜੀ ਕਮਿਊਨਿਟੀ ਦੇ ਸਹਿਯੋਗ ਦੀ ਗੱਲਬਾਤ ਉਹ ਕਰਦੇ ਨੇ। ਤਾਂ ਗਵਰਨਮੈਂਟ ਵੀ ਉਹੀ ਪਾਸੇ ਸ਼ਿਫਟ ਹੋ ਰਹੀ ਹੈ ਕਿ ਅਸੀਂ ਮੈਂਟਲ ਹੈਲਥ ਦੇ ਲਈ ਕਾਉਂਸਲਿੰਗ ਦਾ ਪ੍ਰਬੰਧ ਜਿਹੜਾ ਉਹ ਕਰਨਾਗਾ, ਪਰ ਉਹ ਬਹੁਤ ਤੇਜ਼ੀ ਨਾਲ ਕਰਨ ਦੀ ਜ਼ਰੂਰਤ ਹੈ, ਕਿਉਂਕਿ ਡਰੱਗ ਐਡਿਕਟ ਨੂੰ ਜੇ ਤੁਸੀਂ ਨਸ਼ਾ ਛਡਾਉਣਾ ਹੈ ਤਾਂ ਉਹਦਾ ਇੱਕੋ ਹੱਲ ਹੈ ਕਿ ਉਹ ਮਾਨਸਿਕ ਤੌਰ ਤੇ ਨਸ਼ੇ ਤੋਂ ਜਿੱਤ ਜਿਹੜੀ ਉਹ ਪ੍ਰਾਪਤ ਕਰ ਲੇ। ਜੇ ਮਾਨਸਿਕ ਤੌਰ ਤੇ ਜਿੱਤ ਤੋਂ ਪ੍ਰਾਪਤ ਕਰ ਲੂਗਾ ਤਾਂ ਫਿਜ਼ੀਕਲ ਦਿੱਕਤਾਂ ਜਿਹੜੀਆਂ ਉਹਨੂੰ ਆਉਂਦੀਆਂ ਨੇ ਬੋਡੀ ਦੇ ਵਿੱਚ, ਤਾਂ ਉਹ ਹੌਲੀ ਹੌਲੀ ਰਿਕਵਰ ਜਿਹੜੇ ਹੈ ਉਹ ਸਿਸਟਮ ਸਾਡੀ ਬੋਡੀ ਦਾ ਕਰ ਜਾਂਦਾ ਗਾ। ਪਰ ਕਿਸੇ ਨੂੰ ਇਹ ਸਲਾਹ ਦੇਣੀ ਕਿ ਭਾਈ ਤੂੰ ਸ਼ਰਾਬ ਪੀਨਾਗਾ ਤਾਂ ਤੂੰ ਫੀਮ ਖਾਣ ਲੱਗ ਜਾ, ਤੇਰੀ ਸ਼ਰਾਬ ਛੁੱਟ ਜੂ, ਜੇ ਤੂੰ ਫੀਮ ਖਾਨਾਗਾ ਤੂੰ ਭੰਗ ਤੇ ਲੱਗ ਜਾ, ਤੇਰੀ ਅਫੀਮ ਜਿਹੜੀ ਉਹ ਛੁੱਟ ਜੂਗੀ। ਤਾਂ ਇਹ ਗੱਲਾਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਕਰਦੇ ਅਸੀਂ ਸੋਹਣੇ ਲੱਗਦੇ ਸੀ, ਪਰ ਹੁਣ ਐਡਵਾਂਸ ਟੈਕਨੋਲੋਜੀ ਦਾ ਜ਼ਮਾਨਾ ਗਾ। ਹੁਣ ਬ੍ਰੇਨ, ਮੈਂਟਲ ਤੇ ਜਿੰਨਾ ਲੋਡ ਮਨੁੱਖ ਨੇ ਪਾ ਲਿਆ ਗਾ, ਤਾਂ ਉਹਨਾਂ ਹਾਲਾਤਾਂ ਦੇ ਵਿੱਚ ਜਿਹੜੀਆਂ ਰਿਸਰਚ ਹੋ ਰਹੀ ਹੈ ਉਹ ਸਾਰਾ ਕੁਝ ਉਸੇ ਆਧਾਰ ਤੇ ਹੋ ਰਿਹਾ। ਪਰ ਜਿਹੜੀ ਡਰੱਗਸ ਦੀ ਸਮੱਸਿਆ ਦੀ ਗੱਲਬਾਤ ਉਹਨਾਂ ਨੇ ਕੀਤੀ ਹੈ, ਇਹ ਸਮੱਸਿਆ ਗੰਭੀਰ ਹੈ। ਕੱਲੀਆਂ ਸਰਕਾਰਾਂ ਵੀ ਕੁਝ ਨਹੀਂ ਕਰ ਸਕਦੀਆਂ, ਪਰ ਸਰਕਾਰਾਂ ਸਭ ਤੋਂ ਇੰਪੋਰਟੈਂਟ ਰੋਲ ਜਿਹੜਾ ਉਹ ਅਦਾ ਕਰ ਸਕਦੀਆਂ। ਕਮਿਊਨਿਟੀ ਦਾ ਸਹਿਯੋਗ, ਫੈਮਿਲੀ ਦਾ ਸਹਿਯੋਗ, ਸਾਰਾ ਕੁਝ ਜਿਹੜਾ ਉਹ ਨਿਰਭਰ ਕਰਦਾ ਗਾ
ਫੇਰ ਹੀ ਵਿਅਕਤੀ ਮਾਨਸਿਕ ਤੌਰ ਤੇ ਤਿਆਰ ਹੋ ਪਾਉਂਦਾ ਕਿ ਉਹਨੇ ਇਸ ਦਲਦਲ ਦੇ ਵਿੱਚੋਂ ਬਾਹਰ ਆਉਣਾਗਾ। ਪਰ ਜਦੋਂ ਅਸੀਂ ਕੈਨੇਡਾ ਦੀ ਗੱਲਬਾਤ ਕਰਦੇ ਹਾਂ ਤਾਂ ਕੈਨੇਡਾ ਨਾਲੋਂ ਨਾਲ ਮਨੁੱਖੀ ਅਧਿਕਾਰਾਂ ਦੀ ਰਾਖੀ ਮੁਲਕ ਚੋਂ ਵੀ ਆਉਂਦਾਗਾ। ਇਹ ਆਏ ਨਹੀਂ ਕਿ ਜੇਕਰ ਕੋਈ ਵਿਅਕਤੀ ਡਰੱਗ ਲੈ ਰਿਹਾ ਤੇ ਸਟਰੀਟ ਤੇ ਬੈਠਾ ਤੇ ਉਹਨਾਂ ਨੂੰ ਚੱਕ ਕੇ ਜਿਹੜਾ ਉਹ ਆਪਣੀ ਮਰਜ਼ੀ ਦੇ ਨਾਲ ਜਿਹੜਾ ਉਹ ਉਹਨਾਂ ਨੂੰ ਹਸਪੀਟਲਾਂ 'ਚ ਸੁੱਟਣ ਲੱਗ ਜਾਣਗੇ, ਤਾਂ ਫਿਰ ਉਹ ਡੈਮੋਕ੍ਰੇਸੀ ਦੀ ਡਿਕਟੇਟਰਸ਼ਿਪ ਵਾਲੇ ਭਾਵ 'ਚ ਆਉਂਦਾ। ਤਾਂ ਉਹਨਾਂ ਨੂੰ ਕਾਉਂਸਲਿੰਗ ਕਰਕੇ ਤਿਆਰ ਕਰਨਾ ਪੈਣਾ ਉਸ ਚੀਜ਼ ਲਈ ਕਿ ਆਓ ਡਰੱਗ 'ਚੋਂ ਬਾਹਰ ਜਿਹੜਾ ਉਹ ਨਿਕਲੋ, ਫਿਰ ਇਹ ਤੇ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਪਰ ਫਿਲਹਾਲ ਇਹ ਸਮੱਸਿਆ BC ਦੇ ਵਿੱਚ ਵੀ ਗੰਭੀਰ ਹੈ, ਟੋਰਾਂਟੋ ਸ਼ਹਿਰ ਦੇ ਵਿੱਚ ਵੀ ਗੰਭੀਰ ਹੈ, ਅਮਰੀਕਾ ਦੇ ਵੀ ਨਿਊਯਾਰਕ 'ਚ ਗੰਭੀਰ ਹੈ, ਬਾਕੀ ਥਾਵਾਂ ਤੇ ਵੀ ਗੰਭੀਰ ਹੈ, ਪਰ ਵਰਲਡ ਲੈਵਲ ਦੀ ਸਮੱਸਿਆ ਇਹ ਹੈਗੀ ਹੈ ਜੀ। ਬਿਲਕੁਲ। ਅੱਛਾ, ਅਗਲੀ ਖਬਰ ਵੱਲ ਵਧਦੇ ਹਾਂ। ਅਗਲੀ ਖਬਰ ਜਿਹੜੀ ਹੈ ਆਸਟ੍ਰੇਲੀਆ ਤੋਂ ਜਿਹੜੀ ਆਈ ਹੈ ਕਿ ਜਿਹੜੇ ਕਹਿੰਦੇ ਨੇ ਡਾਕੂਮੈਂਟਸ ਜਿਹੜੇ ਸਟੂਡੈਂਟਸ ਦੇ ਹੁੰਦੇ, ਕੋਈ ਵੀ ਵਿਦਿਆਰਥੀ ਹੈ ਉਹਦਾ ਵੀਜ਼ਾ ਲੱਗ ਰਿਹਾ ਜਦੋਂ ਉਹ ਸਟੂਡੈਂਟ ਸਟੱਡੀ ਵੀਜ਼ੇ ਦੇ ਉੱਤੇ ਆ ਰਿਹਾ, ਤਾਂ ਸਟੱਡੀ ਵੀਜ਼ੇ ਦੇ ਵਿੱਚ ਜਿਹੜੇ ਕਾਗਜ਼ ਪੱਤਰਾਂ ਦਾ ਇਸਤੇਮਾਲ ਕਰ ਰਿਹਾ, ਜਿਹੜੇ ਡਾਕੂਮੈਂਟਸ ਦਾ ਇਸਤੇਮਾਲ ਕਰ ਰਿਹਾ, ਕੀ ਉਹ ਸਹੀ ਨੇ, ਕੀ ਪ੍ਰੋਪਰ ਤਰੀਕੇ ਨਾਲ ਉਹ ਬਣਾਏ ਗਏ ਨੇ, ਕੀ ਉਹ ਸਟੱਡੀ ਹੀ ਕਰਨ ਵਾਸਤੇ ਆ ਰਿਹਾ ਮੁਲਕ ਦੇ ਵਿੱਚ, ਇਹ ਸਾਰੀਆਂ ਚੀਜ਼ਾਂ ਦੀਆਂ ਕਿਉਂਕਿ ਪਿੱਛੇ ਜੇ ਖਬਰਾਂ ਬਹੁਤ ਜ਼ਿਆਦੀਆਂ ਆਈਆਂ ਔਰ ਖਾਸ ਕਰਕੇ ਜਦੋਂ 700 ਵਿਦਿਆਰਥੀਆਂ ਦੀ ਗੱਲ ਕੀਤੀ ਜਾ ਰਹੀ ਸੀਗੀ ਜਿਨ੍ਹਾਂ ਦੇ ਕਈ ਫਰਜ਼ੀ ਨਿਕਲੇ, ਜਿਨ੍ਹਾਂ ਦੇ ਕਾਗਜ਼ ਪੱਤਰ, ਉਹਨਾਂ ਲਈ ਮੁਸ਼ਕਿਲ ਖੜੀ ਹੋ ਗਈ। ਉਸ ਤੋਂ ਬਾਅਦ ਆਸਟ੍ਰੇਲੀਆ ਨੇ ਬਹੁਤ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ ਵੀ ਇਹ ਧੜੀ ਜਿਹੜੀ ਫੇਕ ਡਾਕੂਮੈਂਟਸ ਵਾਲੀ ਹੈ ਇਹ ਰੋਕਣੀ ਪਏਗੀ। ਹੁਣ ਆਸਟ੍ਰੇਲੀਆ ਨੇ ਇਸ ਗੱਲ ਦੀ ਤਿਆਰੀ ਖਿੱਚੀ ਹੈ ਵੀ ਅਸੀਂ ਕਾਫੀ ਹੱਦ ਤੱਕ ਵਿਦਿਆਰਥੀ ਵੀਜ਼ੇ ਦੇ ਉੱਤੇ ਹੁਣ ਪੂਰੀ ਛਾਣਬੀਨ ਕਰ ਰਹੇ ਹਾਂ, ਤੇ ਜਿਹਦੇ ਵੀ ਡਾਕੂਮੈਂਟਸ ਜਿਹੜੇ ਨੇ ਉਹ ਫਰਜ਼ੀ ਪਾਏ ਜਾਂਦੇ ਨੇ ਉਹ ਆਸਟ੍ਰੇਲੀਆ ਦਾ ਵੀਜ਼ਾ ਨਹੀਂ ਲੈ ਪਾਏਗਾ। ਉਹਨਾਂ ਨੇ ਕਾਫੀ ਸਾਰੇ ਸਟੂਡੈਂਟ ਜਿਹੜੇ ਨੇ ਕੱਢ ਵੀ ਲਏ ਨੇ, ਮਤਲਬ ਉਹਨਾਂ ਦੀ ਇੱਕ ਲਿਸਟ ਜਾਰੀ ਕਰ ਦਿੱਤੀ, ਉਹਨਾਂ ਨੇ ਸਾਹਮਣੇ ਆ ਚੁੱਕੀ ਹੈ ਜਿਹਦੇ ਤੇ ਖਾਸ ਧਿਆਨ ਦਿੱਤਾ ਜਾ ਰਿਹਾ ਵੀ ਉਸ ਲਿਸਟ ਦੇ ਵਿੱਚ ਕਈ ਵਿਦਿਆਰਥੀ ਅਜਿਹੇ ਹੋਣਗੇ ਜਿਨ੍ਹਾਂ ਨੂੰ ਕੀ ਹੋ ਸਕਦਾ ਆਸਟ੍ਰੇਲੀਆ ਦੇ ਵਿੱਚ ਉਹ ਪਹੁੰਚ ਗਏ ਨੇ, ਸਟੱਡੀ ਸ਼ੁਰੂ ਕਰ ਰਹੇ ਆ, ਕੰਮ ਵੀ ਕਰ ਰਹੇ ਨੇ, ਪਰ ਉਹਨਾਂ ਨੂੰ ਵਾਪਸ ਜਾਣ ਲਈ ਕਿਹਾ ਜਾਵੇ। ਹੁਣ ਇਹ ਹੈ ਵੀ ਜਦੋਂ ਡਾਕੂਮੈਂਟਸ, ਪਹਿਲੀ ਗੱਲ ਤਾਂ ਆਸਟ੍ਰੇਲੀਆ ਦਾ ਇਹ ਕਹਿਣਾ ਵੀ ਸਾਡੀ ਪਹਿਲੀ ਤਰਜੀਹ ਹੈ ਵੀ ਜੇ ਉਹ ਕੰਮ ਕਰਨ ਵਾਸਤੇ ਆ ਰਿਹਾ ਤਾਂ ਉਹ ਕੰਮ ਕਰੇ। ਥੋੜੇ ਬਹੁਤ ਜਿਹੜੀਆਂ ਲੀਗਲ ਤੌਰ ਦੇ ਉੱਤੇ ਜਿਹੜੀਆਂ ਉਹਨਾਂ ਨੂੰ ਛੋਟਾਂ ਦਿੱਤੀਆਂ ਗਈਆਂ ਉਹ ਜ਼ਰੂਰ ਕਰ ਸਕਦੇ ਨੇ, ਪਰ ਕਿਉਂਕਿ ਬਹੁਤੇ ਸਟੂਡੈਂਟ ਉਹ ਕਹਿੰਦੇ ਅਜਿਹੇ ਨੇ ਜਿਹੜੇ ਆਉਂਦੇ ਵਿਦਿਆਰਥੀ ਵੀਜ਼ੇ ਤੇ ਨੇ, ਪੜ੍ਹਨ ਦੇ ਵੀਜ਼ੇ ਦੇ ਉੱਤੇ ਆਉਂਦੇ ਨੇ, ਪਰ ਉਹ ਪੜ੍ਹ ਰਹੇ ਨਹੀਂ ਹੈ, ਉਹ ਸਿਰਫ ਔਰ ਸਿਰਫ ਕੰਮ ਹੀ ਕੀਤੀ ਜਾ ਰਹੇ, ਉਹ ਕੰਮ ਕਰ ਰਹੇ ਨੇ ਤੇ ਪੈਸੇ ਕਮਾ ਰਹੇ ਨੇ। ਸੋ ਉਹਨਾਂ ਦਾ ਕਹਿਣਾ ਹੈ ਕਿ ਜੇ ਉਹਨਾਂ ਨੇ ਉੱਥੋਂ ਦੀ ਸਟੱਡੀ ਹਾਸਲ ਨਹੀਂ ਕਰਨੀ, ਉੱਥੋਂ ਦੀ ਤਾਲੀਮ ਨਹੀਂ ਲੈਣੀ, ਤਾਂ ਫਿਰ ਉਹਨਾਂ ਦਾ ਮਕਸਦ ਸਿਰਫ ਵੀਜ਼ਾ ਲਗਵਾਉਣਾ ਹੁੰਦਾ ਬਾਹਰਲੀ ਕੰਟਰੀ ਦਾ, ਹੋਰ ਕੁਝ ਨਹੀਂ। ਤੇ ਹੁਣ ਸਖਤੀ ਉਹ ਕਹਿੰਦੇ ਅਸੀਂ ਕਰਾਂਗੇ। ਸੋ ਕਹਿ ਲਓ ਵੀ ਕੈਨੇਡਾ ਦੇ ਵਿੱਚ ਅਜਿਹੇ ਮਾਮਲੇ ਸਾਹਮਣੇ ਆਏ ਤਾਂ ਆਸਟ੍ਰੇਲੀਆ ਨੇ ਵੀ ਇਹਦੇ ਉੱਤੇ ਹੁਣ ਕਾਫੀ ਜਿਹੜੀ ਨਕੇਲ ਕੱਸਣੀ ਸ਼ੁਰੂ ਕਰ ਦਿੱਤੀ ਹੈ। ਦੇਖੋ, ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤਾਂ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਦੇ ਵਿੱਚ ਵੀ ਬੜਾ ਚਰਚਿਤ ਮਸਲਾ ਹਮੇਸ਼ਾ ਰਹਿੰਦਾ ਹੈਗਾ, ਆਸਟ੍ਰੇਲੀਆ ਦੇ ਵਿੱਚ ਵੀ ਚਰਚਿਤ ਮਸਲਾ ਹੈਗਾ। ਪਰ ਆਸਟ੍ਰੇਲੀਆ ਦੀਆਂ ਜਿਹੜੀਆਂ 5 ਯੂਨੀਵਰਸਿਟੀਆਂ ਨੇ, ਜਿਸ 'ਚ ਵਿਕਟੋਰੀਆ ਯੂਨੀਵਰਸਿਟੀ ਵੀ ਸ਼ਾਮਲ ਹੈ, ਤਾਂ ਉਹਨਾਂ ਨੇ ਇਹ ਗੱਲਬਾਤ ਦੇਖੀ ਕਿ ਭਾਰਤ ਦੇ 7-8 ਸੂਬਿਆਂ ਤੋਂ ਸਟੂਡੈਂਟ ਆਉਂਦੇ ਨੇ, ਖਾਸ ਕਰਕੇ ਪੰਜਾਬ ਹਰਿਆਣਾ ਦੀ ਗੱਲਬਾਤ ਜਿਹੜੀ ਇਹ 'ਚ ਆਉਂਦੀ ਹੈ ਕਿ ਉੱਥੋਂ ਜਿਹੜੇ ਸਟੂਡੈਂਟ ਆ ਰਹੇ ਨੇ ਤਾਂ ਉਹ ਸਟੂਡੈਂਟ ਐਕਚੁਅਲੀ ਪੜ੍ਹਨ ਦੇ ਲਈ ਨਹੀਂ ਆ ਰਹੇ। ਉਹਨਾਂ ਚੋਂ ਕੁਝ ਨੰਬਰ ਐਸੇ ਨੇ ਜਿਹੜੇ ਕਿ ਪੜ੍ਹਨ ਦੇ ਲਈ ਨਹੀਂ ਆ ਰਹੇ, ਉਹ ਇੱਕ ਢੰਗ ਦੀ ਸਸਤੀ ਸੈਮੀ ਸਕਿਲਡ ਲੇਬਰ ਆ ਉੱਥੇ, ਕਿ ਜਿਹੜੇ ਘੱਟ ਤਨਖਾਹ ਤੇ ਉੱਥੇ ਕੰਮ ਕਰਦੇ ਨੇ। ਤਾਂ ਜਦੋਂ ਘੱਟ ਤਨਖਾਹ ਤੇ ਉਹ ਫੁੱਲ ਟਾਈਮ ਕੰਮ ਕਰਦੇ ਨੇ, ਤਾਂ ਜਿਹੜੇ ਉੱਥੋਂ ਦੇ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟਸ ਲੋਕ ਨੇ ਜਾਂ ਵਰਕ ਪਰਮਿਟ ਹੋਲਡਰਸ ਨੇ, ਤਾਂ ਉਹਨਾਂ ਦੀਆਂ ਨੌਕਰੀ ਤੇ ਉਹਨਾਂ ਦੀਆਂ ਵੇਜਸ ਤੇ ਸੱਟ ਉਹਦੇ ਨਾਲ ਸਿੱਧੇ ਰੂਪ ਦੇ ਵਿੱਚ ਵੱਜਦੀ ਆ। ਤਾਂ ਜਦੋਂ ਉਹਨਾਂ ਦੇ ਕੰਮਕਾਜ ਹਿੱਟ ਹੁੰਦੇ ਨੇ, ਉਹ ਘੱਟ ਵੇਜ ਦੇ ਚੱਲਦੇ ਆ, ਤਾਂ ਫਿਰ ਉਸ ਚੀਜ਼ ਨੂੰ ਲੈ ਕੇ ਸ਼ਿਕਾਇਤਾਂ ਜਿਹੜੀਆਂ ਉਹ ਸ਼ੁਰੂ ਹੋਈਆਂ। ਤਾਂ ਜਦੋਂ ਸ਼ਿਕਾਇਤਾਂ ਸ਼ੁਰੂ ਹੋਈਆਂ ਤਾਂ ਉਹਨਾਂ ਸ਼ਿਕਾਇਤਾਂ ਦੇ ਆਧਾਰ ਤੇ ਇਹ ਯੂਨੀਵਰਸਿਟੀਜ਼ ਦੇ ਵੱਲੋਂ ਸਰਚ ਜਿਹੜੀ ਉਹ ਸਾਰੀ ਕੀਤੀ ਗਈ, ਕਿਉਂਕਿ ਕਿਸੇ ਵਿਦਿਅਕ ਅਦਾਰੇ ਦੇ ਵਿੱਚ ਕੋਈ ਸਟੂਡੈਂਟ ਪੜ੍ਹ ਰਿਹਾ ਤਾਂ ਉਹਨੂੰ ਪਤਾ ਕਿ ਉਹ ਕਿੰਨਾ ਕੁ ਪੜ੍ਹ ਰਿਹਾ ਤੇ ਕਿੰਨਾ ਕੁ ਟਾਈਮ ਪਾਸ ਕਰ ਰਿਹਾ। ਤਾਂ ਉਹ ਟਾਈਮ ਪਾਸ ਵਾਲੀ ਗੱਲਬਾਤ ਉਹਨਾਂ ਨੇ ਹੁਣ ਰੋਕਣ ਦੀ ਸਲਾਹ ਦਿੱਤੀ ਹੈ, ਸਖਤੀ ਇੱਕ ਢੰਗ ਦੇ ਨਾਲ ਕੀਤੀ ਹੈ। ਖਾਸ ਕਰਕੇ ਪੰਜਾਬ ਹਰਿਆਣਾ ਦੀ ਗੱਲਬਾਤ ਜਦੋਂ ਅਸੀਂ ਕਰਦੇ ਹਾਂ ਤੇ ਯੂਪੀ ਦੀ ਗੱਲਬਾਤ ਕਰਦੇ ਹਾਂ, ਕਿਉਂਕਿ ਜਿਹੜਾ ਵੈਸਟਰਨ ਯੂਪੀ ਹੈ ਤੇ ਰਾਜਸਥਾਨ ਦਾ ਜਿਹੜਾ ਏਰੀਆ ਪੰਜਾਬ ਦੇ ਨਾਲ ਲੱਗਦਾ ਹੈਗਾ, ਤਾਂ ਇਸ ਏਰੀਏ ਦੇ ਵਿੱਚੋਂ ਜ਼ਿਆਦਾ ਸਟੂਡੈਂਟਸ ਜਿਹੜੇ ਨੇ ਉਹ ਇੰਟਰਨੈਸ਼ਨਲ ਪੱਧਰ ਤੇ ਸਟੱਡੀ ਦੇ ਲਈ ਜਾਂਦੇ ਨੇ, ਸੈਟਲ ਹੋਣ ਦੇ ਲਈ ਜਾਂਦੇ ਨੇ ਸਟੱਡੀ ਤੋਂ ਬਾਅਦ। ਤਾਂ ਉਹਨਾਂ ਨੇ ਗੱਲਬਾਤ ਕਹੀ ਹੈ ਕਿ ਇਹਨਾਂ ਇਲਾਕਿਆਂ ਦੇ ਵਿੱਚ ਜਦੋਂ ਕਿਸੇ ਦੀ ਵੀਜ਼ਾ ਐਪਲੀਕੇਸ਼ਨ ਅਪਰੂਵ ਹੋਣੀ ਹੈ ਜਾਂ ਆਫਰ ਲੈਟਰ ਕਿਸੇ ਨੂੰ ਮਿਲਣਾਗਾ, ਤਾਂ ਉਹ 'ਚ ਪੂਰਾ ਬਕਾਇਦਾ ਤੌਰ ਤੇ ਦੇਖਿਆ ਜਾਊਗਾ ਕਿ ਇਹ ਵਿਅਕਤੀ ਪੜ੍ਹਨ ਆ ਰਿਹਾ ਜਾਂ ਫਿਰ ਪੜ੍ਹਾਈ ਜਿਹੜੀ ਹੈ ਉਹਦੀ ਮੁੱਖ ਤਰਜੀਹ ਨਹੀਂ ਹੈਗੀ, ਉਹ ਸੈਟਲ ਤੇ ਕੰਮ ਹੋਣ ਦੇ ਲਈ ਆ ਰਿਹਾ ਹੈਗਾ। ਤੇ ਇਸ ਕਰਕੇ ਉਹਨਾਂ ਨੇ ਸਖਤੀ ਕੀਤੀ ਹੈ। ਉਹਨਾਂ ਨੇ ਗੱਲਬਾਤ ਕਹੀ ਹੈ ਕਿ ਇਸ ਰੀਜ਼ਨ ਦੇ ਵਿੱਚੋਂ ਅਸੀਂ ਸਿਰਫ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵੀਜ਼ਾ ਦੇਵਾਂਗੇ, ਇੰਟਰਨੈਸ਼ਨਲ ਪੱਧਰ ਤੇ ਦੂਜਿਆਂ ਨੂੰ ਨਹੀਂ ਦੇਵਾਂਗੇ। ਕਿਉਂਕਿ ਕੈਨੇਡਾ ਦੀ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤਾਂ ਇੱਥੇ ਵੀ ਇਹ ਗੱਲਬਾਤ ਚੱਲਦੀ ਰਹਿੰਦੀ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਉਹਨਾਂ ਨੂੰ ਪੂਰੀ ਵੇਜ ਨਹੀਂ ਦਿੱਤੀ ਜਾਂਦੀ, ਘੱਟ ਤਨਖਾਹ ਤੇ ਕੰਮ ਕਰਵਾਇਆ ਜਾਂਦਾ ਗਾ। ਤਾਂ ਉਹ ਉਹਨਾਂ ਦੇ ਅਧਿਕਾਰਾਂ ਦੀ ਹੱਦ ਤੱਕ ਤਾਂ ਹੈ, ਨਾਲੋਂ ਨਾਲ ਇਹ ਹੈ ਕਿ ਹੁਣ ਤਾਂ ਉਹ ਫੁੱਲ ਟਾਈਮ ਵਰਕ ਕਰ ਸਕਦੇ, ਪਹਿਲਾਂ 20 ਘੰਟੇ ਕਰ ਸਕਦੇ ਸੀ, ਤਾਂ ਉਹ ਵੀ ਰੂਲ ਬ੍ਰੇਕ ਕਰ ਰਹੇ ਸੀ।
ਤੇ ਜਿਹੜੇ ਦੂਜੇ ਲੋਕ ਉਹਨਾਂ ਤੋਂ ਘੱਟ ਤਨਖਾਹ ਤੇ ਕੰਮ ਕਰ ਰਹੇ ਸੀ ਤਾਂ ਇਨਡਾਇਰੈਕਟਲੀ ਜਿਹੜੇ ਕੈਨੇਡੀਅਨ ਵਰਕ ਪਰਮਿਟ ਹੋਲਡਰ ਨੇ, ਪਰਮਾਨੈਂਟ ਰੈਜ਼ੀਡੈਂਟ ਨੇ, ਸਿਟੀਜ਼ਨਸ ਨੇ, ਤਾਂ ਉਹਨਾਂ ਦੀ ਲੇਬਰ ਦੇ ਉੱਪਰ ਇੰਪੈਕਟ ਪਾ ਰਿਹਾ ਉਹ ਮਾਰਕੀਟ ਦੇ ਉੱਪਰ। ਤਾਂ ਇਹੀ ਸਮੱਸਿਆ ਆਸਟ੍ਰੇਲੀਆ ਦੇ ਵਿੱਚ ਸਾਹਮਣੇ ਆਉਣ ਲੱਗੀ ਸੀ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਲਗਭਗ 1 ਲੱਖ ਸਟੂਡੈਂਟ ਸੰਭਾਵਨਾ ਹੈ ਕਿ ਇਸ ਸਾਲ ਦੇ ਵਿੱਚ ਜਾਣਾਗਾ। 2019 ਦੇ ਵਿੱਚ 75,000 ਗਿਆ ਸੀ, ਉਹ ਅੰਕੜੇ ਨੂੰ ਇਸ ਵਾਰ ਪਾਰ ਕਰ ਜਾਣਾ, ਕਿਉਂਕਿ ਉੱਥੇ ਗਵਰਨਮੈਂਟ ਚੇਂਜ ਹੋਈ ਹੈ। ਪਹਿਲਾਂ ਲਿਬਰਲ ਪਾਰਟੀ ਦੀ ਸਰਕਾਰ ਸੀ, ਹੁਣ ਲੇਬਰ ਪਾਰਟੀ ਦੀ ਸਰਕਾਰ ਆਈ ਹੈ, ਤਾਂ ਲੇਬਰ ਪਾਰਟੀ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਸੌਫਟ ਰਹਿੰਦੀ ਹੈ, ਤੇ ਇਸ ਕਰਕੇ ਉੱਥੇ ਇਸ ਵਾਰ ਪ੍ਰਵਾਸ ਜਿਹੜਾ ਉਹ ਵਧਣਾਗਾ। ਪਰ ਸਮੱਸਿਆ ਉਹੀ ਹੈ ਕਿ ਪੜ੍ਹਨ ਲਈ ਆਏ ਹੋ ਤਾਂ ਪਹਿਲਾਂ ਪੜ੍ਹੋ, ਉਹਦੇ ਬਾਅਦ ਸੈਟਲ ਹੋਣ ਦੇ ਲਈ ਸਾਰੇ ਇੱਥੇ ਆਉਂਦੇ ਨੇ, ਕੱਲੀ ਪੜ੍ਹਾਈ ਦੇ ਲਈ ਕੋਈ ਨਹੀਂ ਆਉਂਦਾ। ਤੇ ਜੇ ਕੋਈ ਆਸਟ੍ਰੇਲੀਆ ਜਾਂਦਾ ਉਹ ਵੀ ਤੰਗੀਆਂ ਤਰੁਸ਼ੀਆਂ ਤੋਂ ਜਾਂਦਾ, ਪਰ ਪਹਿਲੀ ਤਰਜੀਹ ਜੇ ਸਟੂਡੈਂਟ ਵੀਜ਼ਾ ਦਿੱਤਾ ਗਿਆ ਤਾਂ ਉਹ ਸਟੱਡੀ ਪੂਰੀ ਕੀਤੀ ਜਾਵੇ, ਫਿਰ ਵਰਕ ਤੇ ਜਾਓ, ਫਿਰ ਸੈਟਲ ਹੋ। ਕਿਉਂਕਿ ਜੇ ਤੁਸੀਂ ਪਹਿਲਾਂ ਹੀ ਆ ਕੇ ਇਸ ਤਰ੍ਹਾਂ ਦੇ ਢੰਗ ਤਰੀਕੇ ਕਰੋਗੇ ਤਾਂ ਜਿਹੜੇ ਹੋਰ ਬੱਚਿਆਂ ਨੇ ਆਉਣਾਗਾ ਆਪਣੇ ਭਵਿੱਖ ਦੇ ਲਈ, ਉਹਨਾਂ ਦੇ ਲਈ ਨੁਕਸਾਨਦੇਹ ਚੀਜ਼ਾਂ ਜ਼ਰੂਰ ਸਾਬਤ ਹੋਣਗੀਆਂ। ਖਾਸ ਤੌਰ ਤੇ ਆਪਣੇ ਡਾਕੂਮੈਂਟਸ ਜਿਹੜੇ ਨੇ ਉਹ ਫੇਰ ਰੱਖੋ। ਅਸ਼ ਬਹੁਤ ਬਹੁਤ ਸ਼ੁਕਰੀਆ, ਨਾਲ ਜੁੜੇ ਤੁਸੀਂ ਬਹੁਤ ਸਾਰੀਆਂ ਖਬਰਾਂ ਦੀ ਜਿਹੜੀ ਹੈ ਉਹ ਸਾਂਝ ਪਾਈ ਆਪਾਂ, ਤੇ ਫਿਰ ਮਿਲਦੇ ਹਾਂ ਕੱਲ ਦ ਮਾਰਨਿੰਗ ਸ਼ੋਅ ਦੇ ਵਿੱਚ ਜੀ। ਬਹੁਤ ਬਹੁਤ ਧੰਨਵਾਦ ਜੀ ਚੈਨਲ ਪੰਜਾਬੀ ਦੇ ਤਮਾਮ ਦਰਸ਼ਕਾਂ ਨੂੰ ਵੀ ਜਾਂਦੇ ਹੋਏ ਇੱਕ ਵਾਰ ਫਿਰ ਤੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਦਰਸ਼ਕਾਂ ਦੇ ਨਾਲ ਕੁਝ ਗੱਲਾਂ ਬਾਤਾਂ ਜਿਹੜੀਆਂ ਸਾਂਝੀਆਂ ਕੀਤੀਆਂ ਨੇ, ਅੱਗੇ ਵੀ ਕਰਦੇ ਰਵਾਂਗੇ, ਤੇ ਆਪਣਾ ਖਿਆਲ ਰੱਖਿਓ, ਤੇ ਨਗਰ ਕੀਰਤਨ ਦੀ ਜਿਹੜੀ ਹੈ ਉਹ ਫਟਾਫਟ ਜਿਹੜੀ ਹੈ ਤਿਆਰੀ ਕਰੋ। ਤੇ ਨਾਲ ਦੀ ਨਾਲ ਜਿਹੜੇ ਵੀ ਸਾਡੇ ਦਰਸ਼ਕ ਹੁੰਦੇ ਨੇ, ਸਾਨੂੰ ਟੀਵੀ ਦੇ ਜ਼ਰੀਏ ਦੇਖਦੇ ਨੇ, ਬਹੁਤ ਸਾਡਾ ਹੌਸਲਾ ਵਧਾਉਂਦੇ ਨੇ, ਕਿਉਂਕਿ ਇੰਨਾ ਜ਼ਿਆਦਾ ਬਿਜ਼ੀ ਇੱਥੇ ਕੈਨੇਡਾ ਰਹਿੰਦਾ ਹੈ ਵੀ ਟੀਵੀ ਦੇ ਕੋਲ ਬੈਠ ਕੇ ਕਿਸੇ ਵੀ ਸ਼ੋਅ ਨੂੰ ਸੁਣਨ ਦਾ ਟਾਈਮ ਬਹੁਤ ਘੱਟ ਹੁੰਦਾ ਹੈ। ਪਰ ਬਹੁਤ ਸਾਰੇ ਸਾਡੇ ਦਰਸ਼ਕ ਨੇ ਸਾਨੂੰ ਬਹੁਤ ਪਿਆਰ ਕਰਦੇ ਨੇ, ਤੇ ਪਿਆਰ ਦਿੰਦੇ ਰਹਿੰਦੇ ਨੇ, ਸਾਡੇ ਨਾਲ ਖਬਰਾਂ ਦੀ ਸਾਂਝ ਪਾਉਂਦੇ ਰਹਿੰਦੇ ਨੇ, ਗੱਲਾਂ ਬਾਤਾਂ ਸ਼ੇਅਰ ਕਰਦੇ ਰਹਿੰਦੇ ਨੇ। ਇੱਦਾਂ ਹੀ ਜੁੜੇ ਰਹੀਓ ਹਮੇਸ਼ਾ। ਤੁਹਾਡੀਆਂ ਗੱਲਾਂ ਬਾਤਾਂ, ਜਿਹੜੇ ਤੁਹਾਡੇ ਸੁਝਾਅ ਜਾਂ ਤੁਹਾਡਾ ਸਾਨੂੰ ਦੇਖਣਾ, ਸਾਨੂੰ ਸੁਣਨਾ, ਇਹ ਸਾਡੇ ਲਈ ਬਹੁਤ ਅਹਿਮੀਅਤ ਰੱਖਦਾ ਹੈ। ਮਿਲਦੇ ਹਾਂ ਜੀ ਕੱਲ ਫਿਰ ਦ ਮਾਰਨਿੰਗ ਸ਼ੋਅ ਦੇ ਵਿੱਚ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।